एवरी ट्यूसडे 11 ਤੋਂ 12 ਸ਼ੋਅ ਵਿਦ ਡਾਕਟਰ ਰਾਜ ਬੇਂਸ ਦੇ ਨਾਲ ਵਰਲਡ ਵਾਈਡ ਨੋਨ ਬੜਾ ਪਪੂਲਰ ਸ਼ੋਅ ਕਿਉਂਕਿ ਬਿਮਾਰੀਆਂ ਬਾਰੇ ਉਹਦੀ ਕਮੀ ਨਹੀਂ ਹੈ ਤੇ ਬੜੇ ਲੋਕ ਜੁੜਦੇ ਆ ਸ਼ੋਅ ਦੇ ਨਾਲ ਬੜਾ ਅੱਛਾ ਲੱਗਦਾ ਹੈ। ਐਵਰੀ ਟਿਊਜ਼ਡੇ 11 ਤੋਂ 12 ਪਲੀਜ਼ ਕਾਲ ਕਰੋ ਜਦੋਂ ਵੀ ਮੌਕਾ ਮੈਂ ਕਹਿੰਦਾ ਹੁੰਦਾ ਬਹੁਤੀ ਲੇਟ ਨਾ ਛੱਡਿਆ ਕਰੋ ਜਦੋਂ ਵੀ ਛੇਤੀ ਅਸੀਂ ਕੋਈ ਵੀ ਗੱਲ ਕਰਦੇ ਮੈਂ ਗੱਲ ਸਟਾਪ ਕਰਕੇ ਤੁਹਾਡਾ ਕਾਲ ਆਨਸਰ ਕਰਦੇ ਕਿਉਂਕਿ ਸ਼ੋਅ ਤੁਹਾਡੇ ਲਈ ਤੁਹਾਡੀ ਬਿਮਾਰੀਆਂ ਲਈ ਹੈ ਤੁਹਾਡੀ ਮਦਦ ਲਈ ਹੈ 0121 551 1001 ਅਗਰ ਤੁਸੀਂ ਯੂਕੇ ਦੇਖਦੇ ਹੋ ਕਿਸੇ ਵੀ ਦੁਨੀਆ ਦੇ ਕੋਨੇ 'ਚ ਦੇਖਦੇ ਹੋ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪਲੀਜ਼ ਕੀਪ ਵਾਚਿੰਗ ਬੜਾ ਇੰਟਰਸਟਿੰਗ ਸ਼ੋਅ ਹੁੰਦਾ ਚਲੋ ਮੈਂ ਡਾਕਟਰ ਦਾ ਸਵਾਗਤ ਕਰਕੇ ਸ਼ੋਅ ਅੱਗੇ ਲੈਕਚਰ ਦਾ ਡਾਕਟਰ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਭਾਜੀ ਭਾਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਜੀ ਮੈਨੂੰ ਐਵਰੀ ਟਾਈਮ ਜਦੋਂ ਪੁੱਛਦਾ ਮੈਨੂੰ ਬੜਾ ਫਨੀ ਲੱਗਦਾ ਮੈਂ ਤੁਹਾਡਾ ਕੁਝ ਕਰ ਤਾਂ ਸਕਦਾ ਨਹੀਂ ਹੈ ਚਲੋ ਕੋਈ ਨਹੀਂ ਮੈਂ ਕੋਈ ਡਾਕਟਰ ਰਿਕਮੈਂਡ ਕਰ ਦਾਂਗਾ ਕਿ ਡਾਕਟਰ ਨੂੰ ਦਿਖਾ ਦੋ ਹਾਂਜੀ ਹਾਂ ਡਾਕਟਰ ਨੂੰ ਵੀ ਪੁੱਛਣਾ ਚਾਹੀਦਾ ਹਾਂਜੀ ਹਰ ਵੈਸੇ ਡਾਕਟਰ ਜੀ ਇੱਕ ਡਾਕਟਰ ਦੂਜੇ ਡਾਕਟਰ ਕੋਲ ਜਾਂਦਾ ਕਦੀ ਜਾਣਾ ਪੈਂਦਾ ਕਈ ਵਾਰੀ ਰੀਅਲੀ ਹਾਂ ਹਾਂ ਦੱਸ ਭਾਈ ਪਰ ਅੱਧੀਆਂ ਤਾਂ 99% ਦਾ ਤੁਸੀਂ ਆਪ ਹੀ ਇਲਾਜ ਕਰ ਲੈਂਦੇ ਹੋਣੇ ਹੋ ਉਹ ਜਿੰਨਾ ਕੁ ਹੁੰਦਾ ਉਹਨਾਂ ਤਾਂ ਆਪ ਕਰ ਲੈਂਦਾ ਬੰਦਾ ਹਾਂਜੀ ਪਰ ਕਈ ਵਾਰੀ ਇਨਪੁਟ ਲੈਣਾ ਪੈਂਦਾ ਨਾ ਲੈਣਾ ਪੈਂਦਾ ਹਾਂਜੀ ਦੱਸ ਰਾਈਟ ਯਾ But do you actually, do you actually listen to that input because you think ਇਹ ਤੇ ਐਵੇਂ ਮਾਰਦਾ ਮੈਨੂੰ ਪਤਾ ਕਿ ਕੀ ਰੋਂਗਾ ਨਹੀਂ ਡਿਪੈਂਡ ਕਰਦਾ ਨਾ ਤੁਹਾਡੇ ਤੋਂ ਸੀਨੀਅਰ ਹੈ ਜਾਂ ਕਿ ਜੂਨੀਅਰ ਆ ਹਾਂ ਇਹ ਵੀ ਗੱਲ ਹੈਗੀ ਹੈ ਨਾ ਹਾਂਜੀ ਦੈਟਸ ਰਾਈਟ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਨਾ ਹਾਂ ਪਰ ਕੋਈ ਹਰਜ ਨਹੀਂ ਕਿਸੇ ਦੀ ਸਲਾਹ ਲੈਣੀ ਫਿਰ ਵੀ ਕਈ ਵਾਰੀ ਆਪਾਂ ਆਪਣੇ ਲਈ ਨਹੀਂ ਸੋਚ ਸਕਦੇ ਹੈ ਨਾ ਵੀ ਮੈਨੂੰ ਕਿਹੜੀ ਦਵਾਈ ਚਾਹੀਦੀ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਪੈਂਦਾ ਕਈ ਵਾਰੀ ਬਾਹਰੋਂ ਇਨਪੁਟ ਜਿਹੜਾ ਉਹ ਬੈਟਰ ਹੁੰਦਾ ਬਿਲਕੁਲ ਸਲਾਹ ਲੈ ਲੈਣੀ ਚਾਹੀਦੀ ਹੈ ਬੰਨਾ ਨਾ ਮੰਨਾ ਤੁਹਾਡੀ ਮਰਜ਼ੀ ਹਾਂਜੀ ਦੱਸ ਰਾਈਟ ਮੈਂ ਹਮੇਸ਼ਾ ਕਹਿੰਦਾ ਨਾ ਕਿ ਸ਼ੁਰੂਆਤ ਸ਼ੋਅ ਦੇਖਿਆ ਕਰੋ ਕਿ ਜਦੋਂ ਗੱਡੀ ਨਿਕਲ ਜਾਂਦੀ ਹੈ ਉਹਨੂੰ ਦੌੜ ਕੇ ਪਕੜਨਾ ਤਾਂ ਫਿਰ ਫਾਇਦਾ ਨਹੀਂ ਹੈਗਾ ਪਕੜੇ ਜਾਓਗੇ ਕਿ ਨਹੀਂ ਪਕੜੋਗੇ ਪਤਾ ਨਹੀਂ ਹੁੰਦਾ ਕਿਉਂਕਿ ਕਈ ਦਫਾ ਬੜੀ ਇੰਟਰਸਟਿੰਗ ਗੱਲਾਂ ਸ਼ੁਰੂਆਤ ਦੇ ਵਿੱਚ ਹੋ ਜਾਂਦੀਆਂ ਜਿੱਦਾਂ ਮੈਂ ਇੱਕ ਦੋ ਗੱਲਾਂ ਕਰਾਂਗਾ ਤੇ ਹਰ ਫਾਇਦੇ ਦੀਆਂ ਹੁੰਦੀਆਂ ਨੇ ਭਾਜੀ ਕਿਸੇ ਲੇਡੀ ਦਾ ਹੈਗਾ ਉਹਨੂੰ ਸਮਰ ਦੇ ਵਿੱਚ ਹੁਣ 3-4 ਵੀਕ ਹੋ ਗਏ ਪ੍ਰੋਬਲਮ ਸੀਗੀ ਉਹਨੂੰ ਹੈਡੇਕ ਨਹੀਂ ਹੁੰਦੀ ਲੇਕਿਨ ਸਿਰ ਭਾਰਾ ਤੇ ਸਿਕਨੈਸ ਫੀਲ ਹੁੰਦੀ ਬਹੁਤ ਜ਼ਿਆਦਾ ਐਂਡ ਇਟ ਲਾਸਟ ਫॉर ਫਿਊ ਡੇਜ਼ ਅੱਛਾ ਜੀ ਇਹ ਹੀਟ ਕਰਕੇ ਹੋਇਆ ਕਿ ਕੀ ਸੀਗਾ ਕਿਉਂਕਿ ਹੀਟ ਵੀ ਬੜੇ ਲੋਕਾਂ ਨੂੰ ਮਾਫਕ ਨਹੀਂ ਹੋਈ ਹਾਂਜੀ ਦੈਟਸ ਰਾਈਟ ਹੁਣ ਆਮ ਨਾਲੋਂ ਜ਼ਿਆਦਾ ਹੀਟ ਸੀ ਕੁਛ ਸੋ ਹੋ ਸਕਦਾ ਪਈ ਉਹਨਾਂ ਦੇ ਗਰਮੀ ਨਾਲ ਹੋ ਗਿਆ ਹੋਵੇ ਗਰਮੀ ਨਾਲ ਹਾਂਜੀ ਹੋ ਸਕਦਾ ਹੈ ਤੇ ਜਾਂ ਫਿਰ ਉਹਨਾਂ ਦਾ ਬਲੱਡ ਪ੍ਰੈਸ਼ਰ ਜਾਂ ਅਪ ਹੋ ਗਿਆ ਹੋਊਗਾ ਉਹਦੇ ਨਾਲ ਵੀ ਹੋ ਸਕਦਾ ਹੈ ਫਿਰ ਸਿਰ ਭਾਰਾ ਹੋ ਜਾਂਦਾ ਜਦੋਂ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੈ ਸੋ ਦੈਟਸ ਅ ਪੋਸੀਬਿਲਿਟੀ ਹਾਂਜੀ ਜੇ ਉਹਨਾਂ ਨਾਲ ਸਿਕ ਫੀਲਿੰਗ ਆਉਂਦਾ ਹੋਵੇ ਜਾਂ ਉਲਟੀਆਂ ਆਈਆਂ ਹੋਣ ਫਿਰ ਹੋ ਸਕਦਾ ਕੋਈ ਵਾਇਰਸ ਇਨਫੈਕਸ਼ਨ ਵੀ ਹੋ ਸਕਦਾ ਅੱਛਾ ਤੇ ਡਾਕਟਰ ਇਹਦੇ ਨਾਲ ਯੂ ਨੋ ਆਈ ਵਾਸ ਟਾਕਿੰਗ ਟੂ ਬ੍ਰਦਰ ਜਦ ਆਪਣਾ ਸੁਖਦੇਵ ਸਿੰਘ ਗੱਲਾਂ ਕਰਦੇ ਸੀ ਕਈ ਦਫਾ ਬਾਹਰ ਗਰਮੀ ਹੁੰਦੀ ਚਲੋ ਹੁੰਦੀ ਹੈ ਸਮ ਟਾਈਮ ਤੁਹਾਡੇ ਅੰਦਰ ਤੁਹਾਨੂੰ ਲੱਗਦਾ ਅੰਦਰ ਵੀ ਤੁਹਾਡੇ ਨਾ ਗਰਮੀ ਹੈ ਉਹ ਕਿਉਂ ਫੀਲ ਹੁੰਦਾ ਹੈ ਹਾਂਜੀ ਕੁਦਰਤੀ ਹੈ ਕਈ ਲੋਕਾਂ ਦਾ ਤਸੀਰ ਗਰਮ ਹੁੰਦਾ ਹੈ ਅੰਦਰ ਹੈ ਨਾ ਉਹਨਾਂ ਨੂੰ ਆਲ ਦਾ ਟਾਈਮ ਉਹਨਾਂ ਨੂੰ ਹਰ ਵੇਲੇ ਗਰਮੀ ਲੱਗਦੀ ਰਹਿੰਦੀ ਮੈਂ ਹੱਥ ਖੜਾ ਕਰ ਦਿੰਦਾ ਮੇਰਾ ਸੋ ਬਹੁਤੇ ਗਰਮ ਕੱਪੜੇ ਨਹੀਂ ਪਾਉਂਦੇ ਹੈਗੇ ਤੁਸੀਂ ਨੋਟ ਕਰ ਲੈਂਦੇ ਜਦੋਂ ਠੰਡ ਵੀ ਹੁੰਦੀ ਉਹਨੀ ਲਾਈਟ ਜਿਹੇ ਕੱਪੜੇ ਪਾਏ ਹੁੰਦੇ ਆ ਤੇ ਕਈ ਆਪੋਜ਼ਿਟ ਹੁੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਠੰਡ ਲੱਗਦੀ ਆ ਨੈਚੁਰਲੀ ਆਪਣਾ ਤਸੀਰ ਹੁੰਦਾ ਤੇ ਉਹ ਤੁਸੀਂ ਦੇਖਦੇ ਜਦੋਂ ਸਿਆਲ ਹੁੰਦਾ ਬਹੁਤ ਜ਼ਿਆਦਾ ਕੱਪੜੇ ਪਾਏ ਹੁੰਦੇ ਉਹ ਨਹੀਂ ਸੋ ਆਪਣਾ ਤਸੀਰ ਹੁੰਦਾ ਪਈ ਇੱਕ ਕੁਛ ਹੈਗਾ ਪਈ ਜਦ ਡਾਈਟ ਨਾਲ ਵੀ ਫਰਕ ਪੈ ਜਾਂਦਾ ਕਿ ਜੇ ਤੁਸੀਂ ਗਰਮ ਚੀਜ਼ਾਂ ਸਪਾਈਸੀ ਫੂਡਸ ਜ਼ਿਆਦਾ ਖਾਂਦੇ ਆ ਤਾਂ ਤੁਹਾਡੇ ਅੰਦਰ ਗਰਮੀ ਜ਼ਿਆਦਾ ਪੈਦਾ ਹੋਣੀ ਆ ਦੈਟਸ ਅ ਫੈਕਟ ਪਰ ਜੀ ਫਿਰ ਦਿਸ ਇਜ਼ ਅ ਗੁੱਡ ਆਈਡੀਆ ਬਿਕਾਜ਼ ਲੱਕੀਲੀ ਮੈਂ ਗੱਲ ਕੀਤੀ ਹੈ ਆਪਣੀ ਡਾਈਟ ਵਿੰਟਰ ਸਮਰ ਚ ਚੇਂਜ ਕਰੋ ਆਪਾਂ ਉਹੀ ਦਬੱਲੀ ਜਾਂਦੇ ਆ ਕੋਈ ਚੇਂਜ ਨਹੀਂ ਲੈ ਕੇ ਆਉਂਦੇ ਨਾ ਦੈਟਸ ਰਾਈਟ ਸੋ ਥੋੜੇ ਜਿਹੇ ਵਾਰਮਿੰਗ ਫੂਡਸ ਜਿਹੜੇ ਉਹ ਤੁਸੀਂ ਥੋੜੇ ਜਿਹੇ ਗਰਮ ਫੂਡਸ ਜ਼ਿਆਦਾ ਇਨਕਰੀਜ਼ ਕਰ ਸਕਦੇ ਸਿਆਲ ਨੂੰ ਤੇ ਉਹਦਾ ਤੁਹਾਨੂੰ ਫਾਇਦਾ ਹੋਏਗਾ ਹਾਂਜੀ ਪਰ ਫਿਰ ਆਪੋਜ਼ਿਟ ਵੀ ਹੈ ਜਿਹਨਾਂ ਨੂੰ ਗਰਮੀ ਜ਼ਿਆਦਾ ਹੈ ਉਹਨਾਂ ਨੂੰ ਫਿਰ ਗਰਮੀਆਂ 'ਚ ਠੰਡੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜ਼ਿਆਦਾ ਬਿਲਕੁਲ ਪਰ ਜੀ ਤੁਸੀਂ ਡਾਈਟ ਦੀ ਗੱਲ ਕੀਤੀ ਹੈ ਦੇਖੋ ਮੈਂ ਜਦੋਂ ਕੋਈ ਗੱਲ ਕਰਦਾ ਕੋਈ ਵੀ ਬੰਦਾ ਹੋਵੇ ਮੈਂ ਅੱਜ ਮੇਰੇ ਬ੍ਰਦਰ ਦੀ ਗੱਲ ਕਰਾਂਗਾ ਉਹਨਾਂ ਦਾ ਨਾ 20 ਤਰੀਕ ਨੂੰ ਸੈਟਰਡੇ 93rd ਬਰਥਡੇ ਸੀ ਉਹਦਾ 93rd ਇਹ ਨਹੀਂ ਕਿ ਮੇਰਾ ਭਰਾ ਸਰਦਾਰ ਹਰਜੀਤ ਸਿੰਘ ਮੈਂ ਉੱਦਾਂ ਕੋਈ ਵੀ ਹੁੰਦਾ ਮੈਂ ਫਿਰ ਵੀ ਇਹ ਜ਼ਿਕਰ ਕਰਨਾ ਸੀ ਮੈਡੀਕਲ ਮੈਂ ਰਾਤੀ ਉਹਨਾਂ ਨੂੰ ਵਿਸ਼ ਕਰ ਦਿੱਤਾ ਬਰਥਡੇ ਪਰ ਅੱਜ ਮੈਡੀਕਲ ਸ਼ੋਅ ਕਰਕੇ ਭਾਜੀ ਸਿੰਸ ਬਟ 3-4 ਮਹੀਨੇ ਹੋ ਗਏ ਨਾ 93 ਸਾਲਾਂ ਦਾ ਬੱਸ ਪਕੜ ਕੇ ਨਾ ਹੀ ਵਿਲ ਟਰੈਵਲ ਐਨੀਵੇਅਰ ਵੈਰੀ ਗੁੱਡ ਜਿੱਥੇ ਕੋਈ ਉਹਨਾਂ ਦੇ ਜਿੱਥੇ ਉਹ ਆਪਣੇ ਬੰਦੇ ਇਕੱਠੇ ਹੁੰਦੇ ਨੇ 올ਡ ਏਜ ਪੈਨਸ਼ਨ ਇਕੱਠੇ ਹੁੰਦੇ ਨੇ ਵੀਕਲੀ ਹੌਸਲ ਹੋਵੇ ਜਾਂ ਇੱਧਰ ਹੋਵੇ ਜਾਂ ਕਿਤੇ ਵੀ ਹੋਵੇ ਨਾ ਹੀ ਵਿਲ ਟਰੈਵਲ ਇਨ ਅ ਬੱਸ ਐਂਡ ਹੀਲ ਗੋ ਦੇਅਰ ਵੈਰੀ ਗੁੱਡ ਅੱਛਾ ਮੈਂ ਕਿਉਂ ਮੈਂਸ਼ਨ ਕਰਦਾ ਭਾਜੀ ਉਹਨਾਂ ਦੇ ਬੰਦਿਆਂ ਨੂੰ ਤੁਸੀਂ ਇਨਸਪਾਇਰ ਕਰੋ 93 ਸਾਲਾਂ ਦਾ ਬੰਦਾ ਹੋ ਕੇ ਉਹ ਵਾਕ ਕਰਦਾ ਐਵਰੀ ਡੇ ਕਾਰ ਨਹੀਂ ਯੂਜ਼ ਕਰਦਾ ਐਂਡ ਸੁਬਾਹ ਉੱਠ ਕੇ ਐਕਸਰਸਾਈਜ਼ ਕਰਦੇ ਨੇ ਵੈਰੀ ਗੁੱਡ ਯਾ
ਹੁਣ ਅਗਰ ਤੁਸੀਂ ਸੋਚਦੇ ਹੋ ਬੰਦਾ ਯਾਰ 93 ਤੁਸੀਂ ਸੋਚੋ 93 ਐਵੇਂ ਤਾਂ ਨਹੀਂ ਬੰਦਾ ਪਹੁੰਚਦਾ। ਹਾਂ ਉਹ ਨਹੀਂ ਹਿੰਮਤ ਕੀਤੀ ਹਿੰਮਤ ਕੀਤੀ ਨਾ ਉਹਨੇ ਕੀਤੀ ਤਾਂ ਹੀ ਇੰਨਾ ਫਿਟ ਰਹੇ ਆ। ਪਰ ਜੀ ਮੈਂ ਇਹਦੇ ਬਾਰੇ ਬੜਾ ਸੀਰੀਅਸਲੀ ਸੋਚਿਆ, ਰੱਬ ਮਿਹਰ ਕਰੇ ਲੰਬੀ ਉਮਰ ਦੇਵੇ। 100 ਸਾਲ ਦੇ ਹੁਣ ਰਾਣੀ ਕੋਲੋਂ ਲੈਟਰ ਮਿਲੇ ਉਹਨਾਂ ਨੂੰ ਇਵੈਂਚੁਅਲੀ, ਤੇ ਹੁਣ ਫੌਜਾ ਸਿੰਘ ਦੇਖੋ 100 ਸਾਲ ਤੋਂ ਉੱਪਰ ਹੈਗੇ ਸੈਲੀਬ੍ਰਿਟੀ ਬਣ ਗਿਆ। ਕੋਈ ਐਜੂਕੇਸ਼ਨ ਹੋਵੇ ਨਾ ਹੋਵੇ ਲੇਕਿਨ ਆਪਣੀ ਸਿਹਤ ਲੁੱਕ ਆਫਟਰ ਕਰਕੇ ਉਹਨੂੰ ਲੋਕੀ ਇਨਵਾਈਟ ਕਰਦੇ ਨੇ ਕਿ ਇਹ ਮੇਰਾ ਭਰਾ ਮੇਰਾ ਫੇਵਰੇਟ ਨਹੀਂ, ਇਹ ਰੱਬ ਦਾ ਵੀ ਫੇਵਰੇਟ ਹੈ ਕਿ ਉਹਨੇ 93 ਸਾਲ ਦੀ ਉਮਰ ਬਖਸ਼ੀ ਉਹਨੂੰ। ਹਾਂਜੀ ਹੁਣ ਮੈਂ ਇੱਕ ਹੋਰ ਤੁਹਾਨੂੰ ਪਾਸੇ ਗੱਲ ਸੋਚਦਾ ਬਿਕੋਜ਼ ਇੰਸਪਾਇਰ ਕਰਦਾ ਪਿਆ ਮੈਂ ਤੁਹਾਨੂੰ। ਤੁਸੀਂ 70 ਸਾਲ ਦੇ ਕਹਿੰਦੇ ਜੀ ਮੈਂ ਬੁੜਾ ਹੋ ਗਿਆ, ਮੈਂ ਬੁੜਾ ਹੋ ਗਿਆ ਯਾਰ ਹੁਣ ਤਾਂ ਮੈਂ ਬਸ ਬੁੜਾ ਹੋ ਗਿਆ। ਭਾਜੀ ਜੇ ਤੁਹਾਡੇ 70 ਸਾਲ 'ਚ ਤੁਹਾਡੇ ਕੋਈ ਪੋਤਾ ਜਾਂ ਪੋਤੀ ਹੁੰਦੀ ਹੈ, ਤੁਸੀਂ 93 94 ਸਾਲ 24-25 ਸਾਲ ਹੋ ਗਏ ਨਾ, ਇਹਦਾ ਮਤਲਬ ਤੁਸੀਂ ਉਹਦਾ ਵਿਆਹ ਦੇਖ ਸਕਦੇ ਹੋ। ਦੈਟਸ ਰਾਈਟ ਹਾਂਜੀ। ਹਮੇਸ਼ਾ ਲੋਕੀ ਕਹਿੰਦੇ ਆਮ 70 ਇਅਰਸ 올ਡ। ਹਾਂ 올ਡ ਨਹੀਂ ਕਹਿਣਾ ਚਾਹੀਦਾ ਹੈ ਨਾ ਕਦੇ ਵੀ, ਸਮਝ ਕੇ ਤੁਸੀਂ ਕਹੋ ਆਮ 70 ਇਅਰਸ ਯੰਗ ਹੈ ਨਾ, ਫਰਕ ਪੈਂਦਾ ਹੈ ਨਾ। ਤੁਸੀਂ ਜੇ ਆਪਣੇ ਆਪ ਨੂੰ 올ਡ ਕਹਿਣ ਲੱਗ ਪੈਂਦੇ ਉਹ ਸਾਈਕੋਲੋਜੀਕਲੀ ਇਫੈਕਟ ਤੁਹਾਡੇ ਤੇ ਪੈਂਦਾ ਆ। ਪਰ ਜੇ ਲੋਕੀ 70 ਸਾਲਾਂ ਦੇ ਹਾਰੇ ਫਿਰਦੇ ਨੇ, ਮੈਂ ਬਰਦਰ ਬਸ ਸੋ ਫਿਟ ਵਾਕ ਕਰਦੇ, ਹੁਣ 4 ਮਹੀਨੇ ਥੋੜਾ ਇੱਕਦਮ ਹੀ ਡਾਊਨ ਹੋ ਗਏ ਨੇ, ਹੀ ਕੈਨਟ ਵਾਕ ਨਾਓ, ਕੁਝ ਏਦਾਂ ਪ੍ਰੋਬਲਮ ਆ ਗਈ ਲੱਤਾਂ ਦੇ ਵਿੱਚ ਉਹਨਾਂ ਦੇ। ਐਂਡ ਅਦਰਵਾਈਜ਼ ਵੈਰੀ ਉਹਨਾਂ ਦੀ ਭਾਜੀ ਕੋਈ ਡਾਈਟ ਏਦਾਂ ਦੀ ਨਹੀਂ ਹੈਗੀ ਕਿ ਮੈਂ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਉਹ ਨਹੀਂ ਖਾਣਾ। ਯਾ ਹੀ ਡਸਨਟ ਸਫਰ ਫਰਮ ਡਾਇਬੀਟੀਜ਼, ਉਹਦਾ ਬਾਕੀ ਬਿਮਾਰੀਆਂ ਤੇ ਕੋਈ ਤਾਂ ਹੁੰਦੀ ਹੈਗੀ। ਹਾਂ ਕੁਝ ਨਾ ਕੋਈ ਤਾਂ ਹੋ ਜਾਂਦਾ। ਸੁਬਾਹ ਉੱਠ ਕੇ ਐਕਸਰਸਾਈਜ਼ ਵਾਕ ਕਰਨੀ, ਰੈਗੂਲਰਲੀ ਬਾਹਰ ਜਾਣਾ ਬਾਹਰ। ਸੋ ਦਿਸ ਸ਼ੋਜ਼ ਇਹਦਾ ਮਤਲਬ ਕਿ ਤੁਹਾਡੀ ਐਕਸਰਸਾਈਜ਼ ਤੇ ਜਿਹੜੀ ਵਾਕ ਹੈ ਐਕਸਰਸਾਈਜ਼ ਬਹੁਤ ਇੰਪੋਰਟੈਂਟ ਐਕਸਰਸਾਈਜ਼। ਦੈਟਸ ਰਾਈਟ। ਤੇ ਹੁਣ ਤਾਂ ਕੱਲ੍ਹ ਹਲੇ ਨਿਊਜ਼ ਵਿੱਚ ਸੁਣਿਆ ਵੀ ਜੀਪੀਸ ਨੂੰ ਕਿਹਾ ਉੱਥੇ ਇੱਕ ਉਹਨੀ ਕਰ ਰਹੇ ਟਰਾਇਲ ਕਰ ਰਹੇ ਆ ਕੁਛ ਇੱਕ ਏਰੀਏ ਵਿੱਚ, ਤੇ ਜੀਪੀਸ ਨੇ ਪ੍ਰਸਕ੍ਰਿਪਸ਼ਨ ਦਿਆ ਕਰਨੀ ਐਕਸਰਸਾਈਜ਼ ਲਈ। ਰੀਅਲੀ? ਯੈਸ ਰਾਈਟ ਯਾ। ਸੋ ਜਿਹਨਾਂ ਕੋਲ ਕੋਈ ਫੈਸਿਲਿਟੀ ਨਹੀਂ ਹੈਗੀ ਉਹਨਾਂ ਲਈ ਫ੍ਰੀ ਹੋਏਗੀ ਵੀ ਜਾ ਕੇ ਤੁਸੀਂ ਐਕਸਰਸਾਈਜ਼ ਕਰੋ। ਪਰ ਭਾਜੀ ਅਸੀਂ ਦੇਖੋ ਜਿੱਦਾਂ ਮੈਂ ਐਗਜ਼ਾਮਪਲ ਦਿੱਤਾ ਫੌਜਾ ਸਿੰਘ ਦਾ ਤੇ ਮੇਰੇ ਬ੍ਰਦਰ ਦਾ ਦਿੱਤਾ, ਅਸੀਂ ਗੱਲ ਸੁਣ ਕੇ ਇੱਧਰੋਂ ਪਾ ਕੇ ਇੱਧਰੋਂ ਕਰ ਦਿੰਦੇ ਹਾਂ। ਯਾਰ ਰੱਬ ਨੇ ਉਹਨੂੰ ਉਮਰ ਬਖਸ਼ੀ ਹੈ, ਉਹਦਾ ਮੰਗ ਕੇ ਨਹੀਂ ਉਹਨੇ ਲਿੱਤੀ, ਉਹਨੇ ਕੁਛ ਹਿੰਮਤ ਕਰਕੇ ਇੱਦਾਂ ਉਹ ਪਹੁੰਚਿਆ ਉਹਦਾ। ਹਾਂਜੀ ਬੇਸ਼ੱਕ ਉਮਰ ਦਿੱਤੀ ਹੋਵੇ, ਹੈਲਥੀ ਰਹਿਣ ਦਾ ਤਾਂ ਤੁਹਾਡਾ ਆਪਣੀ ਚਲੋ ਥੋੜੀ ਬਹੁਤੀ। ਹਾਂ ਹਾਂਜੀ ਦੈਟਸ ਰਾਈਟ। ਤੇ ਐਕਸਰਸਾਈਜ਼ ਕਰੋਗੇ ਤਾਂ ਹੈਲਥੀ ਰਹੋਗੇ, ਡਾਈਟ ਸਹੀ ਰੱਖੋਗੇ ਤਾਂ ਹੈਲਥੀ ਰਹੋਗੇ। ਮੈਂ ਇਹ ਸਾਰੀ ਗੱਲਾਂ ਦਾ ਨਿਚੋੜ ਕਰਦਾ, ਐਕਸਰਸਾਈਜ਼ ਤੇ ਵਾਕ ਜਿਹੜੀ ਹੈਗੀ ਨਾ ਬਹੁਤ ਇੰਪੋਰਟੈਂਟ ਹੈ ਭਾਜੀ, ਬਹੁਤ ਇੰਪੋਰਟੈਂਟ ਹੈ। ਅਗਰ ਜੇ 93 ਸਾਲ ਦਾ ਬੰਦਾ ਘਰ ਐਕਸਰਸਾਈਜ਼ ਕਰ ਸਕਦਾ ਤੇ 70 ਸਾਲ ਦੇ ਨੂੰ ਕੀ ਤਕਲੀਫ ਹੈਗੀ? ਉਹ ਕਿਉਂ ਨਹੀਂ ਕਰ ਸਕਦਾ ਫਿਰ? ਦੈਟਸ ਰਾਈਟ। ਹਾਂਜੀ ਉਹ ਆਪਣਾ ਫੌਜਾ ਸਿੰਘ 100 ਸਾਲ ਤੋਂ ਉੱਪਰ ਹੈ, ਮੈਰਾਥਨ ਜਾਂਦੇ ਨੇ ਹਾਲੇ ਵੀ। ਵੈਰੀ ਗੁੱਡ ਦੈਟਸ ਰਾਈਟ। ਸੋ ਬਹੁਤੀ ਨਾ ਕਰੋ, ਥੋੜੀ ਤਾਂ ਕਰ ਲਓ, ਹੌਲੀ ਸਟਾਰਟ ਕਰੋ, ਇੱਕਦਮ ਨਾ ਇਕੱਠੀ ਕਰ ਦਿਓ, ਨਹੀਂ ਤਾਂ ਤੁਹਾਡੀ ਕੋਈ ਨਾ ਕੋਈ ਮਸਲ ਸਟ੍ਰੇਨ ਹੋ ਜਾਊਗਾ। ਪਰ ਥੋੜੀ ਕਰਕੇ ਹੌਲੀ ਬਿਲਡ ਅਪ ਕਰ ਸਕਦੇ ਐਕਸਰਸਾਈਜ਼। ਪਲੀਜ਼ ਕਾਲ ਕਰੋ 0121 551 1001। ਕਿਸੇ ਵੀ ਤਰ੍ਹਾਂ ਦਾ ਸਵਾਲ ਆ, ਦੇਖੋ ਮੈਂ ਤੁਹਾਡੇ ਬਿਹਾਫ ਤੇ ਥੋੜੀ ਬਹੁਤੀ ਗੱਲਾਂ ਕਰਦਾ, ਕਿਸੇ ਦਾ ਵੀ ਕੋਈ ਸਵਾਲ ਹੁੰਦਾ ਮੈਂ ਹਮੇਸ਼ਾ ਉਹਦਾ ਦੋਸਤ ਦਾ ਨਾਮ ਨਹੀਂ ਲੈਂਦਾ, ਲੇਕਿਨ ਮੈਨੂੰ ਪਤਾ ਸੀ ਮੇਰੇ ਬ੍ਰਦਰ ਨੇ ਮਾਈਂਡ ਨਹੀਂ ਕਰਨਾ ਕਿਉਂਕਿ ਉਹਨੇ ਅੱਛਾ ਅਚੀਵ ਕੀਤਾ ਲਾਈਫ 'ਚ, ਤਾਂ ਮੈਂ ਨਾਮ ਲੈ ਲਿਆ। ਕੋਈ ਵੀ ਹੁੰਦਾ ਮੈਂ ਉਹਦਾ ਨਾਮ ਲੈ ਕੇ ਉਹਦੀ ਤਾਰੀਫ, ਉਹਨੂੰ ਇੰਸਪਾਇਰ ਕਰੋ ਕਿ ਬੰਦਾ ਇੱਥੇ ਤੱਕ ਪਹੁੰਚਿਆ, ਹਿੰਮਤ ਨਾਲ ਪਹੁੰਚਿਆ। ਇੰਨੀਆਂ ਬਿਮਾਰੀਆਂ ਦੇ ਬਾਵਜੂਦ ਇੰਨੀ ਵੱਡੀ ਉਮਰ ਹੋਣ ਦੇ ਨਾਲ ਫਿਰ ਵੀ ਬੰਦਾ ਇੰਨਾ ਖਿੱਚ ਕੇ ਪਹੁੰਚ ਜਾਂਦਾ ਭਾਜੀ, ਬੜੀ ਵੱਡੀ ਗੱਲ। ਬਹੁਤ ਵੱਡੀ ਗੱਲ ਹੈ, ਵਧਾਈਆਂ ਜੀ ਉਹਨੂੰ, ਬਹੁਤ ਵੱਡੀ ਗੱਲ ਹੈ। ਕੱਲ੍ਹ ਨੂੰ ਆਪਣਾ ਤੁਹਾਡਾ ਮੇਰਾ ਕੀ ਪਤਾ ਕੀ ਹੋਣਾ ਕਿਸੇ ਨੂੰ, ਲਾਈਫ ਦਾ ਕਿਸੇ ਨੂੰ ਨਹੀਂ ਪਤਾ ਹੈਗਾ। ਕਿੰਨੇ ਯੰਗ ਡਾਕਟਰ ਜੀ ਕੋਲ ਬਿਫੋਰ ਆਪਾਂ ਕਿਹਦੇ ਤੇ ਸਬਜੈਕਟ ਤੇ ਗੱਲ ਕਰੀਏ? ਐਲਰਜੀਸ ਇਨ ਚਿਲਡਰਨ ਭਾਜੀ ਬਹੁਤ ਇੰਪੋਰਟੈਂਟ ਹੈ। ਹਾਂਜੀ ਮੈਂ ਇੰਗਲਿਸ਼ ਚੈਨਲ ਤੇ ਦੇਖਦਾ ਸੀ ਕਿ 1 in 3 ਬੱਚੇ ਐਲਰਜੀ ਤੋਂ ਸਫਰ ਕਰਦੇ ਨੇ। ਹਾਂਜੀ ਵਧੀ ਜਾਂਦਾ ਕੰਮ, ਵਧੀ ਜਾਂਦਾ, ਬਹੁਤ ਵਧੀ ਜਾਂਦਾ। ਚਲੋ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਾਲ ਲੈ ਲਈਏ, ਮੈਨੂੰ ਲੱਗਦਾ ਕਾਲ ਵਾਪਸ ਨਿਕਲ ਗਿਆ। ਪਲੀਜ਼ ਫੇਰ ਟਰਾਈ ਕਰੋ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕਰੋ। ਸਤਿ ਸ਼੍ਰੀ ਅਕਾਲ ਜੀ। ਮੈਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ, ਕਿੱਥੋਂ ਬੋਲਦੇ ਹੋ, ਕੌਣ ਬੋਲਦੇ ਹੋ ਜੀ? ਮੈਂ ਦਲੀਪ ਸਿੰਘ ਬੋਲਦਾ ਬੇਸਰਾਮ ਤੋਂ। ਦਲੀਪ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ। ਹੁਣ ਤੁਸੀਂ ਗੱਲ ਕਰੋ, ਜਿੱਦਾਂ ਡਾਕਟਰ ਜੀ ਜਵਾਬ ਦੇਣਗੇ ਤੁਹਾਨੂੰ। ਮੈਂ ਅੱਛਾ ਬੋਲੋ ਜੀ। ਹਾਂ ਜੀ ਡਾਕਟਰ ਸਾਹਿਬ, ਮੈਂ ਦਲੀਪ ਸਿੰਘ ਹਾਂ। ਹਾਂਜੀ ਮੇਰਾ ਹੈਗਾ ਸਕਿਨ ਦੀ ਪ੍ਰੋਬਲਮ ਆ। ਹਾਂਜੀ ਭਾਜੀ ਮੈਨੂੰ ਖੁਰਕ ਆਉਂਦੀ ਆ ਕਈਆਂ ਸਾਲਾਂ ਦੀ। ਅੱਛਾ ਹੁਣ ਤਾਂ ਇੱਥੇ ਵੀ ਪੈਰਾਂ ਤੋਂ ਲਾ ਕੇ ਸਿਰ ਤਾਈਂ ਆਉਂਦੀ ਹੈ। ਓ ਡੀਅਰ। ਬਹੁਤ ਜ਼ਿਆਦਾ ਆਉਂਦੀ ਹੈ, ਬਹੁਤ ਪ੍ਰੋਬਲਮ ਆ, ਜ਼ਿਆਦਾ ਆ। ਮੈਂ ਕਈ ਵਾਰ ਟੈਲੀਫੋਨ ਕੀਤਾ, ਤੁਹਾਡਾ ਟੈਲੀਫੋਨ ਹੀ ਨਹੀਂ ਮਿਲਿਆ। ਅੱਛਾ ਲੱਗਾ ਹੀ ਨਹੀਂਗਾ। ਚਲੋ ਕੋਈ ਨਹੀਂ। ਤੇ ਇਹਦਾ ਕੋਈ ਇਲਾਜ ਦੱਸੋ ਕਿਸ ਤਰ੍ਹਾਂ? ਬਹੁਤ ਮੈਂ ਕੋਸ਼ਿਸ਼ ਕੀਤੀ ਆ ਇਹਦੇ ਬਾਰੇ ਕਿ ਹੈਗਾ ਵੀ ਸਾਰੇ ਸਰੀਰ ਤੇ ਆਉਂਦੀ ਆ। ਹਾਂਜੀ ਤੁਹਾਨੂੰ ਸ਼ੂਗਰ ਡਾਇਬੀਟੀਜ਼ ਨਹੀਂ?
ਕੰਨਾਂ 'ਚ ਵੀ ਆਉਂਦੀ ਸਾਰੇ, ਹੁਣ ਕੀ ਦੱਸਾਂ, ਸਾਰੀ ਬਾਡੀ ਤੇ ਹੀ ਆਉਂਦੀ ਆ। ਹਾਂਜੀ, ਸ਼ੂਗਰ ਡਾਇਬੀਟੀਜ਼ ਤਾਂ ਨਹੀਂ ਤੁਹਾਨੂੰ? ਹਾਂਜੀ, ਸ਼ੂਗਰ ਦੀ ਬਿਮਾਰੀ ਤਾਂ ਨਹੀਂ ਤੁਹਾਨੂੰ? ਹੋਰ ਬਿਮਾਰੀ ਤੇ ਕਈ ਹੈਗੀਆਂ ਆ। ਹਾਂਜੀ, ਪਰ ਇਹ ਜ਼ਿਆਦਾ ਪਹਿਲਾਂ ਇਹੀ ਆ। ਅੱਛਾ ਅੱਛਾ ਜੀ। ਇਹ ਹੋ ਸਕਦਾ ਵੀ ਤੁਸੀਂ ਕੋਈ ਦਵਾਈ? ਕਿਉਂਕਿ ਉੱਦਾਂ ਤਾਂ ਮੇਰਾ ਜਿੱਦਾਂ ਸਪੇਸ ਬੋਕਰ ਵੀ ਪਾਇਆ ਆ। ਹਾਂਜੀ, ਹਾਰਟ ਦੇ ਉੱਤੇ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਮੇਰੀ ਕਿਡਨੀ ਦੀ ਵੀ ਲੇਜ਼ਰ ਹੋਈ ਆ। ਕਿਡਨੀ ਮੇਰੀ ਕੈਂਸਰ ਹੋ ਗਈ ਸੀਗੀ। 2 ਸਾਲ ਤੇ 3-4 ਮਹੀਨੇ ਹੋ ਗਏ ਆ। ਜ਼ਿਆਦਾ ਹੀ ਹੋ ਗਏ ਆ, 2.5 ਸਾਲ ਹੀ ਹੋ ਚੱਲੇ ਆ। ਹਾਂਜੀ, ਲਿਵਰ ਦਾ ਤਾਂ ਨਹੀਂ ਕੋਈ ਪ੍ਰੋਬਲਮ? ਹਾਂਜੀ, ਲਿਵਰ ਦਾ ਤਾਂ ਨਹੀਂ ਕੋਈ ਪ੍ਰੋਬਲਮ? ਲਿਵਰ ਠੀਕ ਹੈ। ਅੱਛਾ ਅੱਛਾ ਜੀ। ਸੋ ਹੋ ਥੋੜਾ ਜਿਹਾ ਉੱਚੀ ਬੋਲਿਓ, ਮੈਨੂੰ ਪੂਰੀ ਗੱਲ ਨਹੀਂ ਸੁਣਦੀ। ਹਾਂਜੀ ਹਾਂਜੀ, ਅੱਛਾ। ਮੈਂ ਹੋ ਸਕਦਾ ਤੁਸੀਂ ਕਾਫੀ ਦਵਾਈਆਂ ਖਾਂਦੇ ਹੋ ਨਾ, ਕੋਈ ਦਵਾਈ ਤੋਂ ਵੀ ਐਲਰਜੀ ਹੋ ਸਕਦੀ ਤੁਹਾਨੂੰ? ਹਾਂਜੀ, ਜਿਹੜੀਆਂ ਤੁਸੀਂ ਦਵਾਈਆਂ ਖਾਂਦੇ ਆ, ਹਾਂਜੀ, ਦਵਾਈ ਤੋਂ ਵੀ ਐਲਰਜਿਕ ਹੋ ਕੇ ਸਾਰੇ ਸਰੀਰ ਵਿੱਚ ਖਾਜ ਆਉਣ ਲੱਗ ਪੈਂਦੀ ਆ। ਹਾਂਜੀ, ਇਹ ਵੀ ਪੋਸੀਬਿਲਿਟੀ ਹੈਗੀ ਆ, ਕਿਉਂਕਿ ਜਿਹੜਾ ਐਕਸਮਾ ਹੁੰਦਾ ਉਹ ਤਕਰੀਬਨ ਸਾਰੇ ਸਰੀਰ ਤੇ ਨਹੀਂ ਹੁੰਦਾ ਕਦੇ ਵੀ। ਹਾਂਜੀ, ਸੋ ਹੋ ਸਕਦਾ ਜਦੋਂ ਕੋਈ ਐਲਰਜੀ ਹੁੰਦੀ ਉਹ ਤਕਰੀਬਨ ਸਾਰੇ ਸਰੀਰ ਤੇ ਹੁੰਦੀ ਆ। ਉਹ ਤਾਂ ਫਿਰ ਐਲਰਜੀ ਹੈ ਨਾ, ਤਕਰੀਬਨ ਹੈਗੀ ਆ। ਹਾਂਜੀ, ਦੈਟਸ ਰਾਈਟ। ਸੋ ਜਾਂ ਤਾਂ ਇਹਦੇ ਨਾਲ ਮੈਂ ਗਾਂ ਦਾ ਦੁੱਧ ਨਹੀਂ ਪੀ ਸਕਦਾ, ਦਹੀਂ ਨਹੀਂ ਖਾ ਸਕਦਾ, ਨਟ ਨਹੀਂ ਕੋਈ ਵੀ ਖਾ ਸਕਦਾ। ਹਾਂਜੀ ਹਾਂਜੀ, ਪੀਨਟ ਜਾਂ ਬਦਾਮ ਵਗੈਰਾ ਕੋਈ ਚੀਜ਼ ਹੈ। ਠੀਕ ਹੈ ਜੀ, ਇੱਦਾਂ ਦੀਆਂ ਚੀਜ਼ਾਂ ਹੈਗੀਆਂ। ਹਾਂਜੀ, ਚਲੋ ਕੋਈ ਨਹੀਂ, ਤੁਸੀਂ ਇੱਕ ਵਾਰੀ ਫੇਰ ਟਰਾਈ ਕਰਿਓ, ਜੇ ਨਾ ਲੱਗਾ ਫੋਨ ਤੁਸੀਂ ਟੈਕਸਟ ਕਰ ਦਿਓ ਮੈਨੂੰ। ਓਕੇ, ਥੈਂਕ ਯੂ ਭਾਜੀ। ਮੈਂ ਤੁਹਾਨੂੰ ਜ਼ਰਾ ਫੋਨ ਰੱਖ ਦਿਓ, ਮੈਂ ਥੋੜ੍ਹਾ ਤੁਹਾਡੇ ਬਾਰੇ ਗੱਲਬਾਤ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਡਾਕਟਰ ਨੂੰ ਕਿੱਦਾਂ ਤੁਸੀਂ ਕੰਟੈਕਟ ਕਰਨਾ। ਜਦੋਂ ਵੀ ਤੁਸੀਂ ਫੋਨ ਕਰਦੇ ਕਿਸੇ ਬਿਮਾਰੀ ਦਾ, ਉਹਦੇ ਉੱਪਰ ਮੈਂ ਜ਼ਰੂਰ ਐਲੈਬੋਰੇਟ ਕਰਦਾ, ਉਹਦੇ ਬਾਰੇ ਥੋੜ੍ਹੀ ਚਰਚਾ ਕਰਦੇ ਹਾਂ। ਪਹਿਲੀ ਗੱਲ ਤਾਂ ਸਾਡੇ ਹੈੱਡ ਆਫਿਸ ਨੂੰ ਕਾਲ ਕਰਕੇ ਸਾਡੇ ਕਾਲ ਸੈਂਟਰ ਤੋਂ ਡਾਕਟਰ ਦਾ ਨੰਬਰ ਲਵੋ। ਇੱਕ ਸਪੈਸ਼ਲ ਨੰਬਰ ਹੈ ਜਿਹੜਾ ਤੁਸੀਂ ਮੰਡੇ, ਵੈਨਸਡੇ, ਫਰਾਈਡੇ ਓਨਲੀ 10 ਤੋਂ 11 ਕਾਲ ਕਰਨਾ, ਨਾ 10 ਤੋਂ ਪਹਿਲਾਂ ਨਾ 11 ਤੋਂ ਬਾਅਦ। ਅਗਰ ਤੁਹਾਡਾ ਕਾਲ ਬਾਈ ਚਾਂਸ ਕਿਸੇ ਹਾਲਾਤ ਡਾਕਟਰ ਜੀ ਨਾ ਆਨਸਰ ਕਰਨ, ਵੌਇਸਮੇਲ ਨਹੀਂ ਛੱਡਣੀ, ਤੁਸੀਂ ਟੈਕਸਟ ਕਰ ਦਿਓ, ਔਰ ਡਾਕਟਰ ਜੀ ਪੱਕਾ ਤੁਹਾਨੂੰ ਇੱਕ ਅੱਧੇ ਦਿਨ ਦੇ ਵਿੱਚ ਜਦੋਂ ਵੀ ਮੌਕਾ ਲੱਗਿਆ ਤੁਹਾਨੂੰ ਕਾਲ ਕਰਨਗੇ। ਸੋ ਸਾਡੇ ਕਾਲ ਸੈਂਟਰ ਤੋਂ ਕਾਲ ਲੈ ਲਓ ਨੰਬਰ, ਅਤੇ ਮੰਡੇ, ਵੈਨਸਡੇ, ਫਰਾਈਡੇ ਕਾਲ ਕਰਿਓ। ਡਾਕਟਰ ਜੀ ਹੁਣ ਸਕਿਨ ਦੀ ਗੱਲ ਕਰਦੇ ਹਾਂ, ਇਹ ਐਲਰਜੀ ਬੜਾ ਕੁਝ ਹੋ ਸਕਦਾ, ਬੜੀ ਪ੍ਰੋਬਲਮ ਹੈਗੀ ਹੈ ਲੋਕਾਂ ਨੂੰ। ਆਪਣੇ ਬਜ਼ੁਰਗਾਂ ਵਿੱਚ ਮੈਂ ਦੇਖਿਆ, ਪਲੀਜ਼ ਮਾਈਂਡ ਨਾ ਕਰੋ ਕਿਉਂਕਿ ਮੈਂ ਤਾਂ ਬਿਮਾਰੀ ਬਾਰੇ ਡਿਸਕਸ ਕਰਦਾ, ਸਕਿਨ ਬਹੁਤ ਖਰਾਬ ਹੁੰਦੀ ਹੈ। ਅਸੀਂ ਸਕਿਨ ਦੀ ਕੇਅਰ ਨਹੀਂ ਕਰਦੇ। ਹੁਣ ਗਰਮੀਆਂ ਕਰਕੇ ਕਈ ਲੋਕੀ ਨਾ ਸ਼ੂਜ਼ ਨਹੀਂ ਪਾਏ ਉਹਨਾਂ ਨੇ, ਅਤੇ ਉਹਨਾਂ ਦੇ ਪੈਰਾਂ ਦੇ ਹਾਲਾਤ ਬਹੁਤ ਖਰਾਬ ਹੈਗੇ। ਮੈਂ ਦੇਖਿਆ ਭਾਜੀ, ਰੀਅਲੀ ਸਕਿਨ ਖਰਾਬ ਹੈਗੀ। ਹਾਂਜੀ, ਇਹ ਤੁਸੀਂ ਐਕਚੁਅਲੀ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ। ਮੈਂ ਦੇਖਿਆ ਪੈਰਾਂ ਦਾ ਖਿਆਲ ਕੋਈ ਵੀ ਨਹੀਂ ਰੱਖਦਾ, ਨਹੀਂ ਕਰਦਾ ਭਾਜੀ, ਨਹੀਂ ਕਰਦੇ ਹੈਗੇ। ਤੁਸੀਂ ਕਦੇ ਚੈੱਕ ਕਰੋ ਕਿਸੇ ਦੇ ਪੈਰ, ਉਹਨਾਂ ਦੇ ਨਹੁੰ, ਬਹੁਤ ਬੁਰਾ ਹਾਲ ਹੋਊਗਾ ਉਹਨਾਂ ਦਾ। ਭਾਜੀ ਮੈਂ ਦੇਖਿਆ ਜਿਹੜੇ, ਆਮ ਸੌਰੀ ਟੂ ਸੇ ਦੈਟ, ਦੇਖੋ ਇੱਦਾਂ ਨਹੀਂ ਹੁੰਦਾ ਕਿ ਮੈਂ ਦਗੋਚਾਂ ਕਰਦਾ ਕਿਸੇ ਦੀ, ਮੇਰਾ ਹੁੰਦਾ ਕਿ ਮੈਂ ਬਿਮਾਰੀ ਵੱਲ ਜ਼ਿਆਦਾ ਧਿਆਨ ਦਿੰਦਾ ਹਾਂ। ਭਾਜੀ ਉਹਨਾਂ ਦੀ ਸਕਿਨ ਦੇ ਉੱਪਰ ਮੈਂ ਕਿਸੇ ਬੰਦੇ 'ਤੇ ਦੇਖਿਆ, ਮੈਂ ਕਿਹੜਾ ਕਿਸੇ ਦਾ ਨਾਮ ਲੈ ਰਿਹਾ, ਜਿਹਨੂੰ ਪਤਾ ਮੈਂ ਜਿਹਦੀ ਗੱਲ ਕਰਦਾ ਉਹਨੂੰ ਪਤਾ ਲੱਗ ਜਾਣਾ, ਅਤੇ ਉਹਦੇ ਸਕਿਨ ਦੇ ਉੱਪਰ ਨਾ ਇੱਦਾਂ ਕਰਕੇ ਉੱਪਰ ਟੌਪ 'ਤੇ ਰੈਸ਼ ਹੋਈ ਹੈ। ਮੈਂ ਕਿਹਾ ਕਿ ਕਹਿੰਦਾ ਯਾਰ ਬੜੀ ਦੇਰ ਦੀ ਇੱਦਾਂ ਹੀ ਰਹਿੰਦੀ ਹੈ। ਸੋ ਉਹਨੇ ਐਕਸੈਪਟ ਕਰ ਲਿਆ ਹੋਇਆ ਇੱਦਾਂ ਰਹਿੰਦੀ ਹੈ। ਹਾਂਜੀ, ਦੈਟਸ ਰਾਈਟ। ਨਹੀਂ ਇੱਦਾਂ ਭਾਜੀ, ਜਿਹੜਾ ਆਪਣਾ ਪੈਰਾਂ ਦੀਆਂ ਤਲੀਆਂ ਹੈ ਨਾ, ਉੱਥੇ ਆਇਲ ਗਲੈਂਡਸ ਹੈ ਨਹੀਂ ਗੇ, ਸੋ ਉਹ ਡਰਾਈ ਬਹੁਤ ਜਲਦੀ ਹੋ ਜਾਂਦੇ ਆ, ਅਤੇ ਉਹ ਕਦੇ ਕਦੇ ਉਹਨਾਂ ਨੂੰ ਕਰੀਮ ਲਾਉਣੀ ਚਾਹੀਦੀ, ਮਸਾਜ ਕਰਨਾ ਚਾਹੀਦਾ, ਪੱਕਾ ਚਾਹੀਦਾ। ਦੈਟਸ ਰਾਈਟ, ਪੱਕਾ ਚਾਹੀਦਾ, ਕਰਕੇ ਨਹੀਂ ਤਾਂ ਡਰਾਈ ਹੁੰਦੇ ਰਹਿੰਦੇ, ਜ਼ਿਆਦਾ ਡਰਾਈ ਹੋ ਜਾਂਦੇ, ਫਿਰ ਨਹੁੰ ਜਿਹੜੇ ਉਹ ਵੀ ਬਹੁਤ ਡਰਾਈ ਹੋਣ ਲੱਗ ਪੈਂਦੇ ਆ, ਅਤੇ ਫਿਰ ਜਿਹੜੇ ਉਹ ਨਹੁੰ ਆ ਉਹ ਖਰਾਬ ਵੀ ਹੋ ਸਕਦੇ, ਉਹਨਾਂ 'ਚ ਫੰਗਲ ਇਨਫੈਕਸ਼ਨ ਆ ਜਾਂਦੀ ਹੈ। ਭਾਜੀ ਮੈਜੋਰਿਟੀ ਲੋਕਾਂ ਦੇ ਫੰਗਸ ਪਈ ਹੈ। ਦੈਟਸ ਰਾਈਟ। ਸੋ ਪੈਰਾਂ ਦਾ ਵੀ ਖਿਆਲ ਰੱਖਣਾ ਚਾਹੀਦਾ, ਇਗਨੋਰ ਨਾ ਕਰੋ ਆਪਣੇ ਪੈਰਾਂ ਨੂੰ। ਡਾਕਟਰ ਜੀ ਜਿਹੜੀ ਕਰੀਮ ਦੀ ਗੱਲ ਕਰਦੇ ਹੋ, ਜਿੱਦਾਂ ਸਰੋਂ ਦਾ ਤੇਲ ਹੋਇਆ ਜਾਂ ਬੇਬੀ ਆਇਲ ਹੋਇਆ, ਉਹ ਵੀ ਤੁਸੀਂ ਮਲ ਸਕਦੇ ਹੋ? ਮਲ ਸਕਦੇ ਹਾਂ, ਬਸ ਤੁਸੀਂ ਕਰੀਮ ਲਾਓਗੇ, ਮੋਇਸਚਰਾਈਜ਼ ਹੀ ਕਰਨਾ ਉਹਨੂੰ, ਮੋਇਸਚਰਾਈਜ਼ ਕਰੋ ਬੈਟਰ ਆ। ਅਤੇ ਇੱਦਾਂ ਤੇਲ ਆ ਵੀ ਤਾਂ ਉਹ ਮੋਇਸਚਰਾਈਜ਼ ਤਾਂ ਨਹੀਂ ਕਰਦਾ ਹੈ ਤੇਲ, ਪਰ ਉਹ ਸਕਿਨ ਨੂੰ ਸੌਫਟ ਕਰ ਦਿੰਦਾ। ਦੈਟਸ ਰਾਈਟ। ਸੋ ਤੇਲ ਵੀ ਲਾ ਸਕਦੇ ਹਾਂ, ਕਰੀਮ ਵੀ ਲਾ ਸਕਦੇ ਹਾਂ, ਪਰ ਮੇਨ ਥਿੰਗ ਇਹ ਉਹਨੂੰ ਡਰਾਈ ਨਾ ਹੋਣ ਦਾ ਬਹੁਤਾ ਪੈਰ ਨੂੰ। ਪਰ ਕਈ ਲੋਕ ਬਹੁਤ ਸ਼ੂਜ਼ ਵਗੈਰਾ ਨਹੀਂ ਪਾਉਂਦੇ, ਉਹ ਜ਼ਿਆਦਾ ਸਲੀਪਰ ਪਾ ਕੇ ਰੱਖਦੇ, ਉਹਨਾਂ ਨੂੰ ਜ਼ਿਆਦਾ ਕੀ ਪ੍ਰੋਬਲਮ ਹੈ। ਹਾਲਾਂਕਿ ਦੇਖਿਆ ਜਾਵੇ ਕਿਉਂਕਿ ਉਹਨਾਂ ਨੂੰ ਘੱਟ ਹੋਣੀ ਚਾਹੀਦੀ ਹੈ, ਬੇਬੀ ਉਹਨੂੰ ਸਫਾ ਨਹੀਂ ਰੱਖਦੇ, ਪਤਾ ਨਹੀਂ ਕੀ ਗੱਲ ਹੈ। ਸਪੈਸ਼ਲੀ ਐਟ ਦਾ ਬੈਕ ਆਫ ਦਾ ਅੱਡੀਆਂ, ਜਿੱਦਾਂ ਚਮੜਾ ਨਹੀਂ ਹੁੰਦਾ ਭਾਜੀ, ਇੱਦਾਂ ਦੀ ਸਕਿਨ ਹੋ ਜਾਂਦੀ ਹੈ। ਹਾਂਜੀ ਹਾਂਜੀ, ਮੇਰੇ ਖਿਆਲ ਉਹ ਉਹਨਾਂ ਦਾ ਪਤਾ ਜ਼ਿਆਦਾ ਲੱਗ ਜਾਂਦਾ ਕਰਕੇ ਉਹਨੀ ਸੌਕਸ ਨਹੀਂ ਪਾਈਆਂ ਹੁੰਦੀਆਂ, ਜਿਹੜੇ ਪਾ ਕੇ ਰੱਖਦੇ ਉਹਨਾਂ ਤੁਹਾਨੂੰ ਪਤਾ ਨਹੀਂ ਲੱਗਦਾ। ਪਤਾ ਉਹੀ ਗੱਲਾਂ ਨੇ ਨਾ, ਨਹੀਂ ਪਤਾ, ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖੋ। ਰੱਬ ਨਾ ਕਰੇ ਕੱਲ੍ਹ ਨੂੰ ਤੁਹਾਨੂੰ ਅੱਡੀਆਂ ਫੱਟ ਵੀ ਜਾਂਦੀਆਂ। ਡਾਕਟਰ ਪੁਰਾਣੇ ਜ਼ਮਾਨੇ 'ਚ ਪਤਾ ਕੀ ਕਰਦੇ ਹੁੰਦੇ, ਮੈਨੂੰ ਯਾਦ ਆ ਅਫਰੀਕਾ ਦੇ ਵਿੱਚ
ਜਿਹਦੇ ਅੱਡੀਆਂ ਨੂੰ ਫਟ ਜਾਂਦੇ ਆ ਨਾ, ਵਿੱਚ ਕਰੈਕ ਪੈ ਜਾਂਦੇ ਆ, ਉਹਨੂੰ ਮੋਮਬੱਤੀ ਦੇ ਉਹ ਵੈਕਸ ਲਾਉਂਦੇ ਉਹ ਕਰਦੇ, ਉਹਦਾ ਫਰਕ ਪੈਂਦਾ ਵੈਸੇ? ਨਹੀਂ ਉਹਨਾਂ ਕੁਝ ਨਹੀਂ ਪੈਂਦਾ। ਵਾਈ ਯੂ ਪੀਪਲ ਯੂਜ਼ਡ ਟੂ ਡੂ ਦੈਟ? ਉਹ ਨਹੀਂ, ਆਈ ਡੋਨਟ ਨੋ, ਉਹਨਾਂ ਦਾ ਕੋਈ ਰਿਵਾਜ ਬਣਿਆ ਸੀਗਾ, ਦੇ ਰੀਤ ਬਣੀ ਸੀ ਪਹਿਲਾਂ। ਮੋਮਬੱਤੀ ਨੂੰ ਅੱਗ ਲਾ ਕੇ ਤਾਂ ਉਹਦੇ ਡ੍ਰੌਪ ਕਰਨਾ, ਗਰਮ ਉਹਦਾ। ਜੀ ਦੈਟਸ ਰਾਈਟ। ਪਤਾ ਨਹੀਂ ਕਿਉਂ ਕਰਦੇ ਸੀ, ਉਹ ਕਰੈਕ ਨੂੰ ਸੀਲ ਕਰਦੇ ਸੀ, ਪਰ ਉਹ ਤਾਂ ਰਹਿਣਾ ਨਹੀਂ ਸੀਗਾ, ਉਹ ਤਾਂ ਫਿਰ ਨਿਕਲ ਜਾਣਾ ਸੀ ਵਿੱਚੋਂ ਨਾ। ਬਟ ਐਨੀਵੇ, ਇਹਨਾਂ ਦੀ ਗੱਲ ਕਰੀਏ ਜਿਹੜੇ ਸਕਿਨ ਵਾਲੇ ਬਾਰੇ। ਹਾਂਜੀ। ਸੋ ਨੋਰਮਲੀ ਜਦੋਂ ਐਕਸਮਾ ਹੁੰਦਾ ਨਾ, ਪਈ ਚਮੜੀ ਖਰਾਬ ਹੁੰਦੀ ਆ, ਉਹ ਨੋਰਮਲੀ ਖਾਸ ਏਰੀਆਸ ਹੁੰਦੇ ਜਿੱਥੇ ਕ੍ਰੀਸਿਸ ਹੁੰਦੇ ਆ, ਹੈ ਨਾ, ਜਾਂ ਇੱਥੇ ਕੁਣੀਆਂ ਦੇ ਅੰਦਰਲੇ ਪਾਸੇ ਹੋ ਜਾਂਦਾ, ਗੋਡਿਆਂ ਦੇ ਪਿੱਛੇ ਹੋ ਜਾਂਦੀ ਹੈ, ਜਾਂ ਨੈਕ 'ਤੇ ਹੋ ਜਾਂਦੀ ਆ, ਜਿੱਥੇ ਜ਼ਿਆਦਾ ਕ੍ਰੀਸਿਸ ਹੁੰਦੇ ਸਕਿਨ ਦੇ ਨਾ, ਉੱਥੇ ਜ਼ਿਆਦਾ ਤਕਰੀਬਨ ਹੁੰਦੀ ਹੈ ਐਕਸਮਾ। ਅਤੇ ਉਹਦਾ ਹੋਰ ਏਰੀਆਸ 'ਤੇ ਵੀ ਹੋ ਸਕਦੀ, ਪਰ ਦੈਟਸ ਦ ਮੇਨ ਸਾਈਟਸ। ਅਤੇ ਹੁਣ ਇਹ ਨਹੀਂ ਦੱਸਿਆ ਵੀ ਮੇਰੀ ਸਾਰੀ ਸਰੀਰ 'ਤੇ ਹੁੰਦੀ ਹੈ ਖਾਜ। ਹਾਂਜੀ ਬਾਜੀ, ਕੰਨ ਵਿੱਚ ਸਾਰੇ ਪਾਸੇ ਆਲ ਦਾ ਟਾਈਮ ਵੇ ਫਰੋਮ ਹੈਡ ਟੂ ਫੁੱਟ ਕਹਿੰਦੇ, ਹੈ ਨਾ। ਸੋ ਇਹ ਮੋਸਟ ਲਾਈਕਲੀ ਹੈਗਾ ਵੀ ਐਕਸਮਾ ਨਹੀਂ ਹੈਗਾ, ਦੈਟਸ ਰਾਈਟ। ਅਤੇ ਇਹ ਹੈਗਾ ਕੋਈ ਐਲਰਜੀ ਹੋਣੀ ਕਿਸੇ ਚੀਜ਼। ਐਕਸਮਾ ਪਰ ਵੱਡੇ ਏਜ ਤਾਂ ਨਹੀਂ ਹੁੰਦਾ ਉੱਦਾਂ ਨੋਰਮਲੀ? ਹਾਂਜੀ, ਐਕਸਮਾ ਵੱਡੇ ਏਜ ਤਾਂ ਨਹੀਂ ਹੁੰਦਾ, ਬੱਚੇ ਨੂੰ ਹੁੰਦਾ? ਹੋ ਸਕਦਾ ਕਿਸੇ ਏਜ ਵੀ ਹੋ ਸਕਦਾ। ਅੱਛਾ, ਯੈਸ ਪੋਸੀਬਲ, ਪਰ ਬੱਚਿਆਂ ਨੂੰ ਜ਼ਿਆਦਾ ਹੁੰਦਾ ਅੱਜ ਕੱਲ੍ਹ। ਅਤੇ ਉਹ ਡਿਸਕਸ ਕਰਾਂਗੇ ਕਿ ਉਹ, ਅਤੇ ਪਰ ਜਿੱਦਾਂ ਨਹੀਂ ਕਿਹਾ ਵੀ ਇਹਨਾਂ ਦੇ ਮੋਸਟ ਲਾਈਕਲੀ ਹੈਗਾ ਵੀ ਐਲਰਜੀ ਹੈ ਇਹਨਾਂ ਨੂੰ, ਇਸ ਕਰਕੇ ਸਾਰੇ ਸਰੀਰ 'ਤੇ ਖਾਜ ਹੋ ਰਹੀ ਆ। ਅਤੇ ਜਾਂ ਤਾਂ ਇਹ ਦਵਾਈਆਂ ਕਾਫੀ ਖਾ ਰਹੇ ਆ, ਉਹਨਾਂ 'ਚ ਕੋਈ ਨਾ ਕੋਈ ਦਵਾਈ ਜਿਹਨੇ ਕਰਕੇ ਉਹਨਾਂ ਦੇ ਵੀ ਸਾਈਡ ਇਫੈਕਟ ਹੋ ਜਾਂਦੇ ਆ, ਜਾਂ ਇਹ ਕੋਈ ਨਾ ਕੋਈ ਫੂਡ ਆਈਟਮ ਖਾ ਰਹੇ ਆ, ਹਾਂਜੀ, ਉਹਦੇ ਨਾਲ ਇਹਨਾਂ ਨੂੰ ਐਲਰਜੀ ਹੋ ਰਹੀ ਆ। ਸੋ ਦੈਟਸ ਦ ਆਨਸਰ। ਭਾਜੀ ਦਿਲੀਪ ਸਿੰਘ ਜੀ, ਜਿੱਦਾਂ ਮੈਂ ਕਹਿ ਕੇ ਹਟਿਆ, ਡਾਕਟਰ ਜੀ ਨੂੰ ਬਹੁਤ ਕੁਝ ਸਵਾਲ ਪੁੱਛਦੇ ਨੇ ਜੋ ਕਿ ਔਨ ਏਅਰ ਨਹੀਂ ਪੁੱਛ ਸਕਦੇ ਤੁਹਾਡੇ ਬਾਰੇ। ਇਲਾਜ ਹੋ ਸਕਦਾ ਪੱਕਾ, ਕੁਛ ਨਾ ਕੁਛ ਤੁਹਾਨੂੰ ਦੱਸਣਗੇ, ਪਰ ਬੜੇ ਸਵਾਲ ਬਾਤ ਪੁੱਛਣੇ ਪੈਂਦੇ ਨੇ, ਤੁਹਾਡਾ ਲਾਈਫ ਸਟਾਈਲ ਦਾ, ਤੁਹਾਡੀ ਕਿੱਦਾਂ ਤੁਸੀਂ ਖਾਣੇ ਪੀਂਦੇ ਹੋ, ਹੋਰ ਬੜਾ ਕੁਛ, ਮੈਡੀਸਨ ਕਿਹੜੀ ਖਾਂਦੇ ਹੋ, ਕਾਊਂਟ ਕਰਦਾ ਸਾਰਾ ਕੁਛ ਹੀ। ਉਹਦੇ ਮੁਤਾਬਿਕ ਦੇਖ ਕੇ ਫਿਰ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਇਲਾਜ ਦੱਸਣਗੇ। ਅਤੇ ਕਾਲ ਕਰਿਓ ਪਲੀਜ਼ 10 ਤੋਂ 11 ਮੰਡੇ, ਵੈਨਸਡੇ, ਫਰਾਈਡੇ। ਜੀ ਡਾਕਟਰ ਜੀ, ਆਪਾਂ ਐਲਰਜੀ ਦੀ ਗੱਲ ਕਰੀਏ। ਹਾਂਜੀ ਦੈਟਸ ਰਾਈਟ। ਸੋ ਜਿੱਦਾਂ ਆਪਾਂ ਕਹਿ ਰਹੇ ਪਏ, ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਐਲਰਜੀ ਹੋ ਰਹੀ ਅੱਜ ਕੱਲ੍ਹ, ਅਤੇ ਇਹਦੇ ਕੁਛ ਖਾਸ ਰੀਜ਼ਨ ਹੈਗੇ ਆ। ਜਾਂ ਤਾਂ ਫੂਡ ਐਲਰਜੀ ਹੋ ਜਾਂਦੀ ਹੈ, ਕੋਈ ਉਹਨਾਂ ਨੂੰ ਫੂਡ ਨਹੀਂ ਪਚਦਾ ਹੈਗਾ, ਉਸੇ ਵੇਲੇ ਉਹਨਾਂ ਦੇ ਕੋਈ ਨਾ ਕੋਈ ਸਿੰਪਟਮ ਨਿਕਲੇ ਆਉਂਦੇ ਆ। ਅਤੇ ਜਾਂ ਕੰਟੈਕਟ ਐਲਰਜੀ ਵੀ ਹੁੰਦੀ ਆ, ਵੀ ਜਦੋਂ ਉਹ ਕਿਸੇ ਚੀਜ਼ ਨੂੰ ਹੱਥ ਲਾਉਂਦੇ ਆ ਜਾਂ ਸਕਿਨ ਨਾਲ ਕੰਟੈਕਟ ਹੁੰਦੀ, ਉਹਨਾਂ ਰੈਸ਼ ਹੋ ਜਾਂਦੀ ਆ। ਅਤੇ ਜਾਂ ਹੋ ਸਕਦੀ 에ਅਰਬੋਰਨ ਐਲਰਜੀ ਵੀ ਹੋ ਸਕਦੀ, ਵੀ ਹਵਾ 'ਚ ਜਾਂ ਕੋਈ ਚੀਜ਼ ਜਿਹੜੀ ਜਦੋਂ ਸਾਹ ਲੈਂਦੇ ਆ ਤਾਂ ਉਹਨਾਂ ਨੂੰ ਸਾਹ ਦਾ ਪ੍ਰੋਬਲਮ ਹੋ ਜਾਂਦਾ, ਜਾਂ ਛਿੱਕਾਂ ਆਉਣ ਲੱਗ ਪੈਂਦੀਆਂ, ਹਾਂਜੀ, ਤਾਂ ਜਾਂ ਨੱਕ ਵਗਣ ਲੱਗ ਪੈਂਦਾ, ਅਤੇ ਕਈਆਂ ਨੂੰ ਉਹ ਸਾਹ ਰੁਕਦਾ, ਫਿਰ ਸੀਟੀਆਂ ਵੱਜਣ ਲੱਗ ਪੈਂਦੀਆਂ ਜਦੋਂ ਸਾਹ ਲੈਂਦੇ ਆ। ਸੋ ਆਲ ਥੀਸ ਪ੍ਰੋਬਲਮਸ ਜਿਹੜੀਆਂ ਇਹ ਐਲਰਜੀ ਤੋਂ ਆਉਂਦੀਆਂ, ਅਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਐਲਰਜੀਜ਼ ਹੋ ਰਹੀਆਂ। ਪਰ ਜੀ 1 in 3 ਸਫਰ ਕਰਦਾ, ਦੈਟਸ ਅ ਬਿਗ ਨੰਬਰ। ਦੈਟਸ ਅ ਵੈਰੀ ਬਿਗ ਨੰਬਰ, ਵੈਰੀ ਬਿਗ ਨੰਬਰ ਦੈਟ ਇਜ਼। ਯੈਸ ਰਾਈਟ। ਅਤੇ ਇਹ ਹੁਣ ਰੀਸੈਂਟ ਟਾਈਮਸ ਇੰਨੇ ਹੋਏ ਆ, ਪਹਿਲਾਂ ਤਾਂ ਬੱਚਿਆਂ ਨੂੰ ਕਦੇ ਐਲਰਜੀ ਸੁਣੀ ਨਾ ਸੀਗੀ, ਹਾਂਜੀ, ਹੁਣ ਵਧੀ ਜਾਂਦਾ, ਜਾਣੀ ਵਧੀ ਜਾਂਦਾ। ਅਤੇ ਇਹਦੀ ਵਜ੍ਹਾ ਇਹੀ ਹੋ ਸਕਦੀ ਹੈ, ਜਿੱਥੇ ਤੇ ਮੇਰੀ ਐਕਸਪੀਰੀਅੰਸ ਹੈਗੀ ਆ 40 ਸਾਲ ਦੀ, ਵੀ ਇਹ ਜਿਹੜੇ ਕੈਮੀਕਲਸ ਸਾਡੇ ਸਰੀਰ ਵਿੱਚ ਅੰਦਰ ਜਾ ਰਹੇ ਆ, ਕੈਮੀਕਲਸ ਕਰਕੇ ਸਾਡਾ ਇਮਿਊਨ ਸਿਸਟਮ ਜਿਹੜਾ ਉਹ ਮਿਸਫਾਇਰ ਕਰਨ ਲੱਗ ਪੈਂਦਾ ਹੈ, ਹਾਂਜੀ, ਕਿਉਂਕਿ ਜਿਹੜਾ ਐਲਰਜਿਕ ਰਿਸਪੌਂਸ ਆ ਉਹ ਹੈਗਾ ਤਾਂ ਇੱਕ ਇਮਿਊਨ ਸਿਸਟਮ ਦਾ ਰਿਸਪੌਂਸ ਆ, ਹਾਂਜੀ, ਪਰ ਉਹ ਨੋਰਮਲ ਰਿਸਪੌਂਸ ਨਹੀਂ ਹੋ ਰਿਹਾ, ਹਾਂਜੀ, ਅਤੇ ਆਮ ਚੀਜ਼ਾਂ 'ਤੇ ਉਹ ਅਟੈਕ ਕਰ ਰਿਹਾ ਇਮਿਊਨ ਸਿਸਟਮ, ਅਤੇ ਇਟਸ ਨੋਟ ਦ ਨੋਰਮਲ ਰਿਐਕਸ਼ਨ, ਹਾਂਜੀ। ਸੋ ਜਿੱਦਾਂ ਹੁਣ ਕੈਮੀਕਲਸ ਹਰੇਕ ਚੀਜ਼ ਵਿੱਚ ਪਾਏ, ਫੂਡ ਵਿੱਚ ਕੈਮੀਕਲਸ ਪਾਏ, ਪੈਸਟੀਸਾਈਡਸ, ਹਰਬੀਸਾਈਡ ਛਿੜਕੇ ਜਾਂਦੇ ਆ ਕਣਕਾਂ 'ਤੇ, ਹਾਂਜੀ, ਅਤੇ ਹੋਰ ਜਿਹੜੀਆਂ ਫਸਲਾਂ, ਫਰੂਟਸ ਅਤੇ ਐਵਰੀਥਿੰਗ, ਅਤੇ ਉਹ ਜਿਹੜੇ ਕੈਮੀਕਲਸ ਜਦੋਂ ਅਸੀਂ ਖਾਂਦੇ ਸਾਡੇ ਅੰਦਰ ਜਮ੍ਹਾਂ ਹੁੰਦੇ ਆ, ਹਾਂਜੀ, ਅਤੇ ਉਹ ਇਮਿਊਨ ਸਿਸਟਮ ਨੂੰ ਅਪਸੈਟ ਕਰਦੇ ਆ। ਸੋ ਦਿਸ ਇਜ਼ ਵਨ ਆਫ ਦ ਮੇਨ ਰੀਜ਼ਨਸ। ਅਤੇ ਫਿਰ ਪੋਲਿਊਸ਼ਨ ਕਿੰਨੀ ਆ ਏਅਰ ਵਿੱਚ, ਹਾਂਜੀ, ਅਤੇ ਹੁਣ ਤੁਹਾਨੂੰ ਪਤਾ ਵੀ ਇਨਰ ਸਿਟੀਜ਼ ਵਿੱਚ ਜਿੱਥੇ ਜ਼ਿਆਦਾ ਪੋਲਿਊਸ਼ਨ ਆ, ਜਿੱਥੇ ਜ਼ਿਆਦਾ ਕਾਰਾਂ ਆ, ਉੱਥੇ ਬੱਚਿਆਂ ਨੂੰ ਜ਼ਿਆਦਾ ਸਾਹ ਦਾ ਪ੍ਰੋਬਲਮ ਹੁੰਦਾ ਹੈ, ਹਾਂਜੀ। ਸੋ ਜੋ ਉਹ ਸਾਹ ਰਾਹ ਅੰਦਰ ਜਾਂਦਾ ਉਹਨਾਂ ਦੇ ਕੈਮੀਕਲਸ, ਪੋਲਿਊਸ਼ਨ, ਉਹਦੇ ਨਾਲ ਉਹਨਾਂ ਨੂੰ ਸਾਹ ਦਾ ਪ੍ਰੋਬਲਮ ਹੋ ਜਾਂਦਾ, ਜਾਂ ਛਿੱਕਾਂ ਆਉਣ ਲੱਗ ਪੈਂਦੀਆਂ, ਹਾਂਜੀ। ਅਤੇ ਹੇ ਫੀਵਰ ਦੇ ਕੇਸ ਬਹੁਤ ਵਧੇ ਅੱਜ ਕੱਲ੍ਹ, ਹੁਣ ਛੋਟਿਆਂ ਬੇਬੀਜ਼ ਨੂੰ ਵੀ ਹੇ ਫੀਵਰ ਅੱਜ ਕੱਲ੍ਹ ਹੋ ਜਾਂਦਾ, ਹਾਂਜੀ, ਅੱਗੇ ਇਟ ਵਾਜ਼ ਅਨਹਰਡ, ਅਤੇ ਹੁਣ ਛੋਟੇ ਛੋਟੇ ਬੱਚਿਆਂ ਨੂੰ ਵੀ ਕਹਿੰਦੇ ਨਹੀਂ ਜੀ ਹੇ ਫੀਵਰ ਹੋ ਗਿਆ ਹੁਣ ਇਹਨੂੰ। ਸੋ ਦੀ ਐਲਰਜੀਸ ਇਸ ਕਰਕੇ ਵਧੀ ਜਾਂਦੀ ਹੈ, ਪੋਲਿਊਸ਼ਨ ਕਰਕੇ, ਕੈਮੀਕਲਸ ਕਰਕੇ, ਹਰੇਕ ਚੀਜ਼ ਵਿੱਚ ਕੈਮੀਕਲਸ ਪਾਈਆਂ ਜਾਂਦੀਆਂ, ਹਾਂਜੀ, ਯੂ ਕਾਂਟ ਗੈਟ ਅਵੇ ਫਰੋਮ ਇਟ। ਅਤੇ ਈਵਨ ਜਿਹੜੀਆਂ ਕਰੀਮਸ ਵੀ ਬਣਦੀਆਂ, ਸ਼ੈਂਪੂਜ਼ ਵੀ ਬਣਦੇ ਆ, ਉਹਦੇ ਵਿੱਚ ਵੀ ਸਾਰੇ ਕੋਈ ਨਾ ਕੋਈ ਕੈਮੀਕਲ ਪਾਇਆ ਹੁੰਦਾ। ਅਤੇ ਤੁਹਾਨੂੰ ਪਤਾ ਇੰਡੀਆ ਵਿੱਚ ਲੱਸੀ ਨਾਲ ਨਹਾਉਂਦੇ ਹੁੰਦੇ ਸੀ, ਸਿਰ ਨਹਾਉਂਦੇ ਸੀ ਲੱਸੀ ਦੇ ਨਾਲ, ਹਾਂਜੀ, ਅਤੇ ਨਾਈਸ ਐਂਡ ਕਲੀਨ ਹੋ ਜਾਂਦੇ ਸੀ ਵਾਲ।
ਤੇ ਉਹ ਨੈਚੁਰਲ ਚੀਜ਼ ਸੀਗੀ, ਉੱਦਾਂ ਦੀ ਇੱਦਾਂ ਐਲਰਜੀਸ ਨਹੀਂ ਸੀਗੀਆਂ ਉਸ ਵੇਲੇ। ਤੇ ਹੁਣ ਤੁਹਾਨੂੰ ਸ਼ੈਂਪੂਸ ਲੈਣੇ ਤੁਸੀਂ, ਉਹਦੇ ਵਿੱਚ ਕਿੰਨੇ ਕੈਮੀਕਲ ਪਾਏ ਹੁੰਦੇ, ਕਿੱਡੀ ਵੱਡੀ ਲਿਸਟ ਹੁੰਦੀ, ਤੁਸੀਂ ਪੜ੍ਹ ਕੇ ਦੇਖੋ ਇਨਗਰੀਡੀਐਂਟਸ ਕੀ ਕੀ ਹੈਗੇ ਆ। ਹਾਂਜੀ, ਸੋ ਕਾਂਟ ਡੂ ਯੂ ਐਨੀ ਗੁੱਡ। ਆਪਾਂ ਫਿਰ ਗੱਲ ਕਰ ਲੈਂਦੇ ਹਾਂ ਕਿਉਂਕਿ ਕਾਫੀ ਕੁਝ ਮੇਰੇ ਸਵਾਲ ਆਉਂਦੇ ਨੇ, ਆਪਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂ, ਆਪਣਾ ਨਾਮ ਦੱਸੋ ਕਿ ਕਿੱਥੋਂ ਬੋਲਦੇ ਹੋ? ਮੈਂ ਸਲੋ ਤੋਂ ਬੋਲਦੀ ਹਾਂ। ਹਾਂਜੀ, ਕੀ ਹੁਣ ਤੁਸੀਂ ਗੱਲ ਕਰੋ ਤੇ ਸਿੱਧਾ ਡਾਕਟਰ ਜੀ ਤੁਹਾਨੂੰ ਜਵਾਬ ਦੇਣਗੇ। ਬੋਲੋ ਜੀ। ਹਾਂਜੀ ਡਾਕਟਰ ਜੀ, ਮੈਂ ਉਹ ਗੱਲ ਕਰਦੀ ਸੀਗੀ, ਮੈਂ ਪੁੱਤ ਬਹੁਤ ਫੋਨਾਂ ਦਾ ਚੱਕਾ ਲੱਭਦੀ ਰਹੀ, ਤੁਹਾਡਾ ਨਹੀਂ ਲੱਭਾ, ਹਾਰ ਕੇ ਆ ਮੈਂ ਉਦੋਂ ਲਿਖਾਇਆ ਸੀਗਾ ਇਹਨਾਂ ਤੋਂ। ਹਾਂਜੀ। ਤੇ ਇਹ ਆਪੇ ਪਹਿਲਾਂ ਮੇਰਾ ਮੂੰਹ ਜਿਹੜਾ ਸੀ ਨਾ, ਮੈਂ ਦੰਦ ਪਟਾਏ ਸੀਗੇ। ਅੱਛਾ, ਦੰਦ ਪਟਾਏ ਸੀ। ਹਾਂਜੀ, ਪਟਾਇਆ ਤੇ ਉਹ ਕੋਈ ਨਹੀਂ, ਦੰਦ ਦੁੱਧ ਲਵਾ ਲਏ। ਲਵਾ ਕੇ ਤੇ ਮੁੜ ਕੇ ਮੈਂ ਕੀਤਾ ਇਸ ਤਰ੍ਹਾਂ ਹੀ, ਉਹ ਬਰੀਕ ਬਰੀਕ ਸੇਵੀਆਂ ਜਿਹੀਆਂ ਨਹੀਂ ਹੁੰਦੀਆਂ ਲੂਣ ਵਾਲੀਆਂ, ਹਾਂਜੀ, ਉਹ ਮੈਂ 2 ਕੁ ਚਿੱਥ ਲਈਆਂ। ਅੱਛਾ ਜੀ। ਉਹ ਨਾ ਤਾਂ ਮੇਰਾ 5 ਮਹੀਨੇ ਬਹੁਤ ਹੀ ਮੂੰਹ ਦੁਖਿਆ, ਬਹੁਤ ਇੰਨਾ ਦੁਖਦਾ ਰਿਹਾ। ਫਿਰ ਉਹਦੇ ਚ ਫਿਰ ਇਸ ਤਰ੍ਹਾਂ ਮੈਂ ਥੋੜੀ ਚੀਕਾਂ ਦੀ ਉਹਦੇ ਨਜ਼ਰ ਕੁੰਝ ਦਰਦ ਤਾਂ ਹੁੰਦੀ ਰਹੀ, ਪਰ ਜਿਹੜੀ ਆਰਾਮ ਰਿਹਾ, ਜਿਹੜੀਆਂ ਚੀਕਾਂ ਨਿਕਲਦੀਆਂ ਸੀਗੀਆਂ। ਹਾਂਜੀ ਹਾਂਜੀ। ਹੈਂ, ਹੁਣ ਕਦੀ ਮੈਂ ਕੁਛ ਲਾਉਣੀ ਆ, ਕਦੀ ਕੁਛ ਲਾਉਣੀ ਆ, ਕਦੀ ਹਟ ਜਾਂਦਾ, ਕਦੀ ਹੋ ਜਾਂਦਾ, ਜਿਵੇਂ ਨਾ ਪਾਣੀ ਜਿਹਾ ਬੰਦਾ ਭਰ ਜਾਂਦਾ। ਹਾਂਜੀ, ਤੁਸੀਂ ਮੁੜ ਕੇ ਡੈਂਟਿਸਟ ਕੋਲ ਨਹੀਂ ਗਏ ਜੀ? ਬਹੁਤ ਡਾਕਟਰਾਂ ਨੇ ਚੈੱਕ ਵੀ ਕਰਾਇਆ, ਹੁਣ ਵੀ ਕਰਾਇਆ ਸੀਗਾ, ਤੇ ਕੁਛ ਦੱਸਦੇ ਵੀ ਨਹੀਂ ਹੁੰਦੇ, ਸਾਨੂੰ ਦੀਦਾ ਹੀ ਨਹੀਂ। ਅੱਛਾ। ਤੇ ਜਦੋਂ ਕਾਲੀਆਂ ਮਿਰਚਾਂ ਜਾਣਿਆ ਪਈ ਮਲਦੀਆਂ, ਉਹ ਜੇ ਟੂਬ ਜੀ ਦਿੰਦੇ ਨਾ ਪਾਣੀ ਜੀ ਵਾਲੀ, ਉਹ ਵੀ ਲਾਉਣੀ ਆ। ਹਾਂਜੀ ਹਾਂਜੀ। ਜੇ ਪਾਣੀ ਨਿਕਲ ਜਾਂਦਾ, ਕੋਈ ਚੈਨ ਪੈ ਜਾਂਦਾ। ਹਾਂ, ਜਦ ਤੁਸੀਂ ਕੋਈ ਠੰਡਾ ਪੀਂਦੇ, ਪਾਣੀ ਬਹੁਤ ਨਿਕਲਦਾ। ਹਾਂਜੀ, ਜਦ ਤੁਸੀਂ ਠੰਡਾ ਪੀਂਦੇ ਜਾਂ ਗਰਮ ਪੀਂਦੇ, ਕੋਈ ਫਰਕ ਪੈਂਦਾ? ਨਹੀਂ, ਕੋਈ ਫਰਕ ਨਹੀਂ। ਅੱਛਾ ਜੀ। ਤੇ ਬਾਕੀ ਇਹ ਆ ਵੀ ਜਿਸ ਤਰ੍ਹਾਂ ਹੁਣ ਮੇਰੀਆਂ ਇਸ ਤਰ੍ਹਾਂ ਹੋਇਆ ਵੀ ਮੈਨੂੰ ਅੱਗੇ ਕੋਈ ਨਹੀਂ, ਸਾਲ ਕਦਾ ਨਾ ਜਾਣਿਆ ਨਾ ਪਿਆ, ਪਤਾ ਨਹੀਂ ਉਹ ਕਾਲੀਆਂ ਕਾਲੀਆਂ ਛਟੋਪੀਆਂ, ਗਰਮੀ ਤਾਂ ਅੱਗੇ ਵੀ ਬਹੁਤ ਸੀਗੀ, ਉਹਦੇ ਨਾਲ ਮੇਰਾ ਸਾਹ ਨਹੀਂ ਸੀ ਨਿਕਲਦਾ। ਅੱਛਾ। ਫਿਰ 2-3 ਅਸਕਰੇ ਖਚਾਏ, ਫਿਰ ਮਸ਼ੀਨ ਦੀ ਵੀ ਕੱਢਿਆ, ਕੁਛ ਨਹੀਂ ਆਇਆ। ਕਦੀ ਮੈਨੂੰ ਆਖਣ ਪਈ ਤੈਨੂੰ ਟੀਵੀ ਆ, ਕਈ ਆਖਣ ਤੈਨੂੰ ਦਮਾ ਹੈ, ਕੁਛ ਨਹੀਂ। ਮੁੜ ਕੇ ਨੇ ਗੋਲੀਆਂ ਦਿੱਤੀਆਂ, ਮੁੜ ਕੇ ਮੈਨੂੰ ਕੁਛ ਨਹੀਂ ਹੋਇਆ। ਜਿਹੜਾ ਟੀਕਾ ਲਾਇਆ ਨਾ ਇਹਨਾਂ ਨੇ ਲਾਉਂਦੇ ਨੇ ਜ਼ੁਕਾਮ ਦਾ, ਉਹਦੇ ਨਾਲ ਮੁੜ ਕੇ ਮੇਰੀ ਇੰਨੀ ਬਲਗਨ ਨਿਕਲੀ। ਅੱਛਾ ਅੱਛਾ, ਬਹੁਤ ਬਲਗਨ ਨਿਕਲੀ। ਫਿਰ ਉਹਦੇ ਨਾਲ ਮੈਨੂੰ ਬਹੁਤ ਫਰਕ ਪਿਆ। ਹੁਣ ਜੇ ਤਾਂ ਬਲਗਨ ਕਈ ਵੇਲੇ ਆ ਜਾਂਦੀ ਹੈ ਨਾ, ਫਿਰ ਜਿਹੜੀ ਕੋਈ ਹੋਰ ਸਾਹ ਸੌਖਾ ਹੋ ਜਾਂਦਾ, ਜਿਵੇਂ ਨਾ ਜੇ ਜੰਮਦੀ ਆ ਹਨਾ, ਉਹਦੇ ਵਿੱਚ ਫਿਰ ਕਦੀ ਹਲਦੀ ਪੀ ਲਊਂ, ਕਦੀ ਮੈਂ ਕੁਛ ਗਰਮ ਚੀਜ਼ ਮੈਨੂੰ ਪਚਦੀ ਨਹੀਂ ਗੀ। ਹਾਂਜੀ। ਫਿਰ ਜਿਹੜੀਆਂ ਮੇਰੀਆਂ ਲੱਤਾਂ ਨੇ ਨਾ, ਲੱਤਾਂ ਇਹ ਸੁੱਜ ਜਾਂਦੀਆਂ ਨੇ, ਹਰ ਵੇਲੇ ਸੁੱਜੀਆਂ ਰਹਿੰਦੀਆਂ, ਤੁਰਨ ਚ ਮੈਂ ਬੜੀ ਪਰੇਸ਼ਾਨ ਹਾਂ। ਹਾਂ ਭੈਣ ਜੀ, ਇੱਦਾਂ ਕਰਿਓ ਤੁਸੀਂ ਨਾ, ਮੈਂ ਹੁਣੇ ਕਹਿ ਕੇ ਹਟਿਆ, ਕਾਲ ਸੈਂਟਰ ਤੋਂ ਨੰਬਰ ਲੈ ਲਓ ਤੇ ਡਾਕਟਰ ਜੀ ਨੂੰ ਕਾਲ ਕਰੋ, ਕਿਉਂਕਿ ਹੁਣ ਉਹਨੇ ਬਹੁਤੇ ਸਵਾਲ ਪੁੱਛ ਨਹੀਂ ਸਕਦੇ, ਤੁਹਾਨੂੰ ਬੜੇ ਪਰਸਨਲ ਸਵਾਲ ਹੁੰਦੇ ਨੇ। ਤੁਸੀਂ ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਕਾਲ ਕਰਿਓ ਜ਼ਰੂਰ, ਐਂਡ ਆਮ ਸ਼ੋਰ ਤੁਹਾਨੂੰ ਪਤਾ ਕਰਕੇ, ਸਾਰਾ ਇਨਵੈਸਟੀਗੇਟ ਕਰਕੇ ਕੁਛ ਨਾ ਕੁਛ ਉਹ ਤੁਹਾਨੂੰ ਇਲਾਜ ਦੱਸਣਗੇ ਕਿ ਕੀ ਹੋ ਸਕਦਾ ਕੀ ਨਹੀਂ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਭਾਜੀ, ਕਿ ਇਹਨਾਂ ਨੇ ਦੰਦ ਕਢਾਉਣ ਦਾ ਨਾਲ ਪ੍ਰੋਬਲਮ ਹੋਈ? ਹਾਂਜੀ, ਇੱਦਾਂ ਹੀ ਕਹਿੰਦੇ ਪਏ, ਜੇ ਦੰਦ ਕਢਾਇਆ ਉਹਦੇ ਨਾਲ ਕੋਈ ਮੂੰਹ ਵਿੱਚ ਪ੍ਰੋਬਲਮ ਆ ਗਿਆ, ਦਰਦ ਪੈਂਦਾ ਹੁਣ ਬਹੁਤ, ਤੇ ਬੁੱਟਾਂ ਵਿੱਚ ਹੀ ਪੈਂਦਾ ਹੋਊਗਾ ਦਰਦ। ਹੈ, ਮੈਂ ਪੂਰੀ ਗੱਲ ਸਮਝਿਆ ਨਹੀਂ। ਉਹੀ ਮੈਂ ਕਹਿੰਦਾ ਤਾਂ ਮੈਨੂੰ ਵੀ ਸਮਝ ਨਹੀਂ ਆਈ ਥੋੜੀ। ਹਾਂਜੀ, ਦੈਟਸ ਰਾਈਟ। ਤੇ ਕਿਉਂਕਿ ਉਹ ਹੋਰ ਤਰ੍ਹਾਂ ਦੀ ਗੱਲ ਲੰਬੀ ਲੈ ਗਈ ਸੀ ਥੋੜਾ ਬਹੁਤਾ। ਮੇਰੇ ਖਿਆਲ ਗਮਸ ਵਿੱਚ ਪੇਨ ਹੋ ਰਿਹਾ ਮੇਰੇ ਖਿਆਲ ਇਹਨਾਂ ਦੇ। ਪਰ ਸਾਰਿਆਂ ਨੂੰ ਪਹਿਲਾਂ ਤਾਂ ਡੈਂਟਿਸਟ ਪਾਸ ਵਾਪਸ ਜਾਣਾ ਚਾਹੀਦਾ, ਜੇ ਕੋਈ ਉਹਦੇ ਚ ਗਮ ਚ ਪ੍ਰੋਬਲਮ ਹੈਗੀ ਹੈ ਜਾਂ ਹਾਲੇ ਉਹਦੇ ਚ ਕੁਝ ਹੀਲ ਨਹੀਂ ਹੋਇਆ। ਹਾਂ, ਕਈ ਵਾਰੀ ਇਨਫੈਕਸ਼ਨ ਵੀ ਹੋ ਜਾਂਦਾ ਹੈ। ਇਨਫੈਕਸ਼ਨ ਵੀ ਹੋ ਜਾਂਦੇ ਨੇ ਗਮ ਦੇ ਵਿੱਚ, ਉਹ ਵੀ ਚੈੱਕ ਕਰਾਉਣਾ ਚਾਹੀਦਾ ਹੈ। ਤੇ ਕਈ ਵਾਰੀ ਇਹਦਾ ਨਰਵ ਡੈਮੇਜ ਹੋ ਜਾਂਦੀ ਹੈ, ਜਦੋਂ ਦੰਦ ਕੱਢਦੇ ਹਨਾ, ਉਹ ਥੱਲੇ ਨਰਵ ਹੁੰਦੀ ਜਿਹੜੀ, ਉਹ ਡੈਮੇਜ ਹੋ ਜਾਂਦੀ ਆ, ਤੇ ਉਹਦੇ ਨਾਲ ਵੀ ਮੂੰਹ 'ਚ ਦਰਦ ਹੁੰਦਾ ਰਹਿੰਦਾ। ਕਈ ਕੇਸ ਇੱਦਾਂ ਦੇਖੇ ਅਸੀਂ। ਪਰ ਡਾਕਟਰ ਜੀ, ਉਹ ਗੱਲ ਹੋਰ ਹੁੰਦੀ ਹੈ, ਭੈਣ ਜੀ ਦੀ ਉਮਰ ਪਤਾ ਨਹੀਂ ਕੀ ਆਪਾਂ ਪੁੱਛਿਆ ਵੀ ਨਹੀਂ। ਜਦੋਂ ਡੈਂਟਿਸਟ ਦੰਦ ਵੀ ਕੱਢਦੇ ਨੇ, ਕਈ ਦਫਾ ਆਈ ਡੋਂਟ ਨੋ ਲਾਪਰਵਾਹੀ ਕਰਦੇ ਕਿ ਨਹੀਂ ਕਰਦੇ, ਜ਼ਰੂਰਤ ਤੋਂ ਜ਼ਿਆਦਾ ਇੱਕ ਦਫਾ ਹੀ ਕੱਢ ਦਿੰਦੇ ਨੇ, ਕਿਉਂਕਿ ਥੋੜ੍ਹੇ ਥੋੜ੍ਹੇ ਕੱਢਣੇ ਚਾਹੀਦੇ ਨੇ, ਇਕੱਠੇ ਕੱਢਣੇ ਤਾਂ ਤਕਲੀਫ ਹੁੰਦੀ ਹੈ ਫਿਰ। ਹਾਂ, ਦੈਟਸ ਰਾਈਟ, ਦੈਟਸ ਰਾਈਟ। ਹਾਂਜੀ,
ਜਾਂ ਕਈ ਲੋਕ ਇੱਦਾਂ ਇਕੱਠੇ ਕਢਾ ਦਿੰਦੇ ਆ, ਇਕੱਠੇ ਕਢਾ ਲੈਂਦੇ ਨੇ। ਪਰ ਉਹ ਉਹਨਾਂ ਜਿੱਦਾਂ ਹੁਣ ਪ੍ਰੋਫੈਸ਼ਨਲ ਐਡਵਾਈਸ, ਉਹਨਾਂ ਦੇ ਐਡਵਾਈਸ ਨਾਲ ਚੱਲਣਾ ਚਾਹੀਦਾ ਪਈ ਇੱਦਾਂ ਠੀਕ ਹੈ ਜਾਂ ਕਿ ਨਹੀਂ ਠੀਕ ਹੈਗਾ। ਤੇ ਹੁਣ ਜਦੋਂ ਕੱਢਦੇ ਆ ਉਹ ਟਿਸ਼ੂ ਡੈਮੇਜ ਤਾਂ ਹੁੰਦਾ ਹੀ ਹੈ ਨਾ, ਕਰਕੇ ਬਰੂਜ਼ਿੰਗ ਹੋ ਜਾਂਦੀ ਕਾਫੀ, ਕਰਕੇ ਉਹਨੇ ਕੱਟਣਾ ਹੁੰਦਾ, ਪਹਿਲਾਂ ਕੱਟ ਕੇ ਫਿਰ ਉਹਨੂੰ ਖਿੱਚਣਾ ਹੁੰਦਾ ਆ। ਹਾਂਜੀ, ਸੋ ਇਟਸ ਕੁਆਇਟ ਪ੍ਰੋਸੀਜਰ। ਤੇ ਕਈਆਂ ਦੇ ਦਰਦ ਹੁੰਦਾ ਕਰਕੇ ਉਹ ਨਰਵ ਡੈਮੇਜ ਹੋ ਜਾਂਦੀ ਹੈ ਦੈਟਸ ਰਾਈਟ। ਤੇ ਕਈਆਂ ਦੇ ਉੱਥੇ ਬੁੱਟ ਉਹਨਾਂ ਨੂੰ ਜਿੱਥੇ ਕੱਟਣਾ ਪੈਂਦਾ ਹੈ ਨਾ, ਉਹ ਜਿੱਥੇ ਕੱਟ ਲਾਇਆ ਹੁੰਦਾ ਉੱਥੇ ਨਰਵ ਕੱਟ ਹੋ ਜਾਂਦੀ ਆ, ਉਹਦੇ ਨਾਲ ਬਹੁਤ ਦਰਦ ਹੁੰਦਾ ਹੈ। ਪਰ ਜੀ ਹੁਣ ਕਈ ਕਹਿੰਦੇ ਜਿਵੇਂ ਦੇਖਿਆ ਕਿ ਪਹਿਲਾਂ ਜਿੱਦਾਂ ਜੇ ਦੰਦ ਕਢਾਉਂਦੇ ਇੱਕ ਹੀ ਕਢਾਉਣਾ ਹੋਵੇ ਨਾ, ਕਈਆਂ ਦੇ ਇੱਕ ਅੱਧੇ ਦਿਨ ਬਾਅਦ ਉਹਨੂੰ ਤੁਸੀਂ ਰੂਲ ਰੱਖੋ ਤੇ ਥੋੜੇ ਘੰਟੇ ਬਾਅਦ ਉਹ ਬਲੱਡ ਬੰਦ ਹੋ ਜਾਂਦਾ, ਮੁਝ ਪਾ ਕੇ ਦੇ ਦਿੰਦੇ ਨੇ ਨਾ ਉਹ। ਤੇ ਕਈਆਂ ਦੇ ਕਈ ਦਿਨ ਨਾ ਉਹ ਬਲੱਡ ਵੀ ਆਈ ਜਾਂਦਾ ਤੇ ਪੇਨ ਵੀ ਰਹਿੰਦੀ ਆ। ਹਾਂਜੀ ਦੈਟਸ ਰਾਈਟ। ਸੋ ਬਲੱਡ ਇੰਨੀ ਦੇਰ ਨਹੀਂ ਆਉਣਾ ਚਾਹੀਦਾ, ਨਹੀਂ ਆਉਣਾ ਚਾਹੀਦਾ। ਤਾਂ ਉਹ ਤਾਂ ਇੱਦਾਂ ਕਹਿੰਦੇ ਹੁੰਦੇ ਪਏ, ਉਹਨੂੰ ਜਦੋਂ ਤੁਸੀਂ ਕਢਾ ਦਿੰਦੇ ਹੈ ਨਾ ਬਲੀਡਿੰਗ ਹੁੰਦੀ, ਉਹ ਰਿੰਸ ਨਾ ਕਰੋ, ਕਿਉਂਕਿ ਜੇ ਤੁਸੀਂ ਪਾਣੀ ਵਿੱਚ ਪਾਈ ਜਾਂਦੇ ਹੈ ਨਾ ਉਹ ਫਿਰ ਕਲੌਟ ਨਹੀਂ ਹੁੰਦਾ ਬਲੱਡ। ਅੱਛਾ ਹਾਂ, ਕਈ ਕਰੂਲੀ ਕਰਦੇ ਰਹਿੰਦੇ ਆ ਨਾ, ਫਿਰ ਮੈਥੋਂ ਜਿਹੜਾ ਬਲੱਡ ਨਿਕਲਦਾ ਉਹਨੂੰ ਕੱਢੀ ਜਾਵਾਂ ਤੇ ਉਹ ਪਾਣੀ ਨਾਲ ਕਰੂਲੀ ਕਰਦੇ ਰਹਿੰਦੇ ਆ, ਉਹ ਫਿਰ ਡਾਇਲੂਟ ਹੋ ਜਾਂਦਾ, ਫਿਰ ਕਲੌਟ ਨਹੀਂ ਹੁੰਦਾ ਬਲੱਡ, ਉਹ ਫਿਰ ਬਲੀਡਿੰਗ ਚੱਲਦੀ ਰਹਿੰਦੀ ਹੈ। ਔਰ ਜਿੰਨੀ ਦੇਰ ਦਬਾ ਕੇ ਰੱਖੋ ਰੂਮ ਨੂੰ ਉਹਨਾਂ ਬਿਹਤਰ ਹੈ, ਦੈਟਸ ਰਾਈਟ। ਹਾਂਜੀ ਬਸ ਥੋੜ੍ਹੇ ਬਹੁਤੇ ਖਿਆਲ ਹੈਗਾ ਬੰਦੇ ਨੂੰ, ਤਾਂ ਹੀ ਮੈਂ ਕਹਿੰਦਾ ਥੋੜ੍ਹੇ ਬਹੁਤੇ ਆਈਡੀਆ ਹੋ ਜਾਂਦੇ। ਕੱਲ੍ਹ ਨੂੰ ਤੁਹਾਨੂੰ ਬਲੀਡਿੰਗ ਹੁੰਦੀ ਹੈ, ਇੱਕ ਅੱਧੇ ਦਿਨ ਤੋਂ ਜ਼ਿਆਦਾ ਹੋਣੀ ਨਹੀਂ ਚਾਹੀਦੀ ਬਲੀਡਿੰਗ, ਬਹੁਤੇ ਚਿਰ ਨਹੀਂ ਹੋਣੀ ਚਾਹੀਦੀ, ਦੈਟਸ ਰਾਈਟ। ਹਾਂ, ਹੋ ਸਕਦਾ ਅਗਰ ਤੁਸੀਂ ਐਸਪਰੀਨ ਵਗੈਰਾ ਖਾਂਦੇ ਹੋ ਉਹਦੇ ਨਾਲ ਮੇਬੀ ਜ਼ਿਆਦਾ ਹੋਣੀ। ਹਾਂ, ਇਹ ਹੈਗਾ ਬਲੱਡ ਥਿਨਨੈਸ ਦੇ ਨਾਲ ਬਲੀਡਿੰਗ ਜ਼ਿਆਦਾ ਹੁੰਦੀ ਹੈ। ਤੇ ਨੋਰਮਲੀ ਥੈਂਕ ਯੂ। ਪਲੀਜ਼ ਸਾਡਾ ਬ੍ਰੇਕ ਲੈਣੀ ਪਏਗੀ, ਟਾਈਮ ਬੜੀ ਫਾਸਟ ਜਾ ਰਿਹਾ। ਕਾਲ ਕਰੋ, ਕਿਸੇ ਵੀ ਤਰ੍ਹਾਂ ਤੁਹਾਨੂੰ ਬਿਮਾਰੀ ਕੋਈ ਵੀ ਹੈਗੀ ਡਿਸਕਸ ਕਰੋ, ਇਸ ਬਾਰੇ ਅਸੀਂ ਚਰਚਾ ਕਰਦੇ ਹਾਂ, ਲੋਕਾਂ ਦਾ ਫਾਇਦਾ ਹੋ ਜਾਂਦਾ। ਤੇ ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਵਾਪਸ ਆਉਂਦੇ ਹਾਂ। ਕੀਪ ਵਾਚਿੰਗ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਮੈਂ ਤਾਂ ਹਮੇਸ਼ਾ ਕਹਿੰਦਾ ਪਲੀਜ਼ ਸਟਾਰਟ ਤੋਂ ਦੇਖਿਆ ਕਰੋ। ਲੋਕ ਸੀਰੀਅਲ ਦੇਖਦੇ ਨੇ ਜਿਹੜੇ ਬਾਲੀਵੁੱਡ ਕਹਿੰਦੇ, ਉਹ ਕਦੇ ਨਹੀਂ ਮਿਸ ਕਰਦੇ। ਤੀਵੀਆਂ ਕਹਿੰਦੀ ਸਾਰੇ ਬੱਚਿਆਂ ਨੂੰ ਛੇ ਛੇ ਰੋਟੀ ਖਾ ਲਓ, ਮੇਰਾ ਸੀਰੀਅਲ ਆ ਰਿਹਾ। ਉਹ ਕੱਲ੍ਹ ਉਹਨਾਂ ਨੇ ਇੱਕ ਇੱਥੇ ਜਗ੍ਹਾ 'ਤੇ ਸਟਾਪ ਕੀਤਾ ਨਾ ਕਿ ਅੱਜ ਦੇਖਣਾ ਹੀ ਪੈਣਾ। ਮੈਨੂੰ ਲੱਗਦਾ ਸਾਨੂੰ ਵੀ ਕੋਈ ਤਰੀਕਾ ਲੱਭਣਾ ਪੈਣਾ ਹੈ। ਹਾਂਜੀ, ਸੀਰੀਅਲ ਜਿਹੜੇ ਉਹ ਐਡਿਕਸ਼ਨ ਹੋ ਜਾਂਦਾ, ਐਡਿਕਸ਼ਨ ਹੋ ਜਾਂਦਾ ਨਾ। ਇਹਦੀ ਪ੍ਰੋਗਰਾਮ ਦੀ ਮੈਂ ਬੇਸ਼ੱਕ ਕਹਿੰਦਾ, ਇਹ ਨਹੀਂ ਕਿ ਮੈਂ ਕਰਦਾ, ਇਹਦੀ ਐਡਿਕਸ਼ਨ ਕਰੋ। ਕੁਛ ਵੀ ਹੋਵੇ, ਸੁਬਾਹ ਜਲਦੀ ਅਲਾਰਮ ਲਗਾ ਲਓ, ਆਪਣੀ ਬ੍ਰੇਕਫਾਸਟ ਖਾ ਲਓ, ਜੋ ਵੀ ਇਸ਼ਨਾਨ ਕਰਨਾ ਕਰਕੇ TV ਦੇ ਸਾਹਮਣੇ ਬੈਠ ਜਾਓ। ਇਹ ਕਿਉਂਕਿ ਤੁਹਾਡੇ ਫਾਇਦੇਮੰਦ ਹੈਗਾ। ਬਾਕੀ ਜਿਹੜੇ ਹੁੰਦੇ ਨੇ ਸੀਰੀਅਲ, ਉੱਥੇ ਡਰਾਮਾਟਾਈਜ਼ ਕੀਤੇ ਹੁੰਦੇ ਨੇ, ਰੀਅਲ ਸਟੋਰੀਆਂ ਨਹੀਂ ਹੁੰਦੀਆਂ। ਉਹਨਾਂ ਨੂੰ ਜ਼ਰਾ ਮੱਖਣ ਤੋਂ ਲਿਆ ਕੇ ਉਹਨੂੰ ਜ਼ਰਾ ਸਜਾ ਕੇ ਦਿਖਾ ਦਿੰਦੇ ਨੇ। ਦੂਜੀ ਗੱਲ ਨਾ, ਹੁਣੀ ਮੇਰੇ ਦਿਮਾਗ 'ਚ ਗੱਲ ਆਈ ਹੈ, ਬੜੇ ਲੋਕ ਕਾਲ ਕਰਦੇ ਨੇ, ਬੜੇ ਕਾਲ ਕਰਦੇ ਨੇ, ਡਾਕਟਰ ਨਾਲ ਵੀ ਕੰਸਲਟੇਸ਼ਨ ਕਰਨਗੇ, ਫਿਰ ਕਹਿਣਗੇ ਜੀ ਮੈਂ ਬੱਚਿਆਂ ਨਾਲ ਸਲਾਹ ਕਰੂੰਗਾ। ਯਾਰ ਸਿਹਤ ਤੁਹਾਡੀ ਹੈ, ਜ਼ਿੰਦਗੀ ਤੁਹਾਡੀ ਹੈ, ਬੱਚਿਆਂ ਨਾਲ ਇਹਦੀ ਸਲਾਹ ਕਰਨ ਵਾਲੀ ਕੀ ਗੱਲ ਹੈਗੀ ਹੈ। ਪੈਸਾ ਅਤੇ ਜ਼ਿੰਦਗੀ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ। ਅਗਰ ਥੋੜ੍ਹਾ ਬਹੁਤਾ ਤੁਹਾਡਾ ਖਰਚਾ ਹੁੰਦਾ ਹੈ, ਅਸੀਂ ਦੇਖੋ ਹੁਣ ਭੈਣਾਂ ਦਾ ਫੋਨ ਆਇਆ ਸੀਗਾ, ਉਹਨਾਂ ਨੇ ਇਹ ਕੀਤਾ, ਉਹਨਾਂ ਨੇ ਟੈਸਟ ਕੀਤਾ, ਉਹਨਾਂ ਨੇ ਐਕਸਰੇ, ਕੁਛ ਨਹੀਂ ਨਿਕਲਿਆ। ਇਹ ਉਹ ਜੇ ਹੁਣ ਕੁਛ ਨਹੀਂ ਨਿਕਲਿਆ ਤਾਂ ਤੁਹਾਡੇ ਮੁਸੀਬਤ ਹੈਗੀ, ਤੁਹਾਨੂੰ ਬਿਮਾਰੀ ਤਾਂ ਨਹੀਂ ਨਾ ਗਈ। ਉਹ ਇੱਕ ਗੁਣ ਨਹੀਂ ਹੈਗੀ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ, ਪਰ ਉਹ ਜਿਹੜੀ ਹੈਗੀ ਉਹ ਤਾਂ ਹੈਗੀ, ਉਹ ਤਾਂ ਗਈ ਨਹੀਂ ਹੈਗੀ। ਤੇ ਅੱਗੇ ਹੋਰ ਇਲਾਜ ਕਰੋ, ਹੋਰ ਡਾਕਟਰ ਨੂੰ ਦਿਖਾਓ, ਇੱਕ ਦੋ ਜਣਿਆਂ ਦੀ ਤੁਸੀਂ ਸਲਾਹ ਲਵੋ ਕਿ ਇੱਦਾਂ ਕਿਉਂ। ਕਿਤੋਂ ਨਾ ਕਿਤੋਂ ਕੋਈ ਬੰਦਾ ਇੱਦਾਂ ਦਾ ਮਿਲ ਜਾਂਦਾ ਤੁਹਾਡੇ ਨਾ, ਉਹ ਤੁੱਕਾ ਲੱਗ ਜਾਂਦਾ ਕਿ ਵਾਕਈ ਬਿਮਾਰੀ ਦੀ ਜਾਨ ਫੜੀ ਜਾਂਦੀ ਹੈ। ਜਿੱਦਾਂ ਮੈਂ ਡਾਕਟਰ 'ਚ ਮੈਂ ਇਹਨਾਂ ਦੀ ਤਾਰੀਫ ਨਹੀਂ ਕਰਦਾ, ਇਹਨਾਂ ਨੇ ਬਹੁਤ ਕੁਝ ਪੁੱਛਣਾ ਹੁੰਦਾ, ਪਹਿਲਾਂ ਬੜੀ ਸਵਾਲ ਪੁੱਛਦੇ ਨੇ। ਇਹ ਉਹਦੀ ਬਿਮਾਰੀ ਦੀ ਜੜ ਤੱਕ ਜਾਂਦੇ ਨੇ। ਉੱਪਰ ਬਿਮਾਰੀ ਲੱਗੀ, ਉਹਨੂੰ ਮਲਮ ਲਗਾਤੀ, ਉਹ ਮਿਟ ਗਈ, ਬਿਮਾਰੀ ਤਾਂ ਥੱਲੇ ਰਹਿ ਗਈ ਸਾਰੀ। ਹਾਂਜੀ ਦੱਸ, ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਵੀ ਵਜ੍ਹਾ ਲੱਭਣ ਦੀ, ਕਿੱਥੋਂ ਸ਼ੁਰੂ ਹੋਇਆ, ਕਿਉਂ ਸ਼ੁਰੂ ਹੋਇਆ ਪ੍ਰੋਬਲਮ। ਵੈਰੀ ਇੰਪੋਰਟੈਂਟ ਹੈ ਇਹ। ਤੇ ਐਲੋਪੈਥੀ 'ਚ ਤਾਂ ਇੱਦਾਂ ਹੀ ਉਹ ਸਿੰਪਟਮ ਕੰਟਰੋਲ ਕਰਨੇ ਹੁੰਦੇ, ਜਿੱਦਾਂ ਹੁਣ ਆਪਾਂ ਐਲਰਜੀ ਦੱਸੀ ਆ, ਐਲਰਜੀ ਲਈ ਉਹਨੇ ਕੀ ਦੇਣੇ, ਐਂਟੀਹਿਸਟਾਮਿਨ ਟੈਬਲੇਟਸ ਦੇਣੇ ਆ। ਹਾਂਜੀ, ਸੋ ਲੋਰੇਟਾਡੀਨ ਦੇਣਗੇ, ਸਿਟੀਰੀਜ਼ਿਨ, ਜਾਂ ਹੁਣ ਇੱਕ ਨਵਾਂ ਫੈਕਸੋਫੈਨਾਡੀਨ ਤੁਸੀਂ ਖਰੀਦ ਸਕਦੇ ਆ। ਤੇ ਉਹ ਸਟਰੋਂਗ ਤੋਂ ਸਟਰੋਂਗ ਐਂਟੀਹਿਸਟਾਮਿਨਸ ਉਹ ਹਰ ਰੋਜ਼ ਖਾਈ ਜਾਓ ਤੇ ਐਲਰਜੀ ਦੇ ਸਿੰਪਟਮ ਜਿਹੜੇ ਥੋੜ੍ਹੇ ਜਿਹੇ ਦਬਾਅ ਹੋ ਜਾਂਦੇ ਆ, ਪਰ ਉਹ ਠਾਉਂਦੇ ਤਾਂ ਹੈ ਨਹੀਂ ਗੇ, ਹਟਦੇ ਤਾਂ ਹੈ ਨਹੀਂ ਗੇ। ਸੋ ਹੋਮਿਓਪੈਥੀ ਵਿੱਚ ਅਸੀਂ ਜੜ ਤਾਂ ਹੀ ਜਾਈਦਾ, ਕੋਸ਼ਿਸ਼ ਕਰੀਦੀ। ਹੋਮਿਓਪੈਥੀ ਜਿਹੜਾ ਹੈਗਾ ਐਮਰਜੈਂਸੀ ਇਲਾਜ ਨਹੀਂ ਹੈਗਾ, ਲੇਕਿਨ ਛੇਤੀ ਇਲਾਜ ਹੋ ਸਕਦਾ। ਜਦੋਂ ਤੁਸੀਂ ਗੋਲੀਆਂ ਖਾਣਾ, ਜੋ ਵੀ ਮੈਡੀਸਿਨ ਤੁਸੀਂ ਪ੍ਰਸਕ੍ਰਾਈਬ ਕਰਦੇ ਹੋ, ਕਿਸੇ ਨੂੰ ਦਿਨਾਂ 'ਚ ਹੀ ਫਰਕ ਪੈ ਜਾਂਦਾ। ਕਿੰਨੇ ਲੋਕਾਂ ਦਾ ਫੋਨ ਆਇਆ ਨਾ ਕਿ 3-4 ਘੰਟਿਆਂ 'ਚ ਮੈਨੂੰ ਨਾ ਪਤਾ ਲੱਗਣਾ ਸ਼ੁਰੂ ਹੋ ਗਿਆ। ਕਈ ਵਾਰੀ ਇੱਦਾਂ ਹੀ ਇੱਕਦਮ ਹੀ ਫਰਕ ਪੈ ਜਾਂਦਾ, ਉਹਨੂੰ ਬਹੁਤ ਜਲਦੀ ਪੈ ਜਾਂਦਾ। ਪਰ ਜਿਹੜੀਆਂ ਲੰਮੀਆਂ ਬਿਮਾਰੀਆਂ ਨੇ ਉਹਨਾਂ ਨੂੰ ਟਾਈਮ ਵੀ ਲੱਗ ਜਾਂਦਾ। ਬਿਲਕੁਲ।
ਚਲੋ ਆਪਾਂ ਕਾਲ ਲੈ ਲੈ, ਫਿਰ ਅੱਗੇ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣਾ ਨਾਮ ਦੱਸੋ ਕਿ ਕਿੱਥੋਂ ਬੋਲਦੇ ਹੋ? ਹਾਂਜੀ, ਅਸੀਂ ਬਰਮਿੰਘਮ ਤੋਂ ਬੋਲਦੇ ਹਾਂ। ਕਿਰਪਾਲ ਕੌਰ ਮੇਰਾ ਨਾਮ। ਹਾਂਜੀ, ਕਿਰਪਾਲ ਕੌਰ ਭੈਣ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੇਰੇ ਜਿੱਦਾਂ ਹੈ ਨਾ ਸ਼ਿੰਗਲ ਹੋਏ ਸੀਗੇ ਹੈ ਨਾ, ਸ਼ਿੰਗਲ ਤੇ 2 ਸਾਲ ਪਹਿਲਾਂ 2002 ਵਿੱਚ, ਹਾਂ ਹੁਣ 2000 ਹਾਂਜੀ 2 ਚੱਲਦਾ ਨਾ, 2 ਸਾਲ ਪਹਿਲੇ ਹੋਏ ਸੀਗੇ ਹੈ ਨਾ, ਤੇ ਉਦੋਂ ਥੋੜੇ ਠੀਕ ਹੋ ਗਏ ਸੀਗੇ, ਤਾਂ ਫਿਰ ਬਾਅਦ ਵਿੱਚ ਫੇਰ ਆ ਗਏ ਜਿੱਦਾਂ। ਫਿਰ ਜਿੱਦਾਂ ਉਹ ਮੇਰੇ ਬਲੱਡ ਹੋਣ ਹੈ ਨਾ ਹਰ ਦਫਾ ਗਰਮ। ਮੈਂ ਅੱਗੇ ਦਵਾਈ ਵੀ ਲਈ ਸੀਗੀ ਇਹਨਾਂ ਤੋਂ, ਡਾਕਟਰ ਸਾਹਿਬ ਤੋਂ। ਹਾਂਜੀ, ਤਾਂ ਫਿਰ ਤੁਸੀਂ ਬੋਲਦੇ ਡਾਕਟਰ ਜੀ? ਹਾਂਜੀ ਹਾਂਜੀ ਹਾਂਜੀ, ਸੌਰੀ। ਹਾਂਜੀ, ਤੁਸੀਂ ਬੋਲੀ ਜੋ ਭੈਣ ਜੀ, ਬੋਲੀ ਜੋ, ਸੁਣ ਰਹੇ ਹੋ। ਹਾਂਜੀ, ਤਾਂ ਫਿਰ ਮੈਂ ਜਿੱਦਾਂ ਉਹ ਥੋੜੀ ਦੇਰ ਮੈਂ ਲਈ ਸੀਗੀ, ਜਿੱਦਾਂ ਦਾ ਇੱਕ ਕੋਰਸ ਕੀਤਾ ਸੀਗਾ ਹੈ ਨਾ, ਤਾਂ ਫਿਰ ਮੇਰੇ ਹੁਣ ਦੁਬਾਰੇ ਛੋਟਾ ਜਿੱਦਾਂ ਰਸ਼ ਜਿਹਾ ਫਿਰ ਮੇਰੀ ਬੋਡੀ ਦੇ ਵਿੱਚ ਸਾਰੇ ਆਇਆ, ਤਾਂ ਜਲਨ ਬਹੁਤ ਲੱਗਦੀ ਮੇਰੇ ਬਲੱਡ ਨੂੰ ਸਾਰੇ ਨੂੰ, ਤਾਂ ਸਾਰੇ ਜਿੱਦਾਂ ਮੇਰਾ ਇੱਦਾਂ ਲੱਗਦਾ ਜਿਹੜਾ ਖੂਨ ਇੱਕਦਮ ਗਰਮ ਹੋਇਆ। ਤੇ ਮੈਨੂੰ ਜਿੱਦਾਂ ਬਹੁਤ ਪ੍ਰੋਬਲਮ ਆ, ਤਾਂ ਮੈਂ ਹੁਣ ਚਾਹੁੰਦੀ ਕਿ ਮੈਨੂੰ ਹੈ ਨਾ ਇੱਦਾਂ ਦੀ ਦਵਾਈ ਮਿਲੇ ਜਿਹਦੇ ਨਾਲ ਮੇਰਾ ਬਲੱਡ ਜਿਹੜਾ ਸਾਰਾ ਕਲੀਨ ਹੋਵੇ, ਤੇ ਮੇਰੇ ਛੋਟੇ ਜਿਹੜੇ ਮੇਰੇ ਮੂੰਹ ਤੇ ਵੀ ਫੈਰਸੜੀਆਂ ਜਿਹੀਆਂ ਫੇਜ ਹੋਏ ਆ, ਤਾਂ ਉਹ ਵੀ ਠੀਕ ਹੋਣ। ਹਾਂਜੀ, ਠੀਕ ਹੈ ਭੈਣ ਜੀ, ਹੋਰ ਦਵਾਈ ਲੈ ਲਓ, ਠੀਕ ਹੋ ਜਾਓਗੇ। ਅੱਛਾ ਜੀ। ਹਾਂਜੀ ਹਾਂਜੀ ਹਾਂਜੀ, ਉਹ ਜਿਹੜੀ ਪਹਿਲੇ ਵਾਲੀ ਸੇਮ ਹੀ ਆ? ਉਹ ਆਪਾਂ ਫਿਰ ਗੱਲ ਕਰਕੇ ਫਿਰ ਡਿਸਾਈਡ ਕਰਾਂਗੇ ਉਹ ਸੇਮ ਦੇਣੀ ਜਾਂ ਕਿ ਬਦਲ ਕੇ ਦੇਣੀ ਆ। ਹਾਂਜੀ, ਕਾਲ ਕਰ ਲਿਓ ਜਰਾ, ਗੱਲਬਾਤ ਕਰਕੇ ਨਾ ਸ਼ਾਇਦ ਥੋੜੀ ਬਹੁਤੀ ਚੇਂਜ ਕਰਨਗੇ। ਤੁਹਾਡੇ ਪਾਸ ਨੰਬਰ ਹੀ ਹੋਣਾ ਡਾਕਟਰ ਜੀ ਦਾ, ਮੰਡੇ ਵੈਨਸਡੇ ਫਰਾਈਡੇ ਕਾਲ ਕਰ ਲਿਓ। ਓਕੇ ਜੀ। ਹਾਂਜੀ, ਠੀਕ ਹੈ, ਜਿਹੜਾ ਤੁਸੀਂ ਨੰਬਰ ਦੱਸਿਆ। ਔਰ ਹਾਂਜੀ, ਥੈਂਕ ਯੂ ਭੈਣ ਜੀ, ਥੈਂਕ ਯੂ। ਕਾਲ ਜਰਾ ਪ੍ਰੋਗਰਾਮ ਦੇਖਦੇ ਰਹਿਣਾ, ਅਸੀਂ ਤੁਹਾਡੇ ਬਾਰੇ ਥੋੜੀ ਬਹੁਤੀ ਹੋਰ ਗੱਲ ਕਰਦੇ ਹਾਂ, ਕਿਉਂਕਿ ਮੇਰੀ ਆਦਤ ਹੈ ਜਦੋਂ ਵੀ ਤੁਸੀਂ ਕਾਲ ਕਰਦੇ ਅਸੀਂ ਉੱਥੇ ਖਤਮ ਨਹੀਂ ਕਰ ਦਿੰਦੇ, ਮੈਂ ਵੀ ਉਹਦਾ ਨਿਚੋੜ ਕਰਦਾ, ਉਹਦੇ ਮੈਂ ਪਤਾ ਲੱਗਣਾ ਚਾਹੁੰਦਾ, ਨੌਲੇਜ ਹੁੰਦੀ ਹੈ ਕਿ ਉਹ ਕਾਹਤੇ ਉਹਨਾਂ ਦਾ ਇਲਾਜ ਹੈਗਾ ਕਿ ਨਹੀਂ ਹੈਗਾ। ਪਰ ਜੀ ਸ਼ਿੰਗਲਸ ਜਿਹੜੇ ਹੈਗੇ ਇਹ ਦੁਬਾਰਾ ਵੀ ਹੋ ਸਕਦੇ? ਹਾਂ, ਹੋ ਸਕਦੇ ਭਾਜੀ। ਰੀਅਲੀ? ਹਾਂਜੀ, ਕਰਕੇ ਉਹ ਵਾਇਰਸ ਜਿਹੜੀ ਆ ਉਹ ਨਾੜਾਂ ਦੇ ਵਿੱਚ ਸੌ ਜਾਂਦੀ, ਜਾ ਕੇ ਡੋਰਮੈਂਟ ਹੋ ਜਾਂਦੀ ਹੈ। ਇਹਦਾ ਮਤਲਬ ਉਹ ਗਈ ਨਹੀਂ ਸੀ ਪਹਿਲੀ ਦਫਾ? ਨਹੀਂ, ਉਹ ਜਾਂਦੀ ਨਹੀਂ ਕਦੇ ਵੀ, ਕਰਕੇ ਉਹ ਨਰਵਸ ਦੇ ਵਿੱਚ ਹੀ ਰਹਿੰਦੀ ਹੈ ਨਾ, ਤੇ ਜਦੋਂ ਤੁਹਾਨੂੰ ਕੋਈ ਸਟ੍ਰੈਸ ਹੁੰਦਾ ਆ, ਉਹ ਫਿਰ ਉਸ ਵੇਲੇ ਤੁਹਾਡਾ ਇਮਿਊਨ ਸਿਸਟਮ ਡਾਊਨ ਹੋ ਜਾਂਦਾ ਹੈ। ਹਾਂਜੀ, ਉਸ ਵੇਲੇ ਫਿਰ ਉਹ ਵਾਇਰਸ ਫੇਰ ਜਾਗ ਪੈਂਦੀ ਆ। ਕਿਸੇ ਤਰ੍ਹਾਂ ਦੀ ਬਿਮਾਰੀ ਹੋਵੇ ਉਹ ਤਾਂ ਸਾਰੀ ਅੰਦਰ ਹੀ ਹੁੰਦੀ ਹੈ ਨਾ। ਸਾਰੀ ਅੰਦਰ ਹੀ ਉਹ ਇਦਾਂ ਸਮਝ ਲਓ, ਇਦਾਂ ਸਮਝ ਲਓ ਨਾ, ਸਭ ਕੁਝ ਤੁਹਾਡੇ ਅੰਦਰ ਹੀ ਆ। ਹਾਂਜੀ, ਜਿਹੜੇ ਇਮਿਊਨ ਸਿਸਟਮ ਵੀਕ ਨਹੀਂ ਹੋਏ ਉਹਨਾਂ ਨੇ ਕਬਜ਼ਾ ਕਰ ਲੈਣਾ। ਦੈਟਸ ਰਾਈਟ। ਸੋ ਇਮਿਊਨ ਸਿਸਟਮ ਤੇ ਸਭ ਕੁਝ, ਜਦੋਂ ਇਮਿਊਨ ਸਿਸਟਮ ਸਟਰੋਂਗ ਆ ਤੇ ਤੁਸੀਂ ਖੁਸ਼ ਰਹਿੰਦੇ ਆ, ਤਾਂ ਸਭ ਕੁਝ ਕੰਟਰੋਲ 'ਚ ਆ। ਜਦੋਂ ਤੁਸੀਂ ਖੁਸ਼ ਨਹੀਂ ਹੈਗੇ, ਤੁਸੀਂ ਅਪਸੈਟ ਆ, ਤੇ ਇਮਿਊਨ ਸਿਸਟਮ ਨੇ ਡਾਊਨ ਹੋਣਾ ਹੀ ਆ, ਉਦੋਂ ਫਿਰ ਵਾਇਰਸ ਨੇ ਤੁਹਾਨੂੰ ਅਟੈਕ ਕਰਨਾ ਹੀ ਆ। ਥੋੜੀ ਆਫ ਦਾ ਰੈਕੋਰਡ ਮੈਂ ਤੁਹਾਡੇ ਪਾਸ ਗੱਲ ਕਰਦਾ, ਆਪਣੀ ਫੈਮਲੀਆਂ ਦੇ ਵਿੱਚ ਬੜੀ ਇੱਦਾਂ ਛੋਟੇ ਗੱਲਾਂ ਹੋ ਜਾਂਦੀਆਂ ਭਾਜੀ। ਕਿਸੇ ਨੇ ਇਹ ਕਹਿਤਾ, ਕਿਸੇ ਨੇ ਉਹ ਕਹਿਤਾ, ਮੈਂ ਇਹਨੂੰ ਫੋਨ ਕੀਤਾ, ਇਹਨੇ ਮੈਨੂੰ ਨਹੀਂ ਕੀਤਾ, ਉਹਨੇ ਮੈਨੂੰ ਨਹੀਂ ਕੀਤਾ। ਭਾਜੀ ਅਸੀਂ ਦਿਲ ਨੂੰ ਲਾ ਲੈਂਦੇ, ਉਹ ਬਿਮਾਰੀ ਦਾ ਘਰ ਆ 100%। ਹਾਂ, ਦੁੱਖ ਤਕਲੀਫ ਹੁੰਦਾ, ਕਦੇ ਰਿਸ਼ਤੇਦਾਰੀ ਟੁੱਟਦੀ ਹੈ, ਫੋਨ ਕਰਕੇ ਬੇਸ਼ੁਮਾਰ ਰਿਸ਼ਤੇਦਾਰੀ ਟੁੱਟਦੀਆਂ ਨੇ, ਕਿਉਂਕਿ ਮਿਸਅੰਡਰਸਟੈਂਡਿੰਗ ਬਹੁਤ ਹੁੰਦੀ ਹੈ, ਬਹੁਤ ਮਿਸਅੰਡਰਸਟੈਂਡਿੰਗ ਹੁੰਦੀ ਹੈ, ਉਹਦੇ ਪਿੱਛੇ ਸਾਡੀ ਰਿਸ਼ਤੇਦਾਰੀ ਟੁੱਟ ਜਾਂਦੀ ਹੈ ਲੰਬੀ। ਚਾਹੇ ਤੁਸੀਂ ਸਾਲਾਂ ਤੋਂ ਜਾਣਦੇ ਹੋ ਜਾਂ ਤੁਹਾਡੇ ਭੈਣ ਭਰਾ ਵੀ, ਕੁਛ ਵੀ ਹੈਗਾ, ਮਿਸਅੰਡਰਸਟੈਂਡਿੰਗ ਇੱਕ ਜ਼ਹਿਰ ਚੀਜ਼ ਹੈਗੀ ਹੈ ਜੋ ਖਾਨਦਾਨ ਨੂੰ ਖਤਮ ਕਰ ਦਿੰਦੀ ਹੈ ਟੋਟਲੀ। ਓਨੈਸਟਲੀ ਇਹ ਵੀ ਬਿਮਾਰੀ ਹੈ ਇੱਕ। ਹਾਂਜੀ, ਛੋਟੀ ਜਿਹੀ ਗੱਲ ਤੋਂ ਵੱਡੀ ਬਣਾ ਲੈਂਦੇ, ਉਹਦਾ ਬਹੁਤ ਵੱਡਾ ਪ੍ਰੋਬਲਮ ਖੜਾ। ਆਪਣੇ ਜਿਸਮ ਨੂੰ ਕਿਹਾ ਕਰੋ ਕਿ ਮੈਂ ਇੱਦਾਂ ਦੀ ਮੁਸੀਬਤ ਕੋਈ ਅੰਦਰ ਨਹੀਂ ਜਾਣਦੇ ਨਹੀਂ, ਕਿਉਂਕਿ ਮੈਂ ਜੀਣਾ, ਮੈਂ ਕੁਝ ਅੱਛੀ ਤਰ੍ਹਾਂ ਬਿਮਾਰੀ ਤੋਂ ਬਗੈਰ ਜੀਣਾ ਹੈ। ਪਰ ਜੀ ਹੁਣ ਇੱਕ ਮੁਲਕ ਹੈਗਾ ਆ, ਮੈਂ ਥੋੜੀ ਬਾਤ ਜਾਣਾ ਸਬਜੈਕਟ ਤੋਂ, ਉਹ ਬੜਾ ਡਿਵੈਲਪ ਹੋ ਰਿਹਾ, ਇੰਡਸਟਰੀ ਲੱਗ ਰਹੀ, ਸਭ ਕੁਛ ਬਣਦਾ, ਉਹਦੇ ਨਾਲ ਉਹ ਆਮੇ ਵਧਾਉਂਦੇ ਨੇ ਕਿ ਜਿਹੜੇ ਆਲੇ ਦੁਆਲੇ ਦੇ ਕੋਈ ਮੁਲਕ ਹੈਗੇ ਨੇ ਇਹਨੂੰ ਕਦੇ ਹਮਲਾ ਨਾ ਕਰਨ। ਸਾਡੀ ਜਿਸਮ ਉਹੀ ਹੈਗਾ ਹੈ, ਇਹਦੇ ਅੰਦਰ ਆਮ ਵੀ ਹੈਗੇ, ਅਸੀਂ ਉਹਨੂੰ ਸਟਰੋਂਗ ਕਰਨਾ ਹੈ ਤਾਂ ਕਿ ਬਿਮਾਰੀਆਂ ਨੂੰ ਫਾਈਟ ਇਹਨੂੰ ਪੈਣ ਨਾ। ਮੇਰਾ ਐਗਜ਼ਾਮਪਲ ਚੰਗਾ ਲੱਗਿਆ ਕਿ ਨਹੀਂ? ਬਹੁਤ ਵਧੀਆ ਐਗਜ਼ਾਮਪਲ ਹੈ, ਬਹੁਤ ਵਧੀਆ ਭਾਜੀ। ਸੋ ਇਹੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਤੁਹਾਡੀ ਇਮੋਸ਼ਨਸ ਆ ਉਹ ਤੁਹਾਡੀ ਬੋਡੀ ਤੇ ਬਹੁਤ ਵੱਡਾ ਇਫੈਕਟ ਪੈਂਦਾ। ਸੋ ਤੁਸੀਂ ਸੈਪਰੇਟ ਨਹੀਂ ਕਰ ਸਕਦੇ ਇਮੋਸ਼ਨਸ ਨੂੰ ਤੇ ਬੋਡੀ ਨੂੰ, ਤੇ ਕਹਿ ਨਹੀਂ ਸਕਦੇ ਵੀ ਮੇਰੀ ਬੋਡੀ ਵਿੱਚ ਆ ਬਿਮਾਰੀ ਪੈਦਾ ਹੋ ਗਈ, ਪਤਾ ਹੀ ਨਹੀਂ ਕਿੱਥੋਂ ਹੋ ਗਈ। ਉਹ ਕੋਈ ਨਾ ਕੋਈ ਤੁਹਾਡੇ ਮੈਂਟਲੀ ਇਫੈਕਟ ਹੋਇਆ ਇਮੋਸ਼ਨਸ ਦਾ, ਉਹਦੇ ਨਾਲ ਅਸਰ ਤੁਹਾਡੀ ਬੋਡੀ ਤੇ ਹੁੰਦਾ ਹੀ ਹੁੰਦਾ ਹੈ। ਪਰ ਜੀ ਜਿਹੜਾ ਪੋਜ਼ਿਟਿਵ ਮਾਈਂਡ ਰੱਖ ਲੈਣਾ, ਇਹ ਮੈਡੀਸਨ ਹੈ ਇਟਸੈਲਫ। ਜੇ ਦੇਖਿਆ ਜਾਵੇ ਖੁਦ ਮੈਡੀਸਨ ਹੈਗੀ ਹੈ। ਅਗਰ ਜਦੋਂ ਵੀ ਤੁਹਾਨੂੰ ਕੁਛ ਵੀ ਬਿਮਾਰੀ ਪੈਂਦੀ ਹੈ,
ਨੈਚੁਰਲ ਆ, ਬੰਦਾ ਡਰ ਜਾਂਦਾ ਇੱਕਦਮ। ਕਿਉਂਕਿ ਮੇਰੇ ਹੁਣ ਫਰੈਂਡ ਹੈਗੇ ਸੀਗੇ ਵਿਚਾਰੇ ਕਾਫੀ ਸਾਲ ਹੋ ਗਏ ਡੈਥ ਹੋ ਗਈ, ਜਦੋਂ ਉਹਨੇ ਥੋੜ੍ਹਾ ਜਿਹਾ ਬਿਮਾਰ ਹੋਣਾ ਮਾੜਾ ਜਿਹਾ, ਯਾਰ ਮੈਂ ਬਚ ਜਾਵਾਂਗਾ, ਯਾਰ ਮੈਂ ਬਚ ਜਾਵਾਂਗਾ, ਉਹਦੇ ਦਿਮਾਗ 'ਚ ਇਹੀ ਹੋਣਾ ਸੀ ਕਿ ਪਤਾ ਨਹੀਂ ਹੁਣ ਮੈਂ ਚੱਲਾ ਹੀ ਆ ਬਸ। ਹਾਂਜੀ ਭਾਜੀ, ਇਹ ਇੱਦਾਂ ਦੀਆਂ ਗੱਲਾਂ ਹੋਮਿਓਪੈਥੀ ਬਹੁਤ ਇੰਪੋਰਟੈਂਟ ਆ ਸਾਡੇ ਲਈ। ਰੀਅਲੀ? ਹਾਂ, ਦੈਟਸ ਰਾਈਟ। ਸੋ ਕਈ ਕਹੇਗਾ ਨਹੀਂ ਮੈਂ ਬਚਣਾ ਨਹੀਂ ਹੈ, ਮੈਂ ਬਚ ਜਾਏਗਾ, ਕਈਆਂ ਨੇ ਕਹਿਣਾ ਕੁਛ ਹੋਇਆ ਹੀ ਨਹੀਂ, ਭਾਵੇਂ ਬਿਮਾਰੀ ਸੀਰੀਅਸ ਵੀ ਹੋਵੇ, ਉਹਨੇ ਕਹਿਣਾ ਲੈ ਕੁਛ ਨਹੀਂ ਹੈਗਾ ਤਾਂ ਹੋ ਜਾਊਗਾ ਠੀਕ। ਹਾਂਜੀ, ਸੋ ਇੱਦਾਂ ਦੀ ਜਿਹੜੀਆਂ ਗੱਲਾਂ ਅਸੀਂ ਹੋਮਿਓਪੈਥੀ ਵਿੱਚ ਜ਼ਰੂਰ ਫੜੀ ਦੀਆਂ, ਕਰਕੇ ਉਹ ਸਾਡਾ ਉਹਨਾਂ ਦਾ ਮੈਂਟਲ ਮੇਕਅਪ ਜਿਹੜਾ ਆ, ਹਾਂਜੀ, ਉਹਦਾ ਮੈਂਟਲ ਸਟੇਟ ਆ, ਉਹ ਫੜਨਾ ਬਹੁਤ ਜ਼ਰੂਰੀ ਆ। ਤੇ ਬੈਸਟ ਰਿਜ਼ਲਟ ਸਾਡੇ ਉਸ ਵੇਲੇ ਆਉਂਦੇ ਭਾਜੀ ਜਦੋਂ ਅਸੀਂ ਇੱਦਾਂ ਮੈਂਟਲ ਸਟੇਟ ਫੜ ਲਈਦਾ। ਪਰ ਜਿਹੜੇ ਸ਼ਿੰਗਲਸ ਹੈਗੇ ਨੇ, ਪਹਿਲਾਂ ਆਪਾਂ ਗੱਲ ਕਰ ਚੁੱਕੇ, ਹੁੰਦਾ ਕਿਉਂ ਹੈ? ਹਾਂਜੀ, ਸੋ ਇੱਕ ਚਿਕਨ ਪੌਕਸ ਵਾਇਰਸ ਜਿਹੜੀ ਹੁੰਦੀ ਚਿਕਨ ਪੌਕਸ, ਹਾਂਜੀ, ਉਹ ਜਦੋਂ ਬੱਚਿਆਂ ਨੂੰ ਹੁੰਦੀ ਹੈ ਨੋਰਮਲੀ। ਹੁਣ ਤਾਂ ਮੌਂਕੀ ਪੌਕਸ ਵੀ ਆ ਗਈ ਹੈ ਨਾ। ਮੌਂਕੀ ਪੌਕਸ ਵੀ ਆ ਗਿਆ, ਚਲੋ ਆਪਾਂ ਚਿਕਨ ਪੌਕਸ ਦੀ ਗੱਲ ਕਰਦੇ, ਬੱਚਿਆਂ ਨੂੰ ਆਮ ਹੋ ਜਾਂਦੀ ਹੈ। ਇਟਸ ਵਨ ਆਫ ਦ ਨੈਚੁਰਲ ਥਿੰਗਸ ਆ ਇਹ ਚਿਕਨ ਪੌਕਸ ਹੋਣੀ, ਜਦੋਂ ਉਹਨਾਂ ਫਿਰ ਤੁਹਾਡਾ ਇਮਿਊਨ ਸਿਸਟਮ ਥੋੜ੍ਹਾ ਜਿਹਾ ਸਟਰੋਂਗ ਹੋ ਜਾਂਦਾ ਐਕਚੁਅਲੀ। ਹਾਂਜੀ, ਤੇ ਕਰਕੇ ਉਹਨੂੰ ਕੋਪ ਕਰਨਾ ਪੈਂਦਾ ਵਾਇਰਸ ਨੇ, ਫਿਰ ਪਤਾ ਲੱਗ ਜਾਂਦਾ ਵੀ ਵਾਇਰਸ ਨੂੰ ਕਿੱਦਾਂ ਮੈਂ ਹੈਂਡਲ ਕਰਨਾ ਹੈ। ਹਾਂਜੀ, ਸੋ ਇਹ ਨੋਰਮਲ ਪ੍ਰੋਸੈਸ ਆ ਬੱਚਿਆਂ ਦੀ ਚਾਈਲਡਹੁੱਡ ਡਿਜ਼ੀਜ਼ਸ ਕਈ ਹੁੰਦੀਆਂ, ਅਤੇ ਉਹ ਇੱਦਾਂ ਵੀ ਵਾਇਰਸ ਜਿਹੜੀ ਉਹ ਫਿਰ ਤੁਹਾਡੇ ਨਰਵਸ ਵਿੱਚ ਰਹਿ ਜਾਂਦੀ ਆ, ਰਾਈਟ। ਅਤੇ ਉਹ ਫਿਰ ਜਦੋਂ ਤੁਹਾਨੂੰ ਕਿਤੇ ਇੱਦਾਂ ਅਪਸੈਟ ਹੁੰਦਾ ਹੈ ਅਤੇ ਤੁਹਾਡਾ ਇਮਿਊਨ ਸਿਸਟਮ ਵੀਕ ਹੋ ਜਾਂਦਾ, ਉਹ ਫਿਰ ਸ਼ਿੰਗਲਸ ਦੇ ਥਰੂ ਨਿਕਲਦੀ ਉਹ ਵਾਇਰਸ ਜਿਹੜੀ ਆ। ਹਾਂਜੀ, ਫਿਰ ਉਹਨੂੰ ਹਰਪੀਸ ਜ਼ੋਸਟਰ ਕਹਿੰਦੇ ਉਹਨੂੰ, ਅਤੇ ਉਹ ਛੋਟੇ ਛੋਟੇ ਬਰੀਕ ਜਿਹੇ ਦਾਣੇ ਜਿਹੇ ਨਿਕਲਦੇ ਆ, ਅਤੇ ਵੈਰੀ ਪੇਨਫੁਲ। ਹਾਂਜੀ, ਬਿਲਕੁਲ। ਐਨੀਵੇ ਭੈਣ ਜੀ ਤੁਸੀਂ ਕਾਲ ਕਰ ਲਿਓ, ਜਿੱਦਾਂ ਮੈਂ ਕਹਿ ਕੇ ਹਟਿਆ, ਜ਼ਰੂਰ ਕੋਈ ਨਾ ਕੋਈ ਇਲਾਜ ਹੋਏਗਾ। ਅਸੀਂ ਹੋਰ ਕਾਲ ਲੈਂਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਸਾਹਿਬ, ਸਤਿ ਸ੍ਰੀ ਅਕਾਲ। ਸਰ ਕੌਣ ਬੋਲਦੇ ਹੋ ਜੀ? ਹਾਂਜੀ, ਮੈਂ ਕੁਆਂਟਰੀ ਤੋਂ ਕ੍ਰਿਸ਼ਨਾ ਬੋਲਦੀ ਹਾਂ। ਸਰ ਕੀ ਨਾਮ ਦੱਸਿਆ? ਕ੍ਰਿਸ਼ਨਾ ਜੀ, ਬਹੁਤ ਸਵਾਗਤ ਤੁਹਾਡਾ। ਹਾਂਜੀ, ਤੁਸੀਂ ਡਾਕਟਰ ਜੀ ਨੂੰ ਪੁੱਛੋ ਕੀ ਪੁੱਛਣਾ ਚਾਹੁੰਦੇ? ਹਾਂਜੀ ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰੀ ਬੋਡੀ ਆ ਬਹੁਤ ਜਿੱਦਾਂ ਦੁਖਦੀ ਰਹਿੰਦੀ ਆ, ਮੋਰ ਬਹੁਤ ਦੁਖਦੇ ਆ, ਰਾਤ ਨੂੰ ਮੈਂ ਪੈ ਜਾਂਦੀ ਆ, ਸਵੇਰ ਨੂੰ ਉੱਠਨੇ। ਅੱਛਾ ਜੀ, ਹਾਂਜੀ, ਕਿੰਨਾ ਚਿਰ ਹੋ ਗਿਆ ਜੀ? 2 ਮਹੀਨੇ ਹੋ ਗਏ। ਅੱਛਾ, ਤੁਹਾਨੂੰ ਕੋਈ ਕੋਵਿਡ ਤਾਂ ਨਹੀਂ ਹੋਇਆ ਸੀ? ਨਹੀਂ, ਉਹ ਪਹਿਲਾਂ ਹੋਇਆ ਸੀ, ਸਾਲ ਹੋ ਗਿਆ। ਹਾਂਜੀ, ਟੀਕਾ ਤਾਂ ਨਹੀਂ ਲੱਗਿਆ ਸੀ? ਟੀਕੇ ਲੱਗੇ ਸੀਗੇ। ਹਾਂਜੀ, ਕਦੋਂ ਲੱਗੇ ਸੀ ਟੀਕੇ? ਇਹ ਸਾਲ ਹੀ ਹੋ ਗਿਆ, ਸਾਲ। ਅੱਛਾ, ਉਦੋਂ ਠੀਕ ਰਹੇ? ਉਦੋਂ ਪਹਿਲਾਂ ਠੀਕ ਰਹੀ ਆ, ਜਦ ਦਾ ਟੀਕਾ ਲੱਗਾ ਆ ਮੇਰੀ ਬੋਡੀ ਇੰਨੀ ਆ, ਰਾਤ ਨੂੰ ਮੈਂ ਪੈਂਦੀ ਆ, ਸਵੇਰ ਨੂੰ ਆਕੜ ਜਾਂਦੀ ਆ। ਹਾਂਜੀ ਸੌਰੀ, ਮੈਂ ਵਿੱਚ ਗੱਲ ਕਰਦਾ, ਮੈਂ ਇਹੀ ਗੱਲ ਕਹਿ ਕੇ ਹੁੰਦਾ ਹਮੇਸ਼ਾ ਕਿ ਡਾਕਟਰ ਜੀ ਨੂੰ ਥੋੜ੍ਹੀ ਬੜੀ ਲੰਮੀਆਂ ਗੱਲਾਂ ਕਰਦੇ ਨੇ। ਇਹਨਾਂ ਦੀ ਜਿਹੜੀ ਗੱਲ ਥੋੜ੍ਹੀ ਪੱਕਲੀ, ਮੈਂ ਤਾਂ ਹੀ ਹੱਸਿਆ, ਇਹਨਾਂ ਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਬਿਮਾਰੀ ਕੀ ਹੈਗੀ ਹੈ। ਬਿਮਾਰੀ ਕੁਛ ਨਹੀਂ ਭਾਈ ਸਾਹਿਬ, ਨਹੀਂ ਜੋ ਵੀ ਹੈ, ਜੋ ਤਕਲੀਫ ਹੈ, ਡਾਕਟਰ ਜੀ ਨੂੰ ਪਤਾ ਲੱਗ ਗਿਆ। ਜੋ ਇਹਨਾਂ ਨੇ 2-3 ਸਵਾਲ ਪੁੱਛੇ ਨਾ, ਇਹਨਾਂ ਨੇ ਤੀਰ ਮਾਰੇ, ਇੱਕ ਲੱਗ ਗਿਆ ਇਹਨਾਂ ਦਾ ਪੱਕਾ। ਹਾਂਜੀ ਭੈਣ ਜੀ, ਬਹੁਤ ਹੀ ਕੇਸ ਆਉਂਦੇ ਆ ਸਾਡੇ ਕੋਲ ਜਿਨ੍ਹਾਂ ਨੂੰ ਜਦੋਂ ਟੀਕਾ ਲਵਾਉਂਦੇ ਆ ਨਾ, ਟੀਕੇ ਨਾਲ ਉਹਨਾਂ ਦੇ ਕੋਈ ਨਾ ਕੋਈ ਹੋਰ ਪ੍ਰੋਬਲਮ ਖੜਾ ਹੋ ਜਾਂਦਾ ਹੈ। ਪਤਾ ਨਹੀਂ ਮੋਰ ਬਹੁਤ ਦੁਖਦੇ, ਡਾਕਟਰ ਬਸ ਦਿੰਦਾ ਨਹੀਂ, ਬਲੱਡ ਪ੍ਰੈਸ਼ਰ ਦੀ ਦਵਾ ਖਾਣੀ ਹੈ ਬਸ, ਸ਼ੂਗਰ ਤਾਂ ਮੈਨੂੰ ਹੈ ਨਹੀਂ, ਐਸਪਰੀਨ ਖਾਣੀ ਹੈ ਬਸ। ਹਾਂਜੀ, ਸੋ ਟੀਕਿਆਂ ਦੇ ਸਾਈਡ ਇਫੈਕਟ ਕੱਟਣ ਲਈ ਅਸੀਂ ਖਾਸ ਦਵਾਈ ਬਣਾਈ ਹੈ ਭੈਣ ਜੀ, ਤੇ ਤੁਸੀਂ ਸਾਨੂੰ ਕੰਟੈਕਟ ਕਰਿਓ, ਫਿਰ ਤੁਹਾਨੂੰ ਭੇਜ ਦੇਵਾਂਗੇ। ਹਾਂਜੀ, ਸਤਿ ਸ੍ਰੀ ਅਕਾਲ ਭਾਈ। ਥੈਂਕ ਯੂ ਭੈਣ ਜੀ, ਥੈਂਕ ਯੂ ਕਾਲ ਕਰਨ ਦਾ। ਸਤਿ ਸ੍ਰੀ ਅਕਾਲ ਭਾਈ ਸਾਹਿਬ। ਡਾਕਟਰ ਜੀ, ਜਦੋਂ ਤੁਸੀਂ ਕਰਦੇ ਨਾ ਬੜਾ ਇੰਟਰਸਟਿੰਗ ਹੁੰਦਾ, ਮੈਂ ਬੜੇ ਧਿਆਨ ਨਾਲ, ਓਨੈਸਟਲੀ ਮੈਨੂੰ ਧਿਆਨ ਨਾਲ ਸੁਣੋ, ਬਹੁਤ ਨੌਲੇਜ ਹੁੰਦੀ ਹੈ। ਤੁਹਾਡਾ ਜਿਸਮ ਹੈ, ਤੁਹਾਡੀ ਬੋਡੀ ਹੈ, ਇਹਦਾ ਖਿਆਲ ਰੱਖੋ। ਜਿੱਦਣ ਕਿ ਰੱਬ ਨੂੰ ਚੰਗਾ ਲੱਗਿਆ ਤੁਸੀਂ ਇਹਨੂੰ ਦੇਖਦੇ ਨੇ, ਉਹਨੇ ਲੈ ਜਾਣੀ ਹੈ, ਫਿਰ ਸੋਚੋ ਕਿ ਮੈਂ ਇਹ ਨਹੀਂ ਕੀਤਾ, ਮੈਂ ਉਹ ਨਹੀਂ ਕੀਤਾ। ਓਨੈਸਟਲੀ ਜਾਓ, ਕੀ ਪਤਾ ਕਦੋਂ ਲੈ ਕੇ ਜਾਣੀ ਹੈ ਉਹਨੇ। ਕਈ ਤੁਸੀਂ ਲੰਮੀ ਉਮਰ ਹੈ, ਕਿ ਛੋਟੀ ਉਮਰ ਚਲੀ ਜਾਂਦੇ ਨੇ ਭਾਜੀ। ਬੜਾ ਭਾਜੀ, ਮੈਂ ਹੁਣ ਵਾਪਸ ਉਹਦੀ ਗੱਲ ਕਰਨੀ ਚਾਹੁੰਦਾ, ਜਿਹੜੇ ਆਪਣੀ ਐਲਰਜੀ ਦੀ ਗੱਲ ਕਰਦੇ ਸੀਗੇ। ਜਦੋਂ ਔਰਤ ਪ੍ਰੈਗਨੈਂਟ ਹੁੰਦੀ ਹੈ, ਕੁਝ ਉਹਦੇ 'ਚ ਇਫੈਕਟ ਪੈਂਦਾ? ਉਹਦੇ ਡੈਫੀਨੇਟਲੀ ਇਫੈਕਟ ਪੈਂਦਾ ਭਾਜੀ, ਡੈਫੀਨੇਟਲੀ, ਕਿਉਂਕਿ ਜਦੋਂ ਪ੍ਰੈਗਨੈਂਟ ਹੁੰਦੀ ਲੇਡੀ, ਅਤੇ ਜੋ ਕੁਛ ਉਹਦੇ ਮਨ ਵਿੱਚ ਚੱਲ ਰਿਹਾ, ਉਹ ਬੱਚੇ 'ਤੇ ਇਫੈਕਟ ਪੈਂਦਾ, ਸਾਰਾ ਇਫੈਕਟ ਪੈਂਦਾ ਹੈ। ਹਾਂਜੀ, ਸੋ ਇਸੇ ਕਰਕੇ ਉਹਨਾਂ ਨੂੰ ਖੁਸ਼ ਰਹਿਣਾ ਚਾਹੀਦਾ ਪ੍ਰੈਗਨੈਂਸੀ ਵਿੱਚ, ਅਤੇ ਕੋਈ ਸਟਰੈਸ ਨਹੀਂ ਲੈਣੀ ਚਾਹੀਦੀ, ਕਿਉਂਕਿ ਜਦੋਂ ਸਟਰੈਸ ਲੈਂਦੇ ਉਹ ਬੱਚੇ 'ਤੇ ਇਫੈਕਟ ਪੈਂਦਾ ਡੈਫੀਨੇਟਲੀ। ਇਹ ਤਾਂ ਅਸੀਂ ਬਹੁਤ ਵਾਰੀ ਦੇਖ ਚੁੱਕੇ ਹਾਂ। ਹਾਂਜੀ, ਅਤੇ ਨੰਬਰ 2 ਹੈਗਾ, ਜਦੋਂ ਉਹ ਕੋਈ ਦਵਾਈਆਂ ਖਾਂਦੇ ਆ, ਐਲੋਪੈਥਿਕ ਦਵਾਈਆਂ ਖਾਂਦੇ ਆ ਪ੍ਰੈਗਨੈਂਸੀ ਵਿੱਚ, ਉਹਦਾ ਵੀ ਅਸਰ ਬੱਚੇ ਦੀ ਸਿਹਤ 'ਤੇ ਹੁੰਦਾ ਨੈਚੁਰਲੀ। ਹਾਂਜੀ, ਨੈਚੁਰਲੀ। ਸੋ ਇੱਦਾਂ ਦੀਆਂ ਚੀਜ਼ਾਂ ਬਹੁਤ ਹੀ ਇੰਪੋਰਟੈਂਟ ਆ, ਅਤੇ ਉਹਨਾਂ ਨੂੰ ਜੰਕ ਫੂਡਸ ਨਹੀਂ ਖਾਣੇ ਚਾਹੀਦੇ, ਹੈਲਥੀ ਫੂਡਸ ਖਾਣੇ ਚਾਹੀਦੇ ਉਸ ਵੇਲੇ, ਅਤੇ ਦਵਾਈਆਂ ਤੋਂ ਬਚਣਾ ਚਾਹੀਦਾ। ਹਾਂਜੀ, ਕਰਕੇ ਉਹ ਵੀ ਕੈਮੀਕਲਸ ਆ ਸਾਰੇ, ਉਹਨਾਂ 'ਤੇ ਕੋਈ ਨਾ ਕੋਈ ਇਫੈਕਟ ਹੁੰਦਾ ਹੀ ਆ। ਅਤੇ ਬਾਕੀ ਹੈਗਾ ਆ ਵੀ ਬੱਚੇ ਦੇ ਜਦੋਂ ਆਫਟਰ ਬਰਥ
ਉਹਨਾਂ ਦੇ ਟੀਕੇ ਲੱਗਣ ਲੱਗ ਪੈਂਦੇ ਆ। ਸੋ ਮੈਂ ਇਹ ਨਹੀਂ ਕਹਿੰਦਾ ਵੀ ਟੀਕਾ ਨਾ ਲਵਾਓ, ਇਹ ਮੇਰਾ ਕੰਮ ਨਹੀਂ ਹੈਗਾ ਕਹਿਣ ਦਾ, ਕਿਉਂਕਿ ਇਹ ਆਪਣੀ ਆਪਣੀ ਚੋਇਸ ਹੁੰਦੀ ਆ। ਹਾਂਜੀ, ਪਰ ਉਹਨਾਂ ਦੇ ਵਿੱਚ ਵੀ ਕੈਮੀਕਲਸ ਪਾਏ ਹੁੰਦੇ ਟੀਕੇ। ਬਿਲਕੁਲ। ਹਾਂਜੀ, ਸੋ ਕੈਮੀਕਲਸ ਜਿਹੜੇ ਆ ਉਹਨਾਂ ਦਾ ਕੋਈ ਨਾ ਕੋਈ ਅਸਰ ਹੋਣਾ ਹੀ ਹੁੰਦਾ ਬੱਚਿਆਂ। ਆਪਾਂ ਇਹ ਗੱਲ ਜਾਰੀ ਰੱਖਦੇ ਹਾਂ, ਬਹੁਤ ਇੰਪੋਰਟੈਂਟ ਆਪਾਂ ਕਾਲ ਲੈ ਲਈ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੀਤ ਕੌਰ ਬੋਲਦੀ ਹਾਂ। ਹਾਂਜੀ ਭੈਣ ਜੀ, ਸਵਾਗਤ ਕਰਦੇ ਹਾਂ। ਪੁੱਛੋ ਕੀ ਪੁੱਛਣਾ ਚਾਹੁੰਦੇ ਆ। ਮੇਰੀ ਮੰਮੀ ਨਾ 82 ਸਾਲਾਂ ਦੇ ਹੋਏ ਆ। 2 ਵੀਕਾਂ ਪਹਿਲਾਂ ਨਾ ਗੋਡਿਆਂ ਤੋਂ ਥੱਲੇ ਗੱਲਾ, ਦੋਨੇ ਪੈਰਾਂ ਤੇ ਥੋੜੇ ਲਾਲ ਸਪੌਟਸ ਜੇ ਹੋ ਗਏ ਤੇ ਥੋੜੀ ਕੁ ਖਾਜ ਵੀ ਆ, ਡਿਸਕੰਫਰਟ ਆ ਤੇ ਨਿੱਕੇ ਨਿੱਕੇ ਦਾਣੇ ਹੋ ਗਏ, ਹੋਰ ਬੋਡੀ ਤੇ ਨਹੀਂ ਹੈਗੇ ਆ। ਕੀ ਹੋ ਸਕਦਾ? ਹਾਂਜੀ ਭੈਣ ਜੀ, ਉਹਨਾਂ ਦੇ ਕੋਵਿਡ ਦਾ ਟੀਕਾ ਤਾਂ ਨਹੀਂ ਲੱਗਿਆ ਰੀਸੈਂਟਲੀ? ਨਹੀਂ, ਕੋਵਿਡ ਦਾ ਨਹੀਂ ਉਹਨਾਂ ਨੇ ਲਗਾਇਆ। ਹਾਂਜੀ, ਹੋਰ ਕੋਈ ਟੀਕਾ? ਉਹ ਕੋਈ ਟੀਕਾ ਨਹੀਂ ਲਗਾਇਆ ਹੈਗਾ। ਉਹ ਠੀਕ ਰਹਿੰਦੇ ਆ, ਕੋਈ ਟੀਕੇ ਨਹੀਂ ਲਗਾਏ ਹੈਗੇ। ਹੈਲਥ ਵੀ ਉਹਨਾਂ ਦੀ ਠੀਕ ਆ। ਏਦਾਂ ਨਿੱਕੇ ਦਾਣੇ ਆ, ਨਿੱਕੇ ਦਾਣੇ ਤੇ ਖਾਜ ਥੋੜੀ ਹੁੰਦੀ ਉੱਪਰ, ਆਹੀ ਆ ਕੱਲਾ। ਅੱਛਾ, ਕਿਸੇ ਗੱਲ ਤੋਂ ਅਪਸੈਟ ਤਾਂ ਨਹੀਂ ਹੋਏ ਸੀ? ਨਹੀਂ, ਅਪਸੈਟ ਨਹੀਂ ਹੈਗੇ ਉਹ। ਅੱਛਾ ਜੀ। ਹਾਂਜੀ, ਤੇ ਕੋਈ ਨਵੀਂ ਦਵਾਈ ਤਾਂ ਨਹੀਂ ਸ਼ੁਰੂ ਕੀਤੀ ਸੀ? ਦਵਾਈ ਵੀ ਨਹੀਂ ਕੀਤੀ ਕਿਉਂਕਿ ਉਹ ਠੀਕ ਰਹਿੰਦੇ। ਉਹ ਦਵਾਈ ਵਿੰਟਰ ਵਿੱਚ ਥੋੜਾ ਕੋਥਰਾਈਟਿਸ ਫੀਲ ਹੁੰਦਾ। ਬਾਕੀ ਹੁਣ ਤਾਂ ਸਮਰ ਆ, ਕੋਈ ਦਵਾਈ ਨਹੀਂ ਖਾਂਦੇ, ਨਵੀਂ ਟੀਕਾ ਨਹੀਂ ਲੱਗਿਆ, ਸਟ੍ਰੈਸ ਨਹੀਂ ਹੈ, ਏਦਾਂ ਹੀ ਕੱਲਾ ਸ਼ੁਰੂ ਹੋ ਗਿਆ। ਉਹ ਦਿਸਦੇ ਆ ਕਾਫੀ ਨਿੱਕੇ ਲਾਲ ਦਾਣੇ। ਹਾਂਜੀ, ਚਲੋ ਠੀਕ ਹੈ, ਇੱਦਾਂ ਕਰਿਓ ਤੁਸੀਂ ਉਹ ਫੋਟੋ ਖਿੱਚ ਕੇ ਮੈਨੂੰ ਭੇਜ ਦਿਓ। ਹਾਂਜੀ, ਤੇ ਫਿਰ ਮੈਂ ਦੇਖ ਕੇ ਤੁਹਾਨੂੰ ਦੱਸੂਗਾ। ਹਾਂਜੀ, ਵੀਡੀਓ ਭੇਜ ਦਾਂਗੇ, ਉਹ ਬਣਾਈ ਹੋਈ ਆ। ਠੀਕ ਹੈ। ਹਾਂਜੀ, ਥੈਂਕ ਯੂ ਭਾਜੀ, ਥੈਂਕ ਯੂ ਸਾਡੇ ਕਾਲ ਕਰਨ ਦਾ। ਮੈਂ ਫਿਰ ਰਿਪੀਟ ਕਰਦਾ, ਜਿਹੜਾ ਨੰਬਰ ਸਾਡੇ ਕਾਲ ਸੈਂਟਰ ਤੋਂ ਲੈ ਕੇ ਡਾਕਟਰ ਜੀ ਨੂੰ ਭੇਜ ਦਿਓ, ਚਾਹੇ ਫੋਟੋ ਜਾਂ ਵੀਡੀਓ ਹੈਗੀ ਹੈ, ਤੇ ਉਹ ਡੈਫੀਨੇਟਲੀ ਦੇਖ ਕੇ ਤੁਹਾਨੂੰ ਕੰਸਲਟ ਤੁਹਾਡੇ ਨਾਲ ਕਰਨਗੇ, ਕੰਸਲਟੇਸ਼ਨ ਵਗੈਰਾ, ਤੇ ਕੋਈ ਨਾ ਕੋਈ ਇਲਾਜ ਦੱਸਣਗੇ। ਕਿਉਂਕਿ ਹਮੇਸ਼ਾ ਮੈਂ ਇਹੀ ਲਫ਼ਜ਼ ਕਹਿੰਦਾ, ਜਦੋਂ ਵੀ ਤੁਸੀਂ ਕਾਲ ਕਰਦੇ ਹੋ, ਬੜੇ ਜਿਹਨੇ ਸਵਾਲ ਪੁੱਛ ਸਕਦੇ ਹੋ ਪੁੱਛ ਲੈਂਦੇ, ਪਰ ਜਿਹੜੇ ਮੇਨ ਹੁੰਦੇ ਉਹਨਾਂ ਇਹ ਗੱਲਾਂ ਨਹੀਂ ਕਰ ਸਕਦੇ ਉਹਦੇ ਬਾਰੇ, ਉਹ ਪਰਸਨਲੀ 1 to 1 ਗੱਲ ਹੁੰਦੀ ਹੈ ਜੀ। ਡਾਕਟਰ ਜੀ, ਹੁਣ ਅਸੀਂ ਨਾ ਬੜਾ ਇੰਪੋਰਟੈਂਟ ਹੈਗਾ, ਜਦੋਂ ਵੀ ਕੋਈ ਔਰਤ ਪ੍ਰੈਗਨੈਂਟ ਹੁੰਦੀ ਹੈ, ਉਹਦਾ ਫੈਮਿਲੀ ਦਾ ਹਮੇਸ਼ਾ ਪਹਿਲਾਂ ਤਾਂ ਉਹਨਾਂ ਦਾ ਫਰਜ਼ ਬਣਦਾ ਕਿ ਕਿਸੇ ਤਰੀਕੇ ਦੀ ਜਿਹੜੀ ਗੱਲ, ਚਲੋ 8-9 ਮਹੀਨਿਆਂ ਦੀ ਗੱਲ ਹੁੰਦੀ ਹੈ, ਤੁਸੀਂ ਰੁਕ ਜਾਓ ਥੋੜ੍ਹਾ ਜਿਹਾ, ਕਿਉਂਕਿ ਉਹ ਸਿਰਫ ਜਿਹੜੀ ਔਰਤ ਹੁੰਦੀ ਉਹਦੇ ਬੱਚੇ ਨੂੰ, ਜਿਹਨੇ ਹਾਲੀ ਸਾਰੀ ਜ਼ਿੰਦਗੀ ਦੇਖਣੀ ਹੈ, ਉਹਨੂੰ ਇਫੈਕਟ ਪੈਂਦਾ ਉਹਦਾ। ਹਾਂਜੀ, ਦੈਟਸ ਰਾਈਟ, ਇਫੈਕਟ ਪੈਂਦਾ ਹੈ ਡੈਫੀਨਿਟਲੀ। ਬੜਾ ਜ਼ਰੂਰ, ਮੈਂ ਬੜਾ ਜ਼ਬਰਦਸਤ ਬੰਦਾ ਕਹਿੰਦਾ ਨਹੀਂ ਮੈਂ ਗੱਲ ਕਰਨੀ, ਮੈਂ ਤਾਂ ਅੱਜ ਹੀ ਕਰਨੀ ਹੈ। ਹਾਂਜੀ, ਦੈਟਸ ਰਾਈਟ। ਇਹ ਦੇਖਣਾ ਚਾਹੀਦਾ ਵੀ ਉਹਦਾ ਕੀ ਸਟੇਟ ਹੈ, ਰਿਸਕ ਕੀ ਹੈਗਾ, ਰਿਸਕ ਕੀ ਆ। ਤੇ ਬਹੁਤ ਘਰਾਂ ਵਿੱਚ ਤੁਹਾਨੂੰ ਪਤਾ ਵੀ ਸਾਡੇ ਕਲਚਰ ਵਿੱਚ ਆਮ ਆ ਵੀ ਨੂੰਹ ਸੱਸ ਦੀ ਕਈ ਵਾਰੀ ਨਹੀਂ ਬਣਦੀ ਹੈਗੀ, ਤੇ ਇੱਥੇ ਉਹ ਹੁਣ ਸੱਸ ਨੂੰ ਵੀ ਸਮਝਣਾ ਚਾਹੀਦਾ ਵੀ ਇਸ ਵੇਲੇ ਪ੍ਰੈਗਨੈਂਟ ਆ, ਵੀ ਇਹ ਸਾਡਾ ਹੀ ਬੱਚਾ ਗਾਹਾਂ ਹੋਣਾ ਆ। ਬਿਲਕੁਲ। ਵੀ ਉਹ 'ਤੇ ਬੁਰਾ ਅਸਰ ਹੋਊਗਾ। ਸੋ ਉੱਥੇ ਉਹਨਾਂ ਨੂੰ ਰੁਕ ਜਾਣਾ ਚਾਹੀਦਾ, ਆਰਗੂਮੈਂਟਸ ਵਗੈਰਾ ਨਹੀਂ ਕਰਨੀਆਂ ਚਾਹੀਦੀਆਂ ਉਸ ਵੇਲੇ। ਹਾਂਜੀ, ਤੇ ਕਈਆਂ ਦੇ ਇੱਦਾਂ ਮਾਹੌਲ ਬਣ ਜਾਂਦੇ ਵੀ ਉਹਨਾਂ ਦਾ ਆਪਸ ਵਿੱਚ ਹੀ ਲੜਾਈ ਹੁੰਦੀ ਰਹਿੰਦੀ ਹੈ, ਤੇ ਐਟਲੀਸਟ ਉਹ ਪ੍ਰੈਗਨੈਂਸੀ ਵਿੱਚ ਤਾਂ ਨਹੀਂ ਟਾਈਮ 'ਤੇ ਇੱਦਾਂ ਦੀ ਗੱਲ ਹੋਣੀ ਚਾਹੀਦੀ। ਪਰ ਭਾਜੀ, ਜਦੋਂ ਇਨਸਾਨ ਨੂੰ ਗੁੱਸਾ ਹੁੰਦਾ ਨਹੀਂ ਦੇਖਦਾ, ਬੜੀ ਵੱਡੀ ਗੱਲ ਹੈ। ਅਗਰ ਤੁਸੀਂ ਡੂੰਘੀ ਗੱਲ ਦੇਖਦੇ ਹੋ, ਇੱਕ ਬੱਚਾ ਹੋਣਾ ਜਾਂ ਲੜਕੀ ਹੋਣੀ ਜਾਂ ਲੜਕਾ ਹੋਣਾ, ਜੇ ਲੜਕਾ ਤੇ ਉਹਨੇ ਤੁਹਾਡਾ ਖਾਨਦਾਨ ਦਾ ਨਾਮ, ਤੁਹਾਡੀ ਲੈਗੇਸੀ ਉਹਨੇ ਅੱਗੇ ਲੈ ਕੇ ਜਾਣੀ ਹੈ। ਹਾਂਜੀ, ਦੱਸ ਰਹੇ ਆਪਣੇ ਤਾਂ ਹੁੰਦਾ ਨਾ ਕਿ ਜੇ ਇੱਦਾਂ ਹੋ ਜਾਵੇ, ਲੜਕੀ ਦਾ ਕਿਤੇ ਵਿਆਹ ਹੋ ਜਾਂਦਾ ਤੇ ਉਹ ਜਿਹੜੀ ਲੈਗੇਸੀ ਟੁੱਟ ਜਾਂਦੀ ਹੈ, ਉੱਥੇ ਖਤਮ ਹੋ ਜਾਂਦੀ ਹੈ। ਦਿਸ ਇਜ਼ ਆ ਕਲਚਰ ਹੈਗਾ, ਇਹ ਸਾਡੇ ਕਲਚਰ ਤਾਂ ਹੈਗਾ, ਕਲਚਰ 'ਚ ਹੈਗਾ। ਜੋ ਵੀ ਹੈ ਰੱਬ ਦੀ ਮਿਹਰ ਹੈਗੀ ਹੈ, ਦੋਨਾਂ ਨੂੰ ਰੱਬ ਸੁੱਖ ਰੱਖੇ, ਲੜਕੀ ਹੋਵੇ ਜਾਂ ਲੜਕਾ ਹੋਵੇ, ਲੇਕਿਨ ਦੋਨਾਂ ਨੂੰ ਇਕੁਅਲ ਪਿਆਰ ਕਰੋ, ਦੋਨਾਂ ਨੂੰ ਕਰੋ। ਪਹਿਲਾਂ ਤੋਂ ਪਹਿਲਾਂ ਉਹਦੀ ਮਾਂ ਨੂੰ ਕਰੋ, ਜੋ ਕਿ ਇੱਕ ਚਿਰਾਗ ਤੁਹਾਡੇ ਘਰ 'ਚ ਲੈ ਕੇ ਆ ਰਹੀ ਹੈ, ਤੁਹਾਡਾ ਖਾਨਦਾਨ ਅੱਗੇ ਲੈ ਕੇ ਜਾ ਰਹੀ ਹੈ। ਦੈਟਸ ਰਾਈਟ। ਤੇ ਅੱਜ ਕੱਲ੍ਹ ਤਾਂ ਹੁਣ ਫਰਕ ਕਰਨਾ ਨਹੀਂ ਚਾਹੀਦਾ ਬੱਚਿਆਂ ਤੇ ਬੱਚਿਆਂ ਵਿੱਚ। ਬਿਲਕੁਲ ਭਾਜੀ, ਬਿਲਕੁਲ। ਮੁੰਡਾ ਹੋਵੇ ਕੁੜੀ ਹੋਵੇ, ਉਹਦਾ ਕੋਈ ਫਰਕ ਨਹੀਂ ਅੱਜ ਕੱਲ੍ਹ ਹੈਗਾ ਜੀ, ਕਰਕੇ ਉਹਨਾਂ ਨੂੰ ਇਕੁਅਲ ਓਪਰਚੁਨਿਟੀਜ਼ ਮਿਲਦੀਆਂ ਅੱਜ ਕੱਲ੍ਹ, ਤੇ ਸਾਰੇ ਤਰੱਕੀ ਕਰਦੇ ਆ। ਤੁਹਾਨੂੰ ਪਤਾ ਅੱਜ ਕੱਲ੍ਹ ਲੜਕੀਆਂ ਵੀ ਬਹੁਤ ਵਧੀਆ ਜੋਬਸ ਕਰਦੀਆਂ, ਪੜ੍ਹ ਲਿਖ ਜਾਂਦੀਆਂ। ਪਰ ਜੀ ਲੜਕੀਆਂ ਪਿਓ ਨੂੰ ਜ਼ਿਆਦਾ ਪਿਆਰ ਮੁਹੱਬਤ ਕਰਦੀਆਂ ਲੜਕਿਆਂ ਨਾਲੋਂ। ਦੈਟਸ ਰਾਈਟ, ਮੋਰ ਇਫੈਕਟ ਹੈਗਾ। ਚਾਹੇ ਲੜਕੇ ਸੁਣਦੇ ਹੋ ਗੁੱਸਾ ਕਰੇ ਮੇਰਾ, ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਕਰਦੇ, ਸਭ ਕਰਦੇ ਜਿੰਨਾ ਕਰਨਾ, ਪਰ ਲੜਕੀਆਂ ਦਾ ਪਿਆਰ ਕੁਝ ਹੋਰ ਨੈਚੁਰਲੀ ਹੁੰਦਾ। ਫੀਮੇਲਸ ਜਿਹੜੀਆਂ ਜ਼ਿਆਦਾ ਅਫੈਕਸ਼ਨੇਟ ਹੁੰਦੀਆਂ। ਹਾਂਜੀ, ਦੈਟਸ ਰਾਈਟ। ਚਲੋ ਡਾਕਟਰ ਜੀ, ਦੀ ਗੱਲ ਕਰੀਏ। ਡਾਕਟਰ, ਮੈਂ ਥੋੜੀ ਐਲਰਜੀ ਦੀ ਵੀ ਗੱਲ ਕਰਦਾ। ਥੋੜੀ ਇੱਕੋ ਜਿਹੜੀ ਬੰਦਿਆਂ ਨੂੰ ਸਕਿਨ ਦੀ ਪ੍ਰੋਬਲਮ ਹੋ ਜਾਂਦੀ ਹੈ, ਕਈਆਂ ਦੇ ਬੱਚਿਆਂ ਨੂੰ ਹੁੰਦੇ ਨਾ, ਐਗਜ਼ੀਮਾ ਵਗੈਰਾ ਹੁੰਦਾ, ਬਹੁਤ ਹੁੰਦਾ ਜੀ। ਹਾਂ, ਕਈਆਂ ਬੱਚਿਆਂ ਦੇ ਸਿਰ 'ਚ ਵੀ ਹੋ ਜਾਂਦਾ। ਉਹ ਕਾਫੀ, ਉਹ ਕਿਉਂ ਇੰਨਾ ਕਿਉਂ ਸੀਰੀਅਸ ਹੋ ਜਾਂਦਾ? ਹਾਂਜੀ, ਕਿਤੇ ਵੀ ਹੋ ਸਕਦਾ ਜੀ,
ਐਕਸਮਾ ਜਿਹੜਾ ਹਾਂਜੀ ਨੋਰਮਲੀ ਜਿੱਦਾਂ ਮੈਂ ਕਿਹਾ ਵੀ ਜਿੱਥੇ ਫੋਲਡਸ ਆਫ ਦ ਸਕਿਨ ਹੁੰਦੇ ਆ ਨੈਕ ਦੇ ਦੁਆਲੇ ਹਾਂਜੀ ਜਾਂ ਬਾਹਾਂ ਦੇ ਕੂਣੀਆਂ ਦੇ ਅੰਦਰਲੇ ਪਾਸੇ ਗੋਡਿਆਂ ਦੇ ਪਿੱਛੇ ਇਹ ਆਮ ਸਾਈਟਸ ਹੁੰਦੀਆਂ ਪਰ ਹੋਰ ਕਿਤੇ ਵੀ ਹੋ ਸਕਦੇ ਪੈਚਿਸ ਹਾਂਜੀ ਸੋ ਸਿਰ ਵਿੱਚ ਵੀ ਪੈਚ ਹੋ ਸਕਦੇ ਪਰ ਭਾਜੀ ਦੈਟਸ ਜ਼ਿਆਦਾ ਖਰਾਬ ਹੈ ਬਿਕੋਜ਼ ਜੇ ਉਹ ਹੈਗਾ ਕੁਝ ਵਾਲਾਂ ਦੀ ਗਰੋਥ ਨੂੰ ਫਰਕ ਪੈ ਸਕਦਾ ਹਾਂਜੀ ਇੱਦਾਂ ਹੈਗਾ ਭਈ ਉਹ ਜੇ ਤਾਂ ਹੁਣ ਉਹ ਵਾਲਾਂ ਨੂੰ ਉੱਥੇ ਖੁਰਕ ਕਰੀ ਜਾਂਦੇ ਹਨ ਉਹ ਫਿਰ ਜਿਹੜੇ ਰੂਟਸ ਹੁੰਦੇ ਨਿਕਲ ਜਾਂਦੇ ਜੇ ਰੂਟਸ ਮੁੜ ਕੇ ਆਉਣੇ ਨਹੀਂਗੇ ਹਾਂਜੀ ਸੋ ਇੱਥੇ ਬਹੁਤ ਇੰਪੋਰਟੈਂਟ ਆ ਭਈ ਉਹਨਾਂ ਦੇ ਜ਼ਿਆਦਾ ਖਾਜ ਕਰਨ ਦੇ ਨਾਲ ਉਹ ਆਪਣਾ ਛਿੱਲ ਨਾ ਦੇਣ ਵੈਰੀ ਇੰਪੋਰਟੈਂਟ ਨਹੀਂ ਤਾਂ ਵਾਲ ਜਾਂਦੇ ਲੱਗਦੇ ਆ ਭਾਜੀ ਐਲਰਜੀ ਦਾ ਹੁਣ ਇਹ ਜ਼ਿਆਦਾ ਤੇ ਤਕਲੀਫ ਮਤਲਬ ਜੋ ਆਪਣਾ ਫੂਡ ਗਰੋਥ ਹੈਗੀ ਹੈ ਉਹਦੇ 'ਚ ਹੀ ਮਿਲਾਵਟ ਕਰਕੇ ਜ਼ਿਆਦਾ ਪਹਿਲਾਂ ਕਾਲ ਲੈ ਲੈਣ ਫਿਰ ਗੱਲ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਬੋਲਦੇ ਹੋ ਜੀ ਕਿੱਥੋਂ ਮੈਂ ਗੁਰਚਰਨ ਬੋਲਦੀ ਹਾਂ ਸੈਵਨ ਤੋਂ ਡਾਬੀ ਤੋਂ ਹਾਂਜੀ ਮੈਂ ਨਾ ਡਾਕਟਰ ਸਾਹਿਬ ਨੂੰ ਪੁੱਛਣਾ ਹੈ ਕੁਛ ਹਾਂਜੀ ਪੁੱਛੋ ਬੋਲੋ ਡਾਕਟਰ ਜੀ ਸੁਣ ਰਹੇ ਮੇਰੇ ਨਾ ਜਿਹੜਾ ਲੈਫਟ ਮੈਂ ਕੀਤਾ ਵੋਲੀਅਮ ਵੀ ਥੱਲੇ ਨਹੀਂ ਜਾ ਰਿਹਾ ਮੇਰੇ ਖੱਬੇ ਪਾਸੇ ਦੇ ਪੈਰ ਦੀ ਨਾ ਨਾੜਾਂ ਦੇ ਵਿੱਚ ਬਹੁਤ ਦਰਦ ਹੁੰਦੀ ਹੈ ਉਹ ਜਦੋਂ ਤੁਰਦੀ ਹੈ ਤਾਂ ਕੜਕ ਆ ਜਾਂਦੀ ਪਰ ਉਹਨਾਂ ਨੇ ਡਾਕਟਰ ਸਾਹਿਬ ਨੇ ਐਕਸਰੇ ਕਰਾਏ ਸੀ ਭਾਜੀ ਸੌਰੀ ਮੈਨੂੰ ਲੱਗਦਾ ਤੁਸੀਂ ਟੀਵੀ ਰੂਮ 'ਚ ਹੈਗੇ ਤੁਹਾਡੀ ਆਵਾਜ਼ ਬਹੁਤ ਆ ਰਹੀ ਹੈ ਜ਼ਰਾ ਬਾਹਰ ਆ ਕੇ ਗੱਲ ਕਰੋ ਜਾਂ ਟੀਵੀ ਬੰਦ ਕਰ ਦਿਓ ਪਲੀਜ਼ ਬੰਦ ਕਰ ਦਾਂ ਹਾਂ ਬਿਲਕੁਲ ਬੰਦ ਕਰੋ ਕਿਉਂਕਿ ਬੜੀ ਉਹਦੀ ਆਵਾਜ਼ ਕਲੀਅਰ ਨਹੀਂ ਆਉਂਦੀ ਤੁਹਾਡੀ ਸਮਝ ਨਹੀਂ ਪੈ ਰਹੀ ਅੱਛਾ ਹੁਣ ਕਰਤਾ ਹਾਂਜੀ ਚਲੋ ਹੁਣ ਗੱਲ ਕਰੋ ਵਾਪਸ ਕਰੋ ਹਾਂਜੀ ਉਹ ਮੇਰੇ ਨਾਲ ਲੈਫਟ ਵਾਲਾ ਅੱਡੀ ਦੇ ਕੋਲ ਜਦੋਂ ਮੈਂ ਖੜੀ ਹੁੰਦੀ ਤੁਰਦੀ ਹਾਂ ਕੜਕ ਆ ਜਾਂਦੀ ਤੇ ਪੇਨ ਬਹੁਤ ਜ਼ਿਆਦਾ ਆ ਦੁਖਦੀ ਆ ਐਕਸਰੇ ਕਰਾਏ ਉਹ ਕਹਿੰਦੇ ਆਰਥਰਾਈਟਿਸ ਆ ਪਰ ਮੈਂ ਇੰਨੀਆਂ ਗੋਲੀਆਂ ਖਾ ਲਿਆ ਮੈਨੂੰ ਆਰਾਮ ਹੀ ਨਹੀਂ ਆ ਰਿਹਾ ਹਾਂਜੀ ਭੈਣ ਜੀ ਅੱਡੀ ਵਿੱਚ ਦਰਦ ਪੈਂਦਾ ਜਾਂ ਕਿ ਗਿੱਟੇ ਵਿੱਚ ਹਾਂਜੀ ਗਿੱਟੇ ਵਿੱਚ ਪੈਂਦਾ ਦਰਦ ਜਾਂ ਕਿ ਅੱਡੀ ਦੇ ਵਿੱਚ ਗਿੱਟੇ 'ਚ ਪੈਂਦਾ ਤੇ ਥੱਲੇ ਪੂਰੇ ਪੰਜੇ 'ਚ ਵੀ ਪੈਂਦਾ ਥੱਲੇ ਪੂਰੇ ਪੈਰ 'ਚ ਵੀ ਪੈਰ ਤੇ ਭਾਰ ਜੋੜ ਨਹੀਂ ਆਉਂਦਾ ਤੇ ਸੁਰ ਨਹੀਂ ਆਉਂਦੇ ਹਾਂਜੀ ਫਿਰ ਉਹ ਗਿੱਟੇ ਜੋੜ ਦੇ ਵਿੱਚ ਆਰਥਰਾਈਟਿਸ ਆ ਗਈ ਸੋਜ ਪੈ ਗਈ ਹਾਂਜੀ ਉਹੀ ਕਹਿੰਦੇ ਆ ਕਿ ਆਰਥਰਾਈਟਿਸ ਆ ਤੇ ਇਹਦਾ ਕੋਈ ਹੈ ਹੀ ਨਹੀਂ ਮੈਨੂੰ ਗੋਲੀਆਂ ਤਾਂ ਉਹਨਾਂ ਨੇ ਦਿੱਤੀਆਂ ਕੋਡੋਡੀਨ ਵੀ ਦਿੱਤੀ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਖਾ ਕੇ ਪੇਨ ਕਿਲਰ ਦੇ ਨਾਲ ਕੋਈ ਬੜਾ ਫਰਕ ਨਹੀਂ ਪੈਣਾ ਹੈਗਾ ਹਾਂਜੀ ਇਹਦੇ ਕੁਝ ਸਪਲੀਮੈਂਟਸ ਹੈਗੇ ਅਸੀਂ ਦੇ ਸਕਦੇ ਤੁਹਾਨੂੰ ਉਹਦਾ ਇਲਾਜ ਹੋ ਜਾਊਗਾ ਜੀ ਓਕੇ ਫਿਰ ਠੀਕ ਹੈ ਜੀ ਹਾਂਜੀ ਤੇ ਇਹਦਾ ਤੁਹਾਡਾ ਫਿਰ ਫੋਨ ਨੰਬਰ ਤੁਸੀਂ ਭਾਜੀ ਮੈਂ ਹੁਣੇ ਕਹਿ ਕੇ ਹਟਿਆ ਬਾਰ-ਬਾਰ ਮੈਂ ਫਿਰ ਰਿਪੀਟ ਕਰਦਾ ਵਾਪਸ ਕਾਲ ਕਰਕੇ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਲਓ ਸਪੈਸ਼ਲ ਨੰਬਰ ਹੈ ਡਾਕਟਰ ਦਾ ਉਹ ਤੁਹਾਨੂੰ ਨੰਬਰ ਦੇਣਗੇ ਮੰਡੇ ਵੈਂਸਡੇ ਫਰਾਈਡੇ 10 ਤੋਂ 11 ਕਾਲ ਕਰਿਓ ਓਕੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਚਲੋ ਜੀ ਥੈਂਕ ਯੂ ਬਹੁਤ ਮਿਹਰਬਾਨੀ ਭਾਜੀ ਇਹਦਾ ਦੇਖੋ ਜਦੋਂ ਹੁੰਦੀ ਹੈ ਜਦ ਪੇਨ ਕਿਲਰ ਖਾਈ ਜਾਣਾ ਚਾਹੀਦਾ ਉਹ ਤਾਂ ਟੈਂਪਰੇਰੀ ਇਲਾਜ ਹੈਗਾ ਟੈਂਪਰੇਰੀ 2-3 ਘੰਟੇ ਪੇਨ ਕਿਲਰ ਮਾੜੇ ਉਹ ਪੇਨ ਦਵਾ ਦੇਗਾ ਤੇ ਮੁੜ ਕੇ ਫਿਰ ਉੱਥੇ ਗੱਲ ਆ ਜਾਂਦੀ ਹੈ ਉਹ ਬਿਮਾਰੀ ਜਿਹੜੀ ਅੰਦਰੋਂ ਅੰਦਰ ਵੱਧਦੀ ਰਹਿੰਦੀ ਮੀਨਵਾਈਲ ਹਾਂਜੀ ਸੋ ਦਿਸ ਇਜ਼ ਬਿਗ ਪ੍ਰੋਬਲਮ ਐਂਟੀ ਇਨਫਲੈਮੇਟਰੀਸ ਵੀ ਦਿੰਦੇ ਨੇ ਪ੍ਰੋਕਸਨ ਵਗੈਰਾ ਤੇ ਉਹ ਵੀ ਜਿੰਨੇ ਘੰਟੇ ਉਹਦਾ ਹੁੰਦਾ ਅਸਰ 4-5 ਘੰਟੇ ਹੁੰਦਾ ਤੇ ਪੇਨ ਘਟ ਜਾਏਗਾ ਤੁਸੀਂ ਬੰਦ ਕਰ ਦਿਓ ਫਿਰ ਮੁੜ ਕੇ ਉੱਥੇ ਗੱਲ ਆ ਜਾਂਦੀ ਭਾਜੀ ਕਾਮਨ ਅੱਜ ਗੱਲਾਂ ਜਿਹੜੇ ਕਾਲ ਹੈ ਮੈਂ ਉਹਦੇ ਐਕਸੀਬਿਸ਼ਨ ਸਮਰਾਈਜ਼ ਕਰਦਾ ਉਹਨਾਂ ਦੇ ਬਾਰੇ ਵਾਪਸ ਥੋੜਾ ਸਕਿਨ ਦੀ ਪ੍ਰੋਬਲਮ ਆਈ ਸ਼ਿੰਗਲ ਦੀ ਆਈ ਬੋਡੀ ਪੇਨ ਦੀ ਆਈ ਆਰਥਰਾਈਟਿਸ ਦੀ ਆਈ ਇਹ ਹੁਣ ਜਿੱਦਾਂ ਇੱਕ ਡਾਇਬੀਟੀਜ਼ ਹੋਈ ਇਹ ਕਾਮਨ ਹੋ ਗਈ ਸਾਰਿਆਂ ਦੇ ਵਿੱਚ ਇਹ ਵੀ ਬੜੀ ਕਾਮਨ ਬਿਮਾਰੀਆਂ 3-4 ਜਿਹੜੀਆਂ ਹੈਗੀਆਂ ਸ਼ਿੰਗਲਸ ਹੋ ਜਾਂਦੀ ਹੈ ਇਹ ਚਲੋ ਘੱਟ ਹੈਗੀ ਹੈ ਘੱਟ ਹੁੰਦੀ ਹੈ ਸਕਿਨ ਦੇ ਲੈ ਲਓ ਤੁਸੀਂ ਬੋਡੀ ਪੇਨ ਦੇ ਲੈ ਲਓ ਬਹੁਤ ਤੇ ਇਹਦਾ ਦਾ ਜਿਹੜਾ ਹੁਣ ਆਰਥਰਾਈਟਿਸ ਦੀ ਗੱਲ ਕਰਦੇ ਆਰਥਰਾਈਟਿਸ ਤਾਂ ਆਮ ਹੀ ਹੈ ਤੁਹਾਨੂੰ ਪਤਾ ਇਸ ਮੁਲਕ ਵਿੱਚ ਵੈਰੀ ਵੈਰੀ ਫ੍ਰੀਕੁਐਂਟ ਹਾਂਜੀ ਤੇ ਜਿੱਦਾਂ ਤੁਸੀਂ ਕਹਿੰਦੇ 1 in 3 ਬੱਚਿਆਂ ਨੂੰ ਐਲਰਜੀਸ ਆ ਮੇਰੇ ਖਿਆਲ 1 in 3 ਤੋਂ ਵੀ ਜ਼ਿਆਦਾ ਹੀ ਹੁਣ ਆਰਥਰਾਈਟਿਸ ਓਲਡ ਏਜ ਵਿੱਚ ਲੋਕਾਂ ਨੂੰ ਹੋਇਆ ਪਰ ਜੀ ਜਿਹੜਾ ਫਿਗਰ ਹੁੰਦਾ 100% ਰਾਈਟ ਨਹੀਂ ਹੁੰਦਾ 1 3 ਬੇਬੀ 2 ਅਪਰੋਕਸੀਮੇਟਲੀ ਦੇ ਦਿੰਦੇ ਨੇ ਐਵਰੇਜ ਕਰਕੇ ਦੇ ਦਿੰਦੇ ਨੇ ਪਰ ਇਵਨ 1 and 3 ਰਾਈਟ ਵੀ ਫਿਗਰ ਹੋਵੇ ਵਰਿੰਗ ਫਿਗਰ ਹੈਗਾ ਬਹੁਤ ਇਸ ਟੂ ਮੱਚ ਤੇ 3 ਬੱਚਿਆਂ ਚੋਂ ਹਾਂਜੀ ਇੱਕ ਨੂੰ ਐਲਰਜੀ ਹੈ ਦੈਟਸ ਟੂ ਮੱਚ ਪਰ ਜੀ ਉਹਦਾ ਜਿਹੜੇ ਯੰਗ ਮਾਪਿਓ ਹੈਗੇ ਅੱਜ ਕੱਲ੍ਹ ਮੈਂ ਕੰਪਲੀਮੈਂਟ ਦਿੰਦਾ ਤੁਹਾਨੂੰ ਦੱਸ ਦਿੰਦਾ ਕਿ ਬੜੇ ਬੱਚਿਆਂ ਨੂੰ ਲੁੱਕ ਆਫਟਰ ਕਰਦੇ ਹੋ ਪਰ ਕਈ ਨਾ ਕਈ ਚੀਜ਼ਾਂ ਦੇ ਵਿੱਚ ਬਿਕੋਜ਼ ਤੁਹਾਡਾ ਲਾਈਫ ਬੜੀ ਚੈਲੰਜਿੰਗ ਹੈਗੀ ਆ ਤੁਸੀਂ ਬੜੇ ਰਿਸਪੌਂਸੀਬਲ ਕੋਈ ਅੱਛੇ ਜੌਬ ਹੋਲਡ ਕਰਦੇ ਹੋ ਬੜੇ ਡਿਮਾਂਡਿੰਗ ਜੌਬ ਹੁੰਦੇ ਨੇ ਫਿਰ ਵੀ ਕੋਸ਼ਿਸ਼ ਕਰੋ ਕਿ ਬੱਚਾ ਨੈਗਲੈਕਟ ਨਾ ਹੋਵੇ ਕਿਉਂਕਿ ਜਿਹੜਾ ਪਹਿਲੇ ਮਹੀਨੇ ਥੋੜ੍ਹੇ ਹੁੰਦੇ ਨਾ ਉਹਦੇ 'ਚ ਬੌਂਡਿੰਗ ਬੜੀ ਹੁੰਦੀ ਮਾਂ ਪਿਓ ਦੇ ਨਾਲ ਹਾਂਜੀ ਬੌਂਡਿੰਗ ਵੀ ਹੁੰਦੀ ਆ ਤੇ ਤੁਹਾਡਾ ਪਿਆਰ ਮੁਹੱਬਤ ਵੱਧਦਾ ਉਸ ਵੇਲੇ ਤੇ ਪਰ ਫੂਡਸ ਜਿਹੜੇ ਬੜੇ ਇੰਪੋਰਟੈਂਟ ਆ ਹੁਣ ਆਮ ਲੋਕੀ ਕੀ ਕਰਦੇ ਆ ਉਹ ਦੁੱਧ ਮਿਕਸ ਕਰਦੇ ਆ ਤੇ ਮਾਈਕ੍ਰੋਵੇਵ ਵਿੱਚ ਪਾ ਕੇ ਗਰਮ ਕਰਕੇ ਬੱਚੇ ਨੂੰ ਦੇ ਦਿੰਦੇ ਆ ਮਾਈਕ੍ਰੋਵੇਵ ਜਿਹੜਾ ਉਹ ਬਿਮਾਰੀ ਦਾ ਘਰ ਆ ਐਕਚੁਅਲੀ ਬਿਲਕੁਲ ਦੈਟਸ ਰਾਈਟ ਸੋ ਯੂ ਸ਼ੁਡ ਅਵੋਇਡ ਥੀਸ ਥਿੰਗਸ ਤੇ ਫਿਰ ਬੱਚੇ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਆ ਤੇ ਫਿਰ ਉਹ ਫਰੀਜ਼ਰ 'ਚੋਂ ਕੱਢਦੇ ਚੀਜ਼ਾਂ
ਮਾਈਕ੍ਰੋਵੇਵ ਜਾਂ ਓਵਨ 'ਚ ਪਾ ਕੇ ਗਰਮ ਕਰਕੇ ਉਹਨਾਂ ਨੂੰ ਦੇਣ ਦੇ ਬੱਚਿਆਂ ਨੂੰ ਖਾਣ ਨੂੰ, ਜਾਂ ਉਹ ਟਿਨ ਖੋਲ੍ਹਦੇ ਆ ਕੋਈ ਨਾ ਚੀਜ਼ ਗਰਮ ਕਰਕੇ ਤਾਂ ਬੱਚੇ ਨੂੰ ਖਿਲਾ ਦਿਓ। ਇਹ ਸਾਰਾ ਜੰਕ ਫੂਡ ਹੈ ਐਕਚੁਅਲੀ, ਇਹਦੇ ਵਿੱਚ ਕੈਮੀਕਲਸ ਲੋਡਡ ਹੁੰਦੇ ਆ, ਬਹੁਤ ਹੀ ਕੈਮੀਕਲਸ ਪੈਂਦੇ। ਇੱਦਾਂ ਦੀ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ। ਐਲਰਜੀਸ ਇੱਥੋਂ ਪੈਦਾ ਹੁੰਦੇ ਆ, ਜੋ ਤੁਹਾਡੇ ਅੰਦਰ ਜਾਂਦਾ ਆ ਉਹਦਾ ਅਸਰ ਤਾਂ ਹੋਣਾ ਹੀ ਕੋਈ ਬੋਡੀ 'ਤੇ। ਮੈਨੂੰ ਹਾਸਾ ਪਤਾ ਕਿੱਦਾਂ ਅਸੀਂ ਰੋਂਗ ਚੀਜ਼ਾਂ ਦੇ ਉੱਪਰ ਨਾ ਬੜਾ ਕੌਨਸਨਟਰੇਟ ਕਰਦੇ ਆ। ਜਦੋਂ ਬੱਚਾ ਹੁੰਦਾ ਉਹਨੇ ਡਿਜ਼ਾਈਨਰ ਕੱਪੜੇ ਪਾਉਣੇ ਨੇ, 6 ਮਹੀਨੇ ਦਾ ਹਾਲੇ ਹੈਗਾ, ਐਡੀਡਾਸ ਦੇ ਤੇ ਇੱਦਾਂ ਦੇ ਕੱਪੜੇ ਪਾਉਣੇ ਨੇ, ਜਿਹੜਾ ਪ੍ਰਾਈਮ ਹੋਵੇ ਉਹ ਵੀ ਡਿਜ਼ਾਈਨਰ ਹੋਣਾ ਚਾਹੀਦਾ, ਬ੍ਰਾਂਡਡ ਹੋਣਾ ਚਾਹੀਦਾ, ਜਿਹੜੀ ਉਹਦੀ ਕਾਰ ਦੀ ਸੀਟ ਹੁੰਦੀ ਉਹ ਵੀ ਬ੍ਰਾਂਡਡ ਹੈਗੀ ਆ, ਜਿਹੜਾ ਫਿਰ ਉਹਨੂੰ ਪਕੜ ਕੇ ਤੁਸੀਂ ਜੇ ਗੁਰੂ ਜਾਂ ਕਿਤੇ ਜਾਂਦੇ ਉਹ ਵੀ ਬੜਾ ਹਾਈ ਕਲਾਸ ਦੀ। ਲੇਕਿਨ ਖਾਣ ਪੀਣ 'ਚ ਅਸੀਂ ਕਮੀ ਕਰ ਜਾਂਦੇ ਹਾਂ, ਉੱਥੇ ਕਮੀ ਹੋ ਜਾਂਦੀ ਹੈ, ਕਮੀ ਹੋ ਜਾਂਦੀ ਹੈ ਨਾ, ਜਿੱਥੇ ਚਾਹੀਦੀ ਉੱਥੇ ਘੋਲ ਕਰ ਕੌਲ ਹੋ ਜਾਂਦੀ ਹੈ, ਬਣਾਉਣਾ ਪੈਂਦਾ ਉਹਦੀ ਘੋਲ ਆ। ਜੇ ਬੱਚੇ ਨੂੰ ਉਹਨਾਂ ਸਵਾਰ ਕੇ ਰੱਖਦੇ ਹੋ ਨਾ, ਉਹਨੂੰ ਪ੍ਰਿੰਸ ਜਾਂ ਪ੍ਰਿੰਸੈਸ ਬਣਾ ਕੇ ਰੱਖਦੇ ਹੋ, ਜ਼ਰਾ ਖਾਣ ਪੀਣ ਦਾ ਜ਼ਰੂਰ। ਯਾਰ ਇੱਕ ਮੈਨੂੰ ਬੜੀ ਗੱਲ ਹੁੰਦੀ ਹੈ, ਮੈਂ ਦੇਖੋ ਜੀ ਮੈਂ ਖੁਦ ਵੀ ਬੜੀਆਂ ਗਲਤੀਆਂ ਕਰਦਾ, ਇੱਦਾਂ ਨਾ ਸੋਚ ਕੇ ਸਾਰੀ ਜੋ ਸਿਆਣਾ ਪੜਨਾ ਮੇਰੇ 'ਚ ਹੀ ਭਰਿਆ। ਬੇਸ਼ੁਮਾਰ ਇਨਸਾਨ ਗਲਤੀਆਂ ਦਾ ਬਣਿਆ ਭਾਜੀ, ਟੋਟਲੀ। ਉਹਨੂੰ ਕੱਲੀ ਗੱਲਾਂ ਅਸੀਂ ਕੱਢਣੀਆਂ ਨੇ, ਹੌਲੀ ਹੌਲੀ ਕੱਢਣੀਆਂ ਨੇ। ਮੈਂ ਤਾਂ ਹਮੇਸ਼ਾ ਕਹਿੰਦਾ ਸਾਡੇ ਸ਼ੋਅ ਬਾਰੇ ਮੈਨੂੰ ਦੱਸੋ, ਉਹਨੂੰ ਪਸੰਦ ਕਰਦੇ ਹੋ ਤੁਸੀਂ, ਕ੍ਰਿਟੀਸਾਈਜ਼ ਕਰੋ, ਕੀ ਗੱਲ ਕਰੀਏ, ਕਿੱਦਾਂ ਕਰੀਏ, ਹਰ ਤਰ੍ਹਾਂ ਜੋ ਕ੍ਰਿਟੀਸਾਈਜ਼ ਨਹੀਂ ਹੁੰਦਾ ਉਹ ਮੇਰੀ ਬਿਹਤਰੀ ਲਈ ਤੁਸੀਂ ਮੈਨੂੰ ਦੱਸੋ ਕਿ ਤੂੰ ਇੱਦਾਂ ਨਾ ਇੱਦਾਂ ਕਰਿਆ ਕਰ, ਇੱਦਾਂ ਨਾ ਇੱਦਾਂ ਕਰਿਆ ਕਰ। ਭਾਜੀ ਉਹਦੇ 'ਚ ਫਾਇਦਾ, ਹਰ ਚੀਜ਼ ਫਾਇਦਾ ਹੈ। ਦੱਸ ਤਰੀਕਾ ਹੁੰਦਾ ਕਹਿਣ ਦਾ, ਤਰੀਕਾ ਹੁੰਦਾ ਨਾ, ਬਿਲਕੁਲ ਤਰੀਕਾ ਹੁੰਦਾ। ਮੂੰਹ ਤੇ ਮਾਰੋ ਉਹ ਬੁਰਾ ਲੱਗਦਾ ਹੈ, ਉਹੀ ਗੱਲ ਹੈਗੀ ਨਾ। ਤੁਸੀਂ ਸਮਝਾਓ ਤਾਂ ਉਹ ਚੰਗਾ ਲੱਗਦਾ ਹੈ। ਭਾਜੀ ਮੈਂ ਤਾਂ ਹਮੇਸ਼ਾ ਕਹਿ ਦਿੰਦਾ, ਤੁਸੀਂ ਕਹਿ ਸਕਦੇ ਮੇਰਾ ਸਾਲਾ ਹੈ, ਜਾਂ ਕਹਿ ਸਕਦੇ ਮੇਰੀ ਵਾਈਫ ਦਾ ਭਰਾ ਹੈ। ਹਾਂਜੀ ਦੈਟਸ ਰਾਈਟ, ਗੱਲ ਤੇ ਉਹੀ, ਰਿਸ਼ਤਾ ਤਾਂ ਉਹੀ ਹੋ ਗਿਆ ਨਾ। ਦੈਟਸ ਰਾਈਟ। ਤੇ ਲੈਟ ਡਾਊਨ ਨਹੀਂ ਕਿਸੇ ਨੂੰ ਕਰਨਾ, ਕੋਈ ਟੌਂਟ ਨਹੀਂ ਮਾਰਨੀ, ਪਿਆਰ ਮੁਹੱਬਤ ਨਾਲ ਗੱਲ। ਭਾਜੀ ਮੇਰੀ ਤਾਂ ਇੱਕ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੋਈ ਲਫ਼ਜ਼ ਚੁਣ ਕੇ ਕਰਾਂ, ਕਿਸੇ ਦੇ ਸੱਟ ਨਾ ਲੱਗੇ। ਦੈਟਸ ਰਾਈਟ, ਚਾਹੀਦਾ ਬੜਾ ਇੰਪੋਰਟੈਂਟ ਹੈਗਾ। ਕਿਸੇ ਨੂੰ ਤੁਸੀਂ ਮਿਲਦੇ ਹੋ, ਪਿਆਰ ਮੁਹੱਬਤ ਨਾਲ ਬੁਲਾਓ, ਅੱਛੀ ਤਰ੍ਹਾਂ ਮਿਲੋ, ਟਾਈਮ ਦੇਵੋ ਬੰਦੇ ਨੂੰ, ਉਹਨੂੰ ਦੌੜ ਭੱਜ ਤੇ ਖਤਮ ਹੀ ਨਹੀਂ ਹੋਣੀ ਸਾਡੀ। ਹਾਂਜੀ ਹੈਗੇ ਤਾਂ ਸਾਰੇ ਇਨਸਾਨ ਨੇ, ਰੱਬ ਦੇ ਬਣੇ ਆ। ਹਾਂਜੀ, ਰੱਬ ਦਾ ਇੱਕ ਰੂਪ ਥੋੜ੍ਹਾ ਜਿਹਾ ਤਾਂ ਹਰੇਕ 'ਚ ਹੁੰਦਾ ਹੀ ਆ। ਹਾਂਜੀ ਦੈਟਸ ਰਾਈਟ, ਕਿਸੇ ਜ਼ਿਆਦਾ ਹੁੰਦਾ, ਕਿਸੇ ਘੱਟ ਹੁੰਦਾ, ਪਰ ਹੁੰਦਾ ਤਾਂ ਰੱਬ ਦਾ ਬਣਿਆ ਹੀ ਆ ਸਾਰਾ। ਭਾਜੀ ਕੋਈ ਮਾਂ ਦਾ ਬੱਚਾ ਕਾਲਾ ਹੋਵੇ, ਕਦੇ ਉਹਨੇ ਕਿਹਾ ਮੇਰਾ ਬੱਚਾ ਕਾਲਾ? ਨੈਵਰ ਹੈ। ਉਹਦੇ ਲਈ ਤਾਂ ਪ੍ਰਿੰਸ ਹੈਗਾ ਉਹ। ਦੈਟਸ ਰਾਈਟ, ਉਹਦੇ ਲਈ ਸਭ ਤੋਂ ਵਧੀਆ ਹੋਈ ਆ। ਦੈਟਸ ਰਾਈਟ। ਇਹ ਦੇਖੋ ਆਪਾਂ ਬੜੀ ਨਿਗਾਹ ਹੁੰਦੀ ਹੈ, ਤੁਸੀਂ ਕਿਸ ਤਰ੍ਹਾਂ ਉਹਨੂੰ ਦੇਖਦੇ ਹੋ, ਚੀਜ਼ ਉਹੀ ਹੁੰਦੀ ਹੈ। ਹਾਂਜੀ ਦੱਸ, ਹਰੇਕ ਮਾਂ ਨੂੰ ਜੇ ਇੱਕ ਚੀਜ਼ ਹਰੀ ਹੈ ਉਹ ਹਰੀ ਹੋਈ ਹੈਗੀ, ਤੁਸੀਂ ਉਹਨੂੰ ਕਾਲੀ ਨਹੀਂ ਕਹਿ ਸਕਦੇ ਨਾ। ਹਰੇਕ ਮਾਂ ਨੂੰ ਆਪਣਾ ਬੱਚਾ ਜ਼ਿਆਦਾ। ਬਿਲਕੁਲ। ਥੈਂਕ ਯੂ ਸੋ ਮਚ ਭਾਜੀ, ਟਾਈਮ ਬੜੀ ਫਾਸਟ ਚੱਲ ਰਿਹਾ, ਹਾਲੇ ਬਸ ਥੋੜ੍ਹਾ ਅੱਧਾ ਕਿ ਮਿੰਟ ਰਹਿੰਦਾ ਮੈਨੂੰ ਲੱਗਦਾ। ਅਤੇ ਜੇ ਕੋਈ ਹਰ ਤਰ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਸਾਡੇ ਪਾਸ ਤੁਹਾਡਾ ਫਾਇਦਾ ਹੋਵੇ, ਕਿਸੇ ਤਰੀਕੇ ਦੀ, ਹਰ ਤਰੀਕੇ ਬਿਮਾਰੀ ਦੀ ਗੱਲ ਕਰਦੇ ਹਾਂ। ਅਤੇ ਜਦੋਂ ਅਸੀਂ ਬਿਮਾਰੀ ਦੀ ਗੱਲਾਂ ਕਰਦੇ ਹਾਂ, ਅਗਰ ਤੁਹਾਨੂੰ ਹੈ ਨਹੀਂ ਹੈ, ਤੁਹਾਨੂੰ ਨੌਲੇਜ ਹੋ ਜਾਏਗੀ ਕਿ ਪੈਨਿਕ ਨਹੀਂ ਕਰਨਾ, ਕੀ ਕਰਨਾ ਚਾਹੀਦਾ। ਲੇਕਿਨ ਬਿਮਾਰੀ ਨੂੰ ਐਕਸੈਪਟ ਨਾ ਕਰੋ, ਉਹ ਜਿਸਮ 'ਚ ਨਹੀਂ ਹੋਣੀ ਚਾਹੀਦੀ। ਸੈਕਿੰਡ ਓਪੀਨੀਅਨ ਲਵੋ, ਥਰਡ ਓਪੀਨੀਅਨ ਲਵੋ, ਕਿਤੇ ਨਾ ਕਿਤੇ ਡਾਕਟਰ ਦੇ ਇਲਾਜ ਤਾਂ ਹੈਗਾ ਹੀ ਨਾ। ਦੈਟਸ ਰਾਈਟ, ਕਿਤੇ ਤੁਹਾਨੂੰ ਉਹਦਾ ਰਿਜ਼ਲਟ, ਕੋਈ ਸੋਲੂਸ਼ਨ ਮਿਲੇਗਾ। ਹਾਂਜੀ, ਬਾਕੀ ਪੈਸਿਆਂ ਦਾ ਆਪਣੀ ਜ਼ਿੰਦਗੀ ਨੂੰ ਤੋਲੋ ਨਾ, ਬਿਕਾਜ਼ ਉਹ ਕੁਛ ਹੋਰ ਚੀਜ਼ ਹੈ, ਪੈਸਾ ਨਾਲ ਨਹੀਂ ਲੈ ਕੇ ਜਾਣਾ। ਚਲੋ ਨੈਕਸਟ ਵੀਕ ਫਿਰ ਤੁਹਾਡਾ ਮੁਲਾਕਾਤ ਹੋਗੀ, ਤਬ ਤੱਕ ਰੱਬ ਰੱਖਾ ਭਾਜੀ, ਆਪਾਂ ਫਤਿਹ ਬੁਲਾਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।